ਸੋ ਤੁਸੀਂ ਅੱਜ ਆਖਰੀ ਵੀਰਵਾਰ ਦੇ ਇਸ ਪਵਿੱਤਰ ਮੌਕੇ ਤੇ ਮਾਲਕ ਦੇ ਦਰਬਾਰ ਤੇ ਪਹੁੰਚੇ ਹੋ, ਕਿਉਂਕਿ ਕੱਲ 31 ਹੈ, ਸ਼ਨੀਵਾਰ ਤੋਂ ਇੱਕ ਨਵਾਂ ਸਾਲ ਸ਼ੁਰੂ ਹੋਣਾ ਹੈ। ਸੋ ਆਉਣ ਵਾਲੇ ਨਵੇਂ ਸਾਲ ਦੀਆਂ ਵੀ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਵੈਸੇ ਤਾਂ ਕੱਲ ਰਾਤ ਦਾ ਵੀ ਸਤਸੰਗ ਹੈ, ਪਰ ਕੁਛ ਜੀ ਵੈਸੇ ਵੀ ਹੈ ਜਿਹੜੇ ਸ਼ਾਇਦ ਕੱਲ ਰਾਤ ਨੂੰ ਨਾ ਪਹੁੰਚਣ, ਇਸ ਲਈ ਉਹਨਾਂ ਨੂੰ ਅੱਜ ਹੀ ਹੈਪੀ ਨਿਊ ਈਅਰ ਕਹਿ ਦਈਏ, ਨਵੇਂ ਸਾਲ ਦੀ ਵਧਾਈ ਦੇ ਦਈਏ ਕਿ ਆਉਣ ਵਾਲਾ ਸਾਲ ਖੁਸ਼ੀਆਂ ਭਰਿਆ ਹੋਵੇ। ਨਹੀਂ ਤਾਂ ਕੱਲ ਦੀ ਜੋ ਸਤਸੰਗ ਦੀ ਰਹਿਮਤ ਹੈ, ਕੋਸ਼ਿਸ਼ ਕਰੋ ਕਿ ਕੱਲ ਸ਼ਾਮ ਨੂੰ ਵੀ ਅਗਰ ਪਹੁੰਚ ਸਕੀਏ ਤਾਂ ਜ਼ਰੂਰ ਪਹੁੰਚੀਏ, ਕਿ ਪੁਰਾਣੇ ਸਾਲ ਨੂੰ ਮਾਲਕ ਦੇ ਚਰਨਾਂ 'ਚ ਬਹਿ ਕੇ ਅਲਵਿਦਾ ਕਹੀਏ ਔਰ ਨਵੇਂ ਸਾਲ ਦਾ ਸਵਾਗਤ ਉਹ ਮਾਲਕ ਦੀਆਂ ਰਹਿਮਤਾਂ ਦੇ ਨਾਲ, ਬਰਕਤਾਂ ਦੇ ਨਾਲ, ਖੁਸ਼ੀਆਂ ਦੇ ਨਾਲ ਜਦੋਂ ਅਸੀਂ ਉਹ ਨਵੇਂ ਸਾਲ ਦੀ ਸ਼ੁਰੂਆਤ ਮਾਲਕ ਦੇ ਘਰ 'ਚੋਂ ਕਰਾਂਗੇ ਤਾਂ ਫਿਰ ਉਹ ਸਾਲ ਖੁਸ਼ੀਆਂ ਭਰਿਆ ਹੋਏਗਾ। ਸੋ ਹੁਣ ਇਸ ਤੋਂ ਪਹਿਲਾਂ ਕਿ ਸਤਸੰਗ ਦੀ ਸ਼ੁਰੂਆਤ ਕਰੀਏ, ਇੱਕ ਜੀਵ ਨੇ ਬੇਨਤੀ ਦੱਸੀ ਸੀ ਕਿ ਮਾਲਕ ਜੀ ਮੈਨੂੰ ਬ੍ਰੇਨ ਦੀ ਪ੍ਰੋਬਲਮ ਸੀ, 5 ਸਾਲ ਹੋ ਗਏ ਸੀ ਦਵਾਈ ਖਾਂਦੀ ਨੂੰ, ਪਰ ਕੋਈ ਫਰਕ ਨਹੀਂ ਸੀ ਪੈਂਦਾ। ਫਿਰ ਮੈਂ ਮਾਲਕ ਜੀ ਦੇ ਚਰਨਾਂ 'ਚ ਫਰਿਆਦ ਕੀਤੀ ਤੇ ਪਹਿਲੀ ਹਾਜ਼ਰੀ ਤੋਂ ਬਾਅਦ ਜਦੋਂ ਮੈਂ ਦਵਾਈ ਲੈਣ ਗਈ ਤਾਂ ਉਹਦੇ ਵਿੱਚੋਂ ਇੱਕ ਟੈਬਲੇਟ ਨਹੀਂ ਮਿਲੀ। ਉਹਨਾਂ ਨੇ ਕਿਹਾ ਕਿ ਇਹ ਦਵਾਈ ਪਿੱਛੋਂ ਹੀ ਬੰਦ ਹੋ ਗਈ ਹੈ, ਹੁਣ ਨਹੀਂ ਮਿਲਣੀ। ਇਹ ਮਾਲਕ ਜੀ ਦੀ ਮੇਰੇ ਤੇ ਰਹਿਮਤ ਹੀ ਹੋਈ ਕਿ ਮੇਰੀ ਦਵਾਈ ਘਟ ਗਈ ਤੇ ਮੈਂ ਬਿਨਾਂ ਦਵਾਈ ਖਾਧੇ ਹੀ ਹੁਣ ਬਿਲਕੁਲ ਠੀਕ ਹਾਂ। ਮਾਲਕ ਜੀ ਇਸੇ ਤਰ੍ਹਾਂ ਹੀ ਆਪਣੀ ਰਹਿਮਤ ਬਣਾਈ ਰੱਖਿਓ। ਜੈ ਮਾਲਕਾਂ ਦੀ, ਜੈ ਮਾਲਕਾਂ ਦੀ। ਨਾਮ ਜੋਤੀ, ਪਿੰਡ ਮਨਸੂਰਵਾਲ ਬੇਟ, ਜ਼ਿਲ੍ਹਾ ਕਪੂਰਥਲਾ। ਕਿਹੜੇ ਜੀਵ ਹੈ ਜਿਨ੍ਹਾਂ ਨੇ ਫਰਿਆਦ ਲਿਖ ਕੇ ਭੇਜੀ ਸੀ? ਇਸ ਵੇਲੇ ਕਿੱਥੇ ਬੈਠੇ ਹੈ? ਇੱਧਰ ਬੈਠੇ ਹੈ। ਚਲੋ ਬਹੁਤ ਅੱਛੀ ਗੱਲ ਹੈ, ਕਿਉਂਕਿ ਜਦੋਂ ਇਨਸਾਨ ਬੇਨਤੀ ਕਰਦਾ ਹੈ ਤਾਂ ਫਿਰ ਹੁਣੇ ਤਾਂ ਦੱਸ ਕੇ ਹਟੇ ਕਿ ਉਹ ਬਾਤ ਦੁਆ ਸੇ ਬਣ ਨਾ ਸਕੇ ਜੋ ਬਾਤ ਦੁਆ ਸੇ ਹੋਤੀ ਹੈ। ਜਦੋਂ ਦਿਲੋਂ ਇਨਸਾਨ ਮਾਲਕ ਦੇ ਚਰਨਾਂ 'ਚ ਬੇਨਤੀ ਕਰਦਾ ਤਾਂ ਦਵਾਈ ਘਟਦੀ ਵੀ ਹੈ ਔਰ ਇੱਕ ਦਿਨ ਛੁੱਟ ਵੀ ਜਾਂਦੀ ਹੈ। ਔਰ ਤੁਸੀਂ ਆਪ ਹੀ ਦੱਸਿਆ ਹੁਣ ਛੁੱਟ ਗਈ ਹੈ, ਹੁਣ ਮੈਂ ਬਿਲਕੁਲ ਠੀਕ ਹੈ। ਸੋ ਇੱਦਾਂ ਹੀ ਮਾਲਕ ਤੁਹਾਨੂੰ ਠੀਕ ਰੱਖਣ, ਆਉਣ ਵਾਲਾ ਸਮਾਂ ਹੋਰ ਵੀ ਤੁਹਾਡੇ ਵਾਸਤੇ ਖੁਸ਼ੀਆਂ ਭਰਿਆ ਹੋਵੇ। ਮਾਲਕ ਦਾ ਆਸ਼ੀਰਵਾਦ ਸਦਾ ਹੀ ਨਾਲ ਹੈ ਤੁਹਾਡੇ। ਇਹ ਤੁਹਾਡੀ ਬੇਨਤੀ ਸੀ ਕਿ ਸੰਗਤ ਨੂੰ ਦੱਸ ਦਿਓ, ਦੱਸ ਦਿੱਤਾ। ਇੱਕ ਹੋਰ ਜੀਵ ਇੱਥੇ ਬੇਨਤੀ ਕਰਕੇ ਗਏ ਸੀ ਕਿ ਮਾਲਕੋ ਸੰਗਤ ਨੂੰ ਜ਼ਰੂਰ ਦੱਸ ਦਿਓ ਕਿ ਉਹਨਾਂ ਨੂੰ ਸੁਪਨੇ ਵਿੱਚ ਮਾਲਕਾਂ ਦੇ ਦਰਸ਼ਨ ਹੋਏ ਸੀ ਔਰ ਸੁਪਨੇ ਵਿੱਚ ਹੀ ਮਾਲਕਾਂ ਨੇ ਉਹਨਾਂ ਨੂੰ ਹੁਕਮ ਲਾਇਆ ਸੀ ਹਾਜ਼ਰੀਆਂ ਭਰਨ ਦਾ। ਉਹ ਦੱਸ ਰਹੇ ਕਿ ਅੱਜ ਦੂਸਰੀ ਹਾਜ਼ਰੀ। ਕਿਹੜੇ ਜੀਵ ਹੈ ਉਹ? ਕਿਉਂਕਿ ਉਹਨਾਂ ਨੇ ਲਿਖਤੀ ਰੂਪ ਵਿੱਚ ਨਹੀਂ, ਇੱਥੇ ਖੜ ਕੇ ਸੇਵਾਦਾਰਾਂ ਨੂੰ ਦੱਸਿਆ ਸੀ ਕਿ ਮਾਲਕ ਜ਼ਰੂਰ ਦੱਸ ਦੇਣ। ਹਾਂ, ਇਹ ਜੀਵ ਹੈ, ਇਹ ਸਾਹਮਣੇ ਜੀਵ ਹੈ। ਤੁਹਾਡਾ ਪਿੰਡ ਕਿਹੜਾ ਹੈ? ਪਿੰਡ ਦਾ ਨਾਮ ਕੀ ਹੈ? ਕੀ ਨਾਮ ਹੈ? ਜਲੰਧਰ ਤੋਂ ਆਏ ਹੋ ਤੁਸੀਂ। ਸੋ ਇਹ ਜੀਵ ਹੁਣੇ ਹੀ ਜਦੋਂ ਸੰਗਤ ਮੱਥਾ ਟੇਕ ਰਹੀ ਸੀ, ਸੇਵਾਦਾਰਾਂ ਨੂੰ ਦੱਸ ਰਹੇ ਸੀ ਕਿ ਮੇਰੇ ਘਰ 'ਚ ਬੜੀਆਂ ਪ੍ਰੋਬਲਮਾਂ ਸੀ, ਬੜੀਆਂ ਪਰੇਸ਼ਾਨੀਆਂ ਸੀ, ਮੈਂ ਦਰਬਾਰ ਤੇ ਨਹੀਂ ਆਉਂਦੀ ਸੀ। ਬਸ ਮੈਂ ਮਾਲਕਾਂ ਦੇ ਸਤਸੰਗ ਸੁਣੇ ਮੋਬਾਈਲ ਦੇ ਉੱਪਰ ਤਾਂ ਮੈਨੂੰ ਰਾਤ ਨੂੰ ਦਰਸ਼ਨ ਹੋਏ ਮਾਲਕਾਂ ਦੇ ਸੁਪਨੇ 'ਚ ਔਰ ਮਾਲਕਾਂ ਨੇ ਹੁਕਮ ਕੀਤਾ ਕਿ ਤੁਹਾਡੇ ਜੀਵਨ 'ਚ ਬਹੁਤ ਪਰੇਸ਼ਾਨੀਆਂ ਹੈ, ਬਹੁਤ ਤਕਲੀਫਾਂ ਹੈ ਔਰ ਬੇਟੀ ਦਾ ਕੰਮ ਵੀ ਨਹੀਂ ਬਣਦਾ ਸੀ। ਇਹਨਾਂ ਦੀ ਉਹੀ ਸੀ ਨਾ ਤੁਸੀਂ? ਹਾਂ, ਬੇਟੀ ਦਾ ਕੰਮ ਵੀ ਨਹੀਂ ਬਣਦਾ ਸੀ। ਔਰ ਫਿਰ ਮਾਲਕਾਂ ਨੇ ਹੁਕਮ ਕੀਤਾ ਕਿ 5 ਹਾਜ਼ਰੀਆਂ ਭਰੋ, ਤੁਹਾਡੇ ਸਾਰੇ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ। ਕਹਿੰਦੇ ਅੱਜ ਸਾਡੀ ਦੂਸਰੀ ਹਾਜ਼ਰੀ, ਹੁਣ ਬੇਟੀ ਵੀ ਬਾਹਰ ਚਲੀ ਗਈ ਹੈ ਔਰ ਸਾਨੂੰ ਮਾਲਕਾਂ ਨੇ ਬੜੀਆਂ ਪਰੇਸ਼ਾਨੀਆਂ 'ਚੋਂ ਕੱਢ ਲਿਆ। ਯਾਨੀ ਸਿਰਫ ਸਤਸੰਗ ਸੁਣਿਆ ਔਰ ਸੁਪਨੇ 'ਚ ਹੀ ਮਾਲਕਾਂ ਨੇ ਹੁਕਮ ਲਾਇਆ ਕਿ 5 ਹਾਜ਼ਰੀਆਂ ਭਰਨੀਆਂ, 5 ਦੇ ਅੰਦਰ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਣਾ। ਇਹ ਦੱਸਦੇ ਅੱਜ ਦੂਸਰੀ ਹਾਜ਼ਰੀ, ਹੁਣ ਬੇਟੀ ਵੀ ਬਾਹਰ ਚਲੀ ਗਈ ਹੈ ਔਰ ਬਹੁਤ ਉਲਝਣਾਂ ਸੀ ਸਾਡੇ ਜੀਵਨ 'ਚ, ਉਹ ਸਾਰੀਆਂ ਹੁਣ ਠੀਕ ਹੁੰਦੀਆਂ ਜਾ ਰਹੀਆਂ। ਚਲੋ ਹਾਲੇ ਦੂਸਰੀ ਹਾਜ਼ਰੀ ਤੇ ਇੰਨੀਆਂ ਰਹਿਮਤਾਂ ਹੋ ਗਈਆਂ ਤਾਂ ਹੁਣ ਪੂਰੀ ਤਰ੍ਹਾਂ ਮਾਲਕਾਂ ਨਾਲ ਜੁੜ ਜਾਓ ਤਾਂ ਫਿਰ ਸੋਚੋ ਕਿੰਨੀਆਂ ਰਹਿਮਤਾਂ ਹੋਣਗੀਆਂ। ਕਿਉਂਕਿ ਕਈ ਵਾਰ ਇਨਸਾਨ ਸੋਚਦਾ 5 ਹਾਜ਼ਰੀਆਂ, ਤਾਂ ਬੰਦਾ ਇਹ ਨਹੀਂ ਸੋਚਦਾ ਕਿ ਜੇ 5 ਵਾਰ ਜਾਣ ਨਾਲ ਮੇਰੇ ਤੇ ਰਹਿਮਤ ਹੋ ਸਕਦੀ ਤਾਂ ਜੇ ਸਾਰੀ ਜ਼ਿੰਦਗੀ ਮਾਲਿਕ ਦਾ ਹੋ ਜਾਵਾਂ ਤਾਂ ਫਿਰ ਮੈਨੂੰ ਕੀ ਕੁਝ ਨਹੀਂ ਹਾਸਿਲ ਹੋ ਸਕਦਾ। ਜਦੋਂ ਅਸੀਂ ਸਿਰਫ ਸੋਚਦੇ ਹਾਂ ਨਾ ਕਿ 5 ਵੀਰਵਾਰ ਜਾਣਾ ਹੈ ਤਾਂ ਫਿਰ ਅਸੀਂ ਮਾਲਕਾਂ ਨੂੰ ਕੀ ਸਮਝ ਕੇ ਆਉਂਦੇ ਹਾਂ ਕਿ ਇੱਕ ਡਾਕਟਰ ਹੈ ਜਾਂ ਕੋਈ ਵੈਦ ਹੈ, ਜੇ ਕੋਈ 5 ਵਾਰ ਜਾਣਾ ਹੈ ਤਾਂ ਆਪਣਾ ਇਲਾਜ ਕਰਵਾਓਗੇ ਬਸ। ਪਰ ਅਸੀਂ ਇਹ ਹਮੇਸ਼ਾ ਦੱਸੀਦਾ ਹੈ ਕਿ ਜੇ ਸਾਨੂੰ ਰਹਿਮਤ ਚਾਹੀਦੀ ਹੈ ਤਾਂ ਉੱਥੇ ਦਿਲ ਨਾਲ ਜੁੜਨਾ ਪੈਂਦਾ ਹੈ, ਵਿਸ਼ਵਾਸ ਨਾਲ ਜੁੜਨਾ ਪੈਂਦਾ ਹੈ, ਫਿਰ ਤਾਂ ਇੱਕ ਰਿਸ਼ਤਾ ਬਣਾਉਣਾ ਪੈਂਦਾ ਹੈ ਆਪਣੇ ਮਾਲਿਕ ਦੇ ਨਾਲ ਕਿ ਐ ਮੇਰੇ ਮਾਲਿਕ ਮੈਂ ਤੇਰਾ ਤਾਂ ਤੂੰ ਮੇਰਾ। ਤਾਂ ਜੇ ਸਿਰਫ ਇੱਕ ਸਵਾਰਥ ਲੈ ਕੇ ਜਾਈਏ ਕਿ ਮੇਰਾ ਆਹ ਕੰਮ ਹੋ ਜਾਵੇ ਮੁੜ ਕੇ ਨਹੀਂ ਮੈਂ ਜਾਣਾ, ਤਾਂ ਫਿਰ ਇਹਦਾ ਮਤਲਬ ਸਾਨੂੰ ਮਾਲਿਕ ਨਾਲ ਕੋਈ ਮਤਲਬ ਨਹੀਂ ਹੈ, ਉਹ ਪ੍ਰਮਾਤਮਾ ਨਾਲ ਕੋਈ ਮਤਲਬ ਨਹੀਂ, ਸਾਨੂੰ ਮਤਲਬ ਸਿਰਫ ਆਪਣੀਆਂ ਚੀਜ਼ਾਂ ਨਾਲ ਹੈ। ਇਹ ਤਾਂ ਫਿਰ ਉਹੀ ਹੋ ਗਿਆ ਜਿੱਦਾਂ ਕੋਈ ਬੱਚਾ ਕਹੇ ਬਾਪ ਨੂੰ ਮੈਨੂੰ ਚੀਜ਼ਾਂ ਦਿੰਦਾ ਰਿਹਾ ਤਾਂ ਮੇਰਾ ਪੇ ਹੈ, ਜੇ ਨਹੀਂ ਦਿੱਤੀ ਤਾਂ ਤੇਰਾ ਮੇਰਾ ਰਿਸ਼ਤਾ ਹੈ ਨਹੀਂ, ਫਿਰ ਮੈਂ ਤੈਨੂੰ ਮਿਲਣਾ ਤੱਕ ਨਹੀਂ, ਦੇਖਣਾ ਤੱਕ ਨਹੀਂ, ਤਾਂ ਫਿਰ ਉਹ ਰਿਸ਼ਤਾ ਕਾਹਦਾ ਰਿਸ਼ਤਾ। ਇਸ ਲਈ ਕਈ ਵਾਰ ਅਸੀਂ ਬਹੁਤ ਸਾਲ ਪਹਿਲਾਂ ਇੱਕ ਲਾਈਨ ਕਹੀ ਸੀ ਕਿ ਹਮੇਸ਼ਾ ਮਾਂਗਨੇ ਹੀ ਆਤੇ ਹੋ ਕभी ਮਿਲਨੇ ਵੀ ਆਇਆ ਕਰੋ, ਕਿ ਹਰ ਵਾਰ ਇਨਸਾਨ ਮੰਗਣਾ ਹੀ ਆਉਂਦਾ ਹੈ, ਕਿਉਂਕਿ ਜਿਹੜਾ ਸਵਾਰਥੀ ਹੁੰਦਾ ਉਹ ਮੰਗਣ ਆਉਂਦਾ, ਤਾਂ ਜਿਹੜਾ ਪ੍ਰੇਮੀ ਹੁੰਦਾ ਹੈ
ਉਹ ਕਹਿੰਦਾ ਮੈਂ ਤਾਂ ਮਿਲਣਾ ਹੈ। ਚਲੋ ਬੇਨਤੀ ਕਰਨੀ ਤਾਂ ਅਲੱਗ ਚੀਜ਼ ਹੈ, ਪਰ ਮੈਂ ਦਿਲੋਂ ਮਾਲਿਕ ਦਾ ਹਾਂ। ਮੈਂ ਹੁਣ ਮਾਲਿਕ ਦਾ, ਜੇ ਦੁੱਖ ਵੀ ਹੈ ਉਹ ਵੀ ਮਾਲਿਕ ਨੂੰ ਦੱਸਣਾ, ਜੇ ਸੁੱਖ ਵੀ ਹੈ ਉਹ ਵੀ ਮਾਲਿਕ ਨੂੰ ਦੱਸਣਾ, ਕਿਉਂਕਿ ਖੁਸ਼ੀ ਗਮੀ ਮੇਰਾ ਸਭ ਕੁਝ ਮੇਰਾ ਮਾਲਿਕ। ਪਰ ਇੱਥੇ ਇਹ ਨਹੀਂਗਾ ਕਿ ਮੈਨੂੰ ਸਿਰਫ ਜ਼ਰੂਰਤ ਵੇਲੇ ਮੈਨੂੰ ਮਾਲਿਕ ਦੀ ਯਾਦ ਆਵੇ, ਤਾਂ ਜਦੋਂ ਜ਼ਰੂਰਤ ਪੂਰੀ ਹੋ ਗਈ ਤਾਂ ਫਿਰ ਮਾਲਿਕ ਨੂੰ ਭੁੱਲ ਜਾਵਾਂ। ਫਿਰ ਸਾਲ ਬਾਅਦ 6 ਮਹੀਨਿਆਂ ਬਾਅਦ ਜਾਂ 2 ਸਾਲ ਬਾਅਦ ਫਿਰ ਕੋਈ ਪ੍ਰੋਬਲਮ ਆਉਂਦੀ, ਫਿਰ ਸੋਚਾਂ ਮਾਲਕਾਂ ਕੋਲ ਚਲੀਏ। ਇਹਦਾ ਮਤਲਬ ਉਹ ਸਿਰਫ ਸਵਾਰਥ ਹੈ। ਤਾਂ ਜਿਹੜਾ ਪ੍ਰੇਮੀ ਹੈ ਨਾ, ਉਹ ਕਹਿੰਦਾ ਮੈਂ ਤਾਂ ਬਸ ਮਾਲਕਾਂ ਦਾ ਹੋ ਗਿਆ ਹਾਂ। ਜੇ ਮੇਰੇ ਜੀਵਨ 'ਚ ਕੋਈ ਪਰੇਸ਼ਾਨੀ ਆਈ ਉਹ ਵੀ ਮਾਲਕਾਂ ਨੂੰ ਦੱਸਣੀ ਹੈ। ਜੇ ਖੁਸ਼ੀ ਹੈ ਤਾਂ ਖੁਸ਼ੀ ਵੇਲੇ ਵੀ ਜਾਣਾ ਹੈ। ਜਿੱਦਾਂ ਕਬੀਰ ਸਾਹਿਬ ਨੇ ਕਿਹਾ ਹੈ ਕਿ ਦੁੱਖ ਮੇਂ ਸਿਮਰਨ ਸਭ ਕਰੇ, ਸੁਖ ਮੇਂ ਕਰੇ ਨਾ ਕੋਏ, ਸੁਖ ਮੇਂ ਅਗਰ ਸਿਮਰਨ ਕਰੇ ਤਾਂ ਦੁੱਖ ਕਾਹੇ ਕੋ ਹੋਏ। ਕਿ ਦੁੱਖ ਵੇਲੇ ਜੇ ਰੱਬ ਨੂੰ ਯਾਦ ਕਰ ਲਿਆ, ਮਾਲਕ ਦੇ ਘਰ 'ਚ ਆ ਗਏ, ਤਾਂ ਸੁੱਖ ਵੇਲੇ ਭੁੱਲ ਗਏ, ਤਾਂ ਫਿਰ ਤਾਂ ਜੀਵਨ 'ਚ ਦੁੱਖ ਆਉਂਦੇ ਹੀ ਰਹਿਣੇ ਹੈ। ਤਾਂ ਜਿਹੜਾ ਹਰ ਹਾਲਤ ਵਿੱਚ ਆਪਣੇ ਮਾਲਿਕ ਨੂੰ ਯਾਦ ਰੱਖਦਾ ਹੈ, ਕਿ ਖੁਸ਼ੀ ਵੇਲੇ ਵੀ ਮਾਲਕ ਦੇ ਚਰਨਾਂ ਜਾ ਕੇ ਮਿਲਣਾ ਹੈ, ਮਾਲਕਾਂ ਦੇ ਦਰਸ਼ਨ ਕਰਨੇ ਹੈ, ਸਤਸੰਗ ਸੁਣਨਾ ਹੈ, ਤਾਂ ਦੁੱਖ ਵੇਲੇ ਤਾਂ ਚਲੋ ਆਪਣੇ ਮਾਲਕਾਂ ਨੂੰ ਦੱਸਣਾ ਹੈ ਅਸੀਂ, ਤਾਂ ਫਿਰ ਉਹ ਇਨਸਾਨ ਹੁੰਦਾ ਹੈ ਕਿ ਇਹ ਸਾਡਾ ਹੈ। ਇੱਥੇ ਲੱਗਦਾ ਕੋਈ ਰਿਸ਼ਤਾ ਹੈ, ਇੱਥੇ ਲੱਗਦਾ ਕੋਈ ਪਿਆਰ ਹੈ। ਔਰ ਜਦੋਂ ਇਹ ਪਿਆਰ ਦੀ ਤਾਰ ਜੁੜਦੀ ਹੈ ਨਾ, ਤਾਂ ਫਿਰ ਮਾਲਕ ਇੱਥੇ ਵੀ ਉੱਥੇ ਵੀ ਹਰ ਜਗ੍ਹਾ ਇਨਸਾਨ ਦੀ ਸੰਭਾਲ ਕਰਦੇ ਹੈ। ਸੋ ਤੁਸੀਂ ਅੱਜ ਚੈੱਕ ਕਰੋ ਥੋੜ੍ਹਾ ਜਿਹਾ ਕਿ ਤੁਸੀਂ ਪਿਆਰ ਕਰਕੇ ਆਏ ਹੋ, ਆਪਣਾ ਸਮਝ ਕੇ ਆਏ ਹੋ, ਜਾਂ ਸਿਰਫ ਕਿ ਆਹ ਪ੍ਰੋਬਲਮ ਹੈ ਹੱਲ ਹੋ ਗਈ ਤਾਂ ਮੁੜ ਕੇ ਲੈ ਜੀ। ਸਮਝਦੇ ਹੋ? ਇਸ ਕਰਕੇ ਮਾਲਕ ਦੇ ਘਰ ਦੀਆਂ ਰਹਿਮਤਾਂ ਹਮੇਸ਼ਾ ਕਿਹਨਾਂ ਨੂੰ ਮਿਲਦੀਆਂ ਹੈ? ਜਿਹੜੇ ਦਿਲ ਨਾਲ ਕਹਿੰਦੇ ਨਾ, ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਕਿ ਜਿਹੜਾ ਉਹਦਾ ਹੀ ਹੋ ਗਿਆ, ਕਿ ਹੁਣ ਹੈਗਾ ਹੀ ਤੇਰੇ ਹੈ। ਹੁਣ ਚਾਹੇ ਤੂੰ ਭੁੱਖਾ ਰੱਖ, ਚਾਹੇ ਰੱਜ ਕੇ ਦੇ, ਚਾਹੇ ਜਿੱਥੇ ਮਰਜ਼ੀ ਬਿਠਾ ਲਾ, ਧੁੱਪੇ ਬਿਠਾ ਲਾ, ਸ਼ਾਮੇ ਬਿਠਾ ਲਾ, ਚੰਗੀ ਆ ਜਾਂ ਮੰਦੀ ਆ, ਸਾਹਿਬ ਤੇਰੀ, ਹੁਣ ਤਾਂ ਤੇਰੇ ਹੀ ਹੋ ਗਏ। ਫਿਰ ਉਹਨਾਂ ਨੂੰ ਮਿਲਦਾ ਵੀ ਸਭ ਕੁਛ ਹੈ। ਇਸ ਲਈ ਜਦ ਵੀ ਆਈਏ, ਜਦ ਵੀ ਮਾਲਕ ਦੇ ਘਰ 'ਚ ਬੈਠੀਏ, ਤਾਂ ਇਹ ਸੋਚ ਕੇ ਬੈਠੀਏ ਕਿ ਆਪਣੇ ਮਾਲਿਕ ਕੋਲ ਆਇਆ, ਮੈਂ ਮਾਲਿਕ ਦਾ, ਤਾਂ ਮਾਲਿਕ ਮੇਰਾ ਹੈ। ਜਦੋਂ ਇਹ ਇੱਕ ਰਿਸ਼ਤਾ ਜੋੜ ਦਿੰਦੇ ਆ ਨਾ ਅਸੀਂ, ਤਾਂ ਫਿਰ ਮਾਲਿਕ ਦੀ ਰਹਿਮਤ ਵੀ ਹੁੰਦੀ ਹੈ। ਤਾਂ ਜੇ ਇਨਸਾਨ ਸੋਚਦਾ ਹੈ, ਜਿੱਦਾਂ ਦੱਸਿਆ ਹੈ ਕਿ ਬਸ ਮੈਂ ਤਾਂ ਹਾਜ਼ਰੀਆਂ ਭਰਨੀਆਂ, ਬਸ ਮਕਸਦ ਮੇਰਾ ਹੱਲ ਹੋਣਾ ਚਾਹੀਦਾ, ਫਿਰ ਕੀ ਹੈ? ਤਾਂ ਫਿਰ ਮਿਲਦਾ ਵੀ ਉਹਨੂੰ ਉੱਦਾਂ ਦਾ ਹੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਉਹਦੇ ਘਰ 'ਚ ਕੋਈ ਕਮੀ ਨਹੀਂ ਹੈ, ਉਹਦੇ ਘਰ 'ਚ ਸਭ ਕੁਛ ਹੈ, ਪਰ ਉਹਦੇ ਘਰ ਦੇ ਨਜ਼ਾਰੇ ਉਹੀ ਲੈਂਦਾ ਜਿਹੜਾ ਉਹਦਾ ਹੋ ਜਾਂਦਾ ਹੈ। ਇਸ ਲਈ ਆਪਣੇ ਦਿਲ ਨੂੰ ਅੱਖਾਂ ਬੰਦ ਕਰਕੇ ਫੀਲ ਕਰਕੇ ਮਹਿਸੂਸ ਕਰਕੇ ਦੇਖੋ ਕਿ ਤੁਸੀਂ ਕਿਸ ਭਾਵਨਾ ਨਾਲ ਅੱਜ ਆਏ ਹੋ, ਕਿਸ ਭਾਵਨਾ ਨਾਲ ਬੈਠੇ ਹੋ, ਕੀ ਸਮਝ ਕੇ ਬੈਠੇ ਹੋ। ਔਰ ਜੈਸੀ ਭਾਵਨਾ ਲੈ ਕੇ ਤੁਸੀਂ ਆਏ ਹੋ, ਜੈਸੀ ਭਾਵਨਾ ਨਾਲ ਬੈਠੇ ਹੋ, ਫਿਰ ਵੈਸਾ ਹੀ ਫਲ ਲੈ ਕੇ ਵੀ ਮਾਲਕ ਦੇ ਘਰ 'ਚੋਂ ਜਾਣਾ ਹੈ। ਸੋ ਤਿਆਰ ਹੋ ਫਿਰ ਹੁਣ ਸਤਸੰਗ ਦਾ ਆਨੰਦ ਲੈਣ ਨੂੰ? ਚਲੋ ਫਿਰ ਹੱਸ ਕੇ ਦਿਖਾਓ, ਥੋੜਾ ਸਮਾਈਲ ਕਰਕੇ ਦਿਖਾਓ, ਕਿਉਂਕਿ ਅੱਜ ਥੋੜੇ ਲਫ਼ਜ਼ਾਂ, ਥੋੜੇ ਸਮੇਂ 'ਚ ਅਸੀਂ ਬਹੁਤ ਕੁਝ ਸਮਝਣਾ ਹੈ। ਕਿਉਂਕਿ ਜਿੱਦਾਂ ਦੱਸਿਆ, ਕੱਲ ਰਾਤ ਦਾ ਵੀ ਸਤਸੰਗ ਹੈ। ਸੋ ਕੋਸ਼ਿਸ਼ ਕਰੋਗੇ ਕੱਲ ਸ਼ਾਮ ਨੂੰ 8 ਵਜੇ ਤੋਂ ਪਹਿਲਾਂ ਦਰਬਾਰ 'ਤੇ ਪਹੁੰਚੀਏ, ਔਰ ਮਾਲਕ ਦੇ ਘਰ ਦੇ ਵਿੱਚ ਕੱਲ ਨੂੰ ਨੱਚ ਕੇ, ਗਾ ਕੇ, ਸਤਸੰਗ ਦਾ ਆਨੰਦ ਲੈ ਕੇ, ਯਾਨੀ ਖੁਸ਼ੀਆਂ ਦੇ ਨਾਲ ਅਸੀਂ ਸਾਲ ਦੀ ਸ਼ੁਰੂਆਤ ਕਰਨੀ ਹੈ। ਔਰ ਜਿੱਦਾਂ ਦੀ ਭਾਵਨਾ ਨਾਲ, ਜਿੱਦਾਂ ਦੀ એનર્ਜੀ ਨਾਲ ਅਸੀਂ ਸ਼ੁਰੂਆਤ ਕਰਦੇ ਹਾਂ ਨਾ, ਤਾਂ ਫਿਰ ਉਹ ਟਾਈਮ, ਆਉਣ ਵਾਲਾ ਸਮਾਂ ਵੀ ਫਿਰ ਉੱਦਾਂ ਦੇ ਰੰਗ 'ਚ ਹੀ ਰੰਗ ਜਾਂਦਾ ਹੈ। ਇਸ ਲਈ ਜੇ ਸਵੇਰੇ ਸਵੇਰੇ ਰੋਂਦੇ ਹੋਏ ਸ਼ੁਰੂਆਤ ਕਰੀਏ, ਸਾਰਾ ਦਿਨ ਰੋਂਦਿਆਂ ਨਿਕਲਦਾ ਫਿਰ। ਤਾਂ ਜੇ ਸਵੇਰੇ ਸਵੇਰੇ ਐਨ ਖੁਸ਼ੀ ਨਾਲ ਬੰਦਾ ਕਰੇ, ਤਾਂ ਫਿਰ ਸਾਰਾ ਦਿਨ ਉਹ ਖੁਸ਼ੀ ਹੁੰਦੀ ਹੈ। ਇਸ ਲਈ ਕੱਲ ਸ਼ਾਮ ਨੂੰ ਕੋਸ਼ਿਸ਼ ਕਰਨੀ ਹੈ ਕਿ ਅਸੀਂ ਸਤਸੰਗ 'ਚ ਪਹੁੰਚੀਏ, ਔਰ ਆਉਣ ਵਾਲੇ ਸਾਲ ਦੀ ਸ਼ੁਰੂਆਤ ਇੱਕ ਨਵੀਂ એનર્ਜੀ, ਨਵੀਂ ਊਰਜਾ, ਖੁਸ਼ੀ, ਆਨੰਦ, ਰਹਿਮਤ, ਬਰਕਤ, ਯਾਨੀ ਸਭ ਕੁਛ ਇੱਕ ਨਵੀਂ એનર્ਜੀ ਦੇ ਨਾਲ ਅਸੀਂ ਸਾਲ ਦੀ ਸ਼ੁਰੂਆਤ ਕਰਨੀ ਹੈ, ਤਾਂ ਕਿ ਸਾਡਾ ਪੂਰਾ ਸਾਲ ਹੀ એનર્ਜੀ ਨਾਲ, ਖੁਸ਼ੀਆਂ ਨਾਲ ਭਰਪੂਰ ਹੋਇਆ ਬੀਤੇ, ਔਰ ਕਹਿ ਸਕੀਏ ਕਿ ਵਾਕਈ ਇਹ ਸਾਲ ਆਇਆ ਸੀ ਤਾਂ ਬੜਾ ਆਨੰਦ ਲਿਆ ਸੀ। ਸਮਝ ਆ ਗਈ ਸਾਰਿਆਂ ਨੂੰ? ਸੋ ਕੋਸ਼ਿਸ਼ ਕਰਨੀ ਕੱਲ ਦੀ। ਔਰ ਆਓ ਫਿਰ ਹੁਣ ਕਹਿ ਦਿਓ, ਮੈਂ ਬਹੁਤ ਜ਼ਿਆਦਾ। ਹੱਸ ਕੇ ਦਿਖਾਓ ਫਿਰ। ਸੋ ਆਓ ਫਿਰ ਹੁਣ ਸਤਸੰਗ ਦਾ ਆਨੰਦ ਲਈਏ, ਔਰ ਮਾਲਕ ਦੀਆਂ ਰਹਿਮਤਾਂ ਪ੍ਰਾਪਤ ਕਰੀਏ। ਜੈ ਮਾਲਕਾਂ ਦੀ।
ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦਾ ਸਤਸੰਗ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੱਸਿਆ ਕਿ ਅੱਜ 30 ਤਰੀਕ ਹੈ, ਕੱਲ 31 ਹੈ ਔਰ ਪਰਸੋਂ ਸਨ 2022 ਦਾ ਪਹਿਲਾ ਦਿਨ ਹੈ, ਯਾਨੀ 1 ਜਨਵਰੀ। ਸੋ ਸਭ ਤੋਂ ਪਹਿਲਾਂ ਤਾਂ ਆਈ ਹੋਈ ਸਾਰੀ ਸੰਗਤ ਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਆਉਣ ਵਾਲਾ ਇਹ ਸਾਲ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ ਔਰ ਤੁਹਾਨੂੰ ਮਾਲਕ ਹਿੰਮਤ, ਹੌਸਲਾ, ਸਾਹਸ ਬਖਸ਼ਣ ਤਾਂ ਕਿ ਤੁਸੀਂ ਇਹ ਜੀਵਨ ਦਾ ਪੂਰਾ ਆਨੰਦ ਲੈ ਸਕੋ ਔਰ ਕਦੀ ਵੀ ਕਿਸੇ ਚੀਜ਼ ਦਾ ਡਰ, ਕੋਈ ਚਿੰਤਾ, ਕੋਈ ਫਿਕਰ ਨਾ ਤੁਹਾਨੂੰ ਰਵੇ। ਕਿਉਂਕਿ ਜਿਨ੍ਹਾਂ ਦਾ ਸਾਹਸ ਬੜਾ ਹੁੰਦਾ ਹੈ, ਜਿਨ੍ਹਾਂ ਦੀ ਹਿੰਮਤ ਬੜੀ ਹੁੰਦੀ ਹੈ, ਜਿਨ੍ਹਾਂ ਦਾ ਹੌਸਲਾ ਬੜਾ ਹੁੰਦਾ ਹੈ, ਫਿਰ ਹਮੇਸ਼ਾ ਅਸੀਂ ਦੱਸੀਦਾ ਹੈ ਕਿ ਬੜੇ ਸਾਹਸ ਵਾਲੇ, ਬੜੇ ਹਿੰਮਤ ਵਾਲੇ, ਬੜੇ ਵਿਸ਼ਵਾਸ ਵਾਲੇ ਛੋਟੀਆਂ ਪਰੇਸ਼ਾਨੀਆਂ ਤੋਂ ਡਰਦੇ ਨਹੀਂ ਹੈ। ਛੋਟੀਆਂ ਕਿ ਉਹਨਾਂ ਸਾਹਮਣੇ ਜੈਸੀ ਮਰਜ਼ੀ ਪਰੇਸ਼ਾਨੀ ਆ ਜਾਵੇ, ਉਹਨਾਂ ਸਾਹਮਣੇ ਜੈਸੇ ਮਰਜ਼ੀ ਹਾਲਾਤ ਆ ਜਾਣ, ਉਹ ਕਦੀ ਚਿੰਤਾ ਨਹੀਂ ਕਰਦੇ, ਕਦੀ ਫਿਕਰ ਨਹੀਂ ਕਰਦੇ। ਇਸੇ ਲਈ ਤਾਂ ਬਾਈਬਲ ਦੇ ਅੰਦਰ ਇੱਕ ਬੜੀ ਪਿਆਰੀ ਕਹਾਣੀ ਲਿਖੀ ਹੋਈ ਹੈ ਕਿ ਡੇਵਿਡ ਨਾਮ ਦਾ ਇੱਕ ਲੜਕਾ, ਕਹਿੰਦੇ ਇੱਕ ਬਹੁਤ ਬੜਾ ਰਾਖਸ਼ ਸੀ ਜੋ ਸਭ ਨੂੰ ਪਰੇਸ਼ਾਨ ਕਰ ਰਿਹਾ ਸੀ। ਤਾਂ ਜਿਸ ਵੇਲੇ ਉਹ ਰਾਖਸ਼ ਸਭ ਨੂੰ ਪਰੇਸ਼ਾਨ ਕਰ ਰਿਹਾ ਸੀ ਤਾਂ ਉਸ ਵੇਲੇ ਐਲਾਨ ਕੀਤਾ ਗਿਆ ਕਿ ਕੌਣ ਹੈ ਜੋ ਇਸ ਰਾਖਸ਼ ਨੂੰ ਖਤਮ ਕਰ ਦੇਵੇ। ਤਾਂ ਸਾਰੇ ਡਰ ਰਹੇ ਸੀ ਕਿ ਉਹਦੀ ਹਾਈਟ, ਉਹਦਾ ਕੱਦ ਰਾਖਸ਼ ਦਾ ਬਹੁਤ ਬੜਾ ਹੈ ਤਾਂ ਇਨਸਾਨ ਤਾਂ ਉਹਦੇ ਸਾਹਮਣੇ ਬੜਾ ਛੋਟਾ ਹੈ। ਪਰ ਉਸ ਵੇਲੇ ਕਹਿੰਦੇ ਕਿ ਡੇਵਿਡ ਨਾਮ ਦਾ ਇੱਕ ਨੌਜਵਾਨ ਉੱਠਿਆ ਜਿਹੜਾ ਕਿ ਰੱਬ ਤੇ ਵਿਸ਼ਵਾਸ ਕਰਨ ਵਾਲਾ ਸੀ, ਰੱਬ ਤੇ ਯਕੀਨ ਕਰਨ ਵਾਲਾ ਸੀ। ਉਹ ਉੱਠਿਆ ਔਰ ਉਸਨੇ ਕਿਹਾ ਕਿ ਮੈਂ ਕਰੂੰਗਾ ਉਸ ਰਾਖਸ਼ ਦਾ ਅੰਤ, ਮੈਂ ਕਰੂੰਗਾ ਉਸ ਰਾਖਸ਼ ਨੂੰ ਖਤਮ। ਤਾਂ ਜਦੋਂ ਦੇਖਿਆ, ਉਹਨੇ ਐਲਾਨ ਕੀਤਾ ਤਾਂ ਉਹਦੇ ਕੋਲ ਸੀਗਾ ਕੀ? ਕੋਈ ਹਥਿਆਰ ਨਹੀਂ ਸੀ, ਕੋਈ ਤੀਰ ਨਹੀਂ ਸੀ, ਕੋਈ ਤਲਵਾਰ ਨਹੀਂ ਸੀ। ਕੀ ਸੀ ਉਹਦੇ ਕੋਲ? ਸਿਰਫ ਉਹਦੇ ਕੋਲ ਇੱਕ ਗੁਲੇਲ ਸੀ। ਗੁਲੇਲ ਸਮਝਦੇ ਹੋ ਨਾ ਕਿ ਛੋਟੇ ਬੱਚੇ ਇੱਕ ਲੱਕੜ ਨੂੰ ਲੈ ਕੇ ਉਹਦੇ 'ਚ ਰੱਸੀ ਜੇ ਬੰਨ੍ਹ ਕੇ, ਪਲਾਸਟਿਕ ਬੰਨ੍ਹ ਕੇ ਗੁਲੇਲ ਬਣਾ ਲੈਂਦੇ ਹੈ। ਉਹਦੇ ਕੋਲ ਸਿਰਫ ਗੁਲੇਲ ਸੀ। ਔਰ ਦੱਸਿਆ ਜਾਂਦਾ ਹੈ ਕਿ ਜਿਸ ਵੇਲੇ ਉਹਦੀ ਗੁਲੇਲ ਦੇਖੀ ਤਾਂ ਲੋਕ ਹੱਸੇ, ਓਏ ਤੂੰ ਮਾਰਨਾ ਹੈ ਰਾਖਸ਼ ਨੂੰ, ਐਡੇ ਵੱਡੇ ਰਾਖਸ਼ ਨੂੰ ਜਿਹਦਾ ਮੁਕਾਬਲਾ ਬੜੇ ਯੋਧਾ ਕਰਨ ਤੋਂ ਡਰਦੇ ਹੈ। ਬੜੇ ਸਿਪਾਹੀ, ਬੜੇ ਯੋਧਾ ਜਿਹੜੇ ਹਥਿਆਰਾਂ ਨਾਲ ਲੈਸ ਹੈ, ਯਾਨੀ ਜਿਨ੍ਹਾਂ ਕੋਲ ਤੀਰ ਹੈ, ਤਲਵਾਰਾਂ ਹੈ, ਭਾਲੇ ਹੈ, ਨੇਜੇ ਹੈ, ਸਭ ਕੁਝ ਹੈ, ਉਹ ਉਹਦਾ ਮੁਕਾਬਲਾ ਕਰਨ ਤੋਂ ਡਰ ਰਹੇ ਹੈ। ਤਾਂ ਤੂੰ ਉਹਦਾ ਮੁਕਾਬਲਾ ਕਰਨਾ, ਉਹ ਵੀ ਆਪਣੀ ਛੋਟੀ ਜਿਹੀ ਗੁਲੇਲ ਦੇ ਨਾਲ। ਕਹਿੰਦੇ ਲੜਕਾ ਪਾਗਲ ਹੋ ਗਿਆ ਹੈ ਕਿ ਐਡੇ ਵੱਡੇ ਰਾਖਸ਼ ਦਾ ਸਾਹਮਣਾ ਕਿਹੜੀ ਚੀਜ਼ ਨਾਲ ਕਰਨ ਜਾ ਰਿਹਾ ਹੈ। ਪਰ ਜਿਸ ਵੇਲੇ ਉਹਨਾਂ ਲੋਕਾਂ ਨੇ ਮਜ਼ਾਕ ਉਡਾਇਆ ਤਾਂ ਉਸ ਵੇਲੇ ਡੇਵਿਡ ਨੇ ਇੱਕੋ ਹੀ ਗੱਲ ਕਹੀ, ਕਹਿੰਦੇ ਤੁਸੀਂ ਮਜ਼ਾਕ ਉਡਾ ਰਹੇ ਹੋ ਮੇਰੀ ਗੁਲੇਲ ਨੂੰ ਦੇਖ ਕੇ? ਤੁਹਾਨੂੰ ਮੇਰੀ ਗੁਲੇਲ ਤਾਂ ਨਜ਼ਰ ਆਉਂਦੀ ਹੈ, ਤੁਹਾਨੂੰ ਇਹ ਮੇਰੀ ਛੋਟੀ ਜਿਹੀ ਗੁਲੇਲ ਤਾਂ ਨਜ਼ਰ ਆਉਂਦੀ ਹੈ, ਪਰ ਮੇਰਾ ਆਪਣੇ ਪ੍ਰਮਾਤਮਾ ਦੇ ਪ੍ਰਤੀ ਜੋ ਵਿਸ਼ਵਾਸ ਹੈ ਉਹ ਤੁਹਾਨੂੰ ਨਜ਼ਰ ਨਹੀਂ ਆਉਂਦਾ। ਪਰ ਜਦੋਂ ਮੈਂ ਰਾਖਸ਼ ਨੂੰ ਮਾਰ ਕੇ ਆਉਂਗਾ ਫਿਰ ਤੁਸੀਂ ਦੇਖੋਗੇ ਜ਼ਰੂਰ ਕਿ ਵਿਸ਼ਵਾਸ ਕੀ ਕਰ ਸਕਦਾ ਹੈ, ਯਕੀਨ ਕੀ ਕਰ ਸਕਦਾ ਹੈ, ਭਰੋਸਾ ਕੀ ਕਰ ਸਕਦਾ ਹੈ। ਕਿਉਂਕਿ ਸਭ ਤੋਂ ਬੜੀ ਗੱਲ ਹੈ ਨਾ ਇੱਥੇ ਇਹ ਕਹਾਣੀ ਨੂੰ ਥੋੜਾ ਨਾਲ ਅਸੀਂ ਇਹ ਜੀਵਨ ਦੇ ਨਾਲ ਵੀ ਜੋੜਨਾ ਹੈ ਕਿ ਜੇ ਸਾਡੇ ਜੀਵਨ ਦੇ ਵਿੱਚ ਵੀ ਦੁੱਖਾਂ, ਮੁਸੀਬਤਾਂ, ਪਰੇਸ਼ਾਨੀਆਂ ਦੇ ਬੜੇ ਰਾਖਸ਼ ਹੋਣ, ਜਿਹਨੂੰ ਦੁਨੀਆ ਕਹਿੰਦੀ ਬਹੁਤ ਬੜਾ ਦੁੱਖ ਹੈ, ਬਹੁਤ ਬੜੀ ਪਰੇਸ਼ਾਨੀ ਹੈ, ਔਰ ਜੇ ਬੰਦੇ ਨੂੰ ਲੱਗੇ ਕਿ ਇਹ ਪਰੇਸ਼ਾਨੀ ਐਡੀ ਬੜੀ ਹੈ ਕਿ ਬੰਦਾ ਤੇ ਇਹਦੇ ਸਾਹਮਣੇ ਬੋਨਾ ਹੈ, ਬੋਨਾ ਮਤਲਬ ਛੋਟਾ ਹੈ, ਪਰੇਸ਼ਾਨੀ ਬੜੀ ਤਾਂ ਬੰਦਾ ਬੜਾ ਛੋਟਾ ਹੈ, ਤਾਂ ਉੱਥੇ ਵਿਸ਼ਵਾਸ ਕਿਹਦੇ ਵਰਗਾ ਚਾਹੀਦਾ ਹੈ? ਡੇਵਿਡ ਵਰਗਾ, ਉਹ ਨੌਜਵਾਨ ਵਰਗਾ ਕਿ ਠੀਕ ਹੈ ਤੁਹਾਨੂੰ ਉਹ ਬੜਾ ਰਾਖਸ਼ ਨਜ਼ਰ ਆਉਂਦਾ ਹੈ, ਮੇਰੀ ਛੋਟੀ ਗੁਲੇਲ ਨਜ਼ਰ ਆਉਂਦੀ ਹੈ, ਪਰ ਜਿਹੜਾ ਮੇਰਾ ਆਪਣੇ ਰੱਬ ਦੇ ਪ੍ਰਤੀ, ਆਪਣੇ ਗॉड ਦੇ ਪ੍ਰਤੀ, ਆਪਣੇ ਪ੍ਰਭੂ ਦੇ ਪ੍ਰਤੀ ਵਿਸ਼ਵਾਸ ਹੈ ਔਰ ਜੋ ਮੇਰੀ ਹਿੰਮਤ ਹੈ ਤੁਹਾਨੂੰ ਨਜ਼ਰ ਨਹੀਂ ਆਉਂਦੀ। ਪਰ ਜਦੋਂ ਮੈਂ ਜਿੱਤ ਕੇ ਆਉਂਗਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਹਿੰਮਤ ਔਰ ਵਿਸ਼ਵਾਸ ਕੀ ਕਰ ਸਕਦਾ ਹੈ। ਔਰ ਵਾਕਈ ਫਿਰ ਡੇਵਿਡ ਗਿਆ ਵੀ ਔਰ ਜਾ ਕੇ ਆਪਣੀ ਗੁਲੇਲ ਦੇ ਨਾਲ ਹੀ, ਕਿਉਂਕਿ ਜਦੋਂ ਪੱਥਰ ਗੁਲੇਲ ਤੇ ਲੈ ਕੇ ਖਿੱਚ ਕੇ ਮਾਰਨ ਲੱਗਾ ਤਾਂ ਉਸ ਵੇਲੇ ਉਹਨੇ ਇੱਕੋ ਹੀ ਗੱਲ ਕਹੀ ਕਿ ਐ ਪ੍ਰਭੂ, ਐ ਪ੍ਰਮਾਤਮਾ, ਇਹ ਰਾਖਸ਼ ਬਹੁਤ ਬੜਾ ਲੋਕਾਂ ਨੂੰ ਨਜ਼ਰ ਆ ਰਿਹਾ ਹੈ ਔਰ ਇਹਦੇ ਸਾਹਮਣੇ ਮੇਰਾ ਪੱਥਰ ਬਹੁਤ ਛੋਟਾ ਹੈ, ਪਰ ਮੈਂ ਪੱਥਰ ਨਹੀਂ ਉਛਾਲ ਰਿਹਾ, ਮੈਂ ਆਪਣਾ ਵਿਸ਼ਵਾਸ, ਆਪਣਾ ਯਕੀਨ ਭੇਜ ਰਿਹਾ ਹਾਂ ਕਿ ਮੈਨੂੰ ਯਕੀਨ ਹੈ ਇਹ ਪੱਥਰ ਰਾਖਸ਼ ਨੂੰ ਖਤਮ ਜ਼ਰੂਰ ਕਰੇਗਾ, ਕਿਉਂਕਿ ਛੋਟਾ ਜਿਹਾ ਪੱਥਰ ਨਹੀਂ ਹੈ, ਇਹ ਮੇਰਾ ਬਹੁਤ ਬੜਾ ਵਿਸ਼ਵਾਸ ਹੈ ਔਰ ਤੇਰੀ ਰਹਿਮਤ ਹੈ। ਔਰ ਵਾਕਈ
ਉਹ ਪਵਿੱਤਰ ਗ੍ਰੰਥ ਵਿੱਚ ਦੇਖੋ ਲਿਖਿਆ ਹੈ, ਕਿਉਂਕਿ ਗੁਰੂਆਂ ਦੀ ਬਾਣੀ ਹੋਵੇ ਜਾਂ ਕੁਰਾਨ ਸ਼ਰੀਫ ਹੋਵੇ ਜਾਂ ਗੀਤਾ ਹੋਵੇ ਜਾਂ ਪਵਿੱਤਰ ਬਾਈਬਲ ਹੋਵੇ, ਇਹ ਸਾਰੇ ਗ੍ਰੰਥ ਹੈ ਤਾਂ ਰੱਬ ਦੇ ਪਿਆਰਿਆਂ ਦੇ ਪਵਿੱਤਰ ਗ੍ਰੰਥ ਹੈ, ਚਾਹੇ ਵੇਦ ਸ਼ਾਸਤਰ। ਹੁਣ ਉਹਨਾਂ ਅੰਦਰ ਕੁਝ ਘਟਨਾਵਾਂ ਇੱਦਾਂ ਦੀਆਂ ਲਿਖੀਆਂ ਹੋਈਆਂ ਹੈ ਕਿ ਅਗਰ ਅਸੀਂ ਉਹਨਾਂ ਨੂੰ ਸਮਝ ਲਈਏ ਤਾਂ ਉਹ ਘਟਨਾਵਾਂ ਸਾਨੂੰ ਸਿੱਖਿਆ ਦੇਣ ਵਾਸਤੇ ਹੈ, ਸਾਨੂੰ ਸਮਝਾਉਣ ਵਾਸਤੇ ਹੈ। ਹੁਣ ਜੇ ਬੰਦਾ ਉੱਥੇ ਕੁਐਸਚਨ ਕਰੇ ਕਿ ਲੈ ਵੀ ਐਡਾ ਵੱਡਾ ਰਾਖਸ਼ ਹੋ ਸਕਦਾ ਹੈ, ਇਹ ਕਹਿੰਦੇ ਛੱਡੋ, ਚਲੋ ਇਹ ਗੱਲ ਨਾ ਮੰਨੋ ਕਿ ਰਾਖਸ਼, ਪਰ ਇਹ ਤਾਂ ਹੈ ਨਾ ਕਿ ਜੀਵਨ 'ਚ ਦੁੱਖਾਂ ਦੇ ਰਾਖਸ਼ ਬੜੇ ਬੜੇ ਹੈ, ਪਰੇਸ਼ਾਨੀਆਂ ਦੇ ਰਾਖਸ਼ ਬੜੇ ਬੜੇ ਹੈ। ਔਰ ਉੱਥੇ ਵੀ ਅਸੀਂ ਜੋ ਨਾ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਤੇ ਬਿਮਾਰੀਆਂ ਦੇ ਰਾਖਸ਼ਾਂ ਨੂੰ ਮਾਰਨਾ ਹੈ, ਤਾਂ ਸਾਨੂੰ ਉੱਥੇ ਵੀ ਉਹ ਵਿਸ਼ਵਾਸ ਦਾ, ਜਿੱਦਾਂ ਕਹਿੰਦੇ ਨਾ ਗੁਲੇਲ ਤਿਆਰ ਕਰਨੀ ਪਏਗੀ, ਔਰ ਆਪਣੇ ਮਾਲਿਕ ਦੀ ਰਹਿਮਤ, ਆਪਣੇ ਮਾਲਿਕ ਦੇ ਵਿਸ਼ਵਾਸ ਨੂੰ ਆਪਣੇ ਦੁੱਖਾਂ ਰੂਪੀ ਰਾਖਸ਼ ਦੀ ਤਰਫ ਉਛਾਲਣਾ ਪਏਗਾ ਕਿ ਮੇਰਾ ਵਿਸ਼ਵਾਸ ਜਾ ਰਿਹਾ ਹੈ, ਮਾਲਿਕ ਦੀ ਰਹਿਮਤ ਜਾ ਰਹੀ ਹੈ, ਔਰ ਮੇਰੇ ਰਸਤੇ 'ਚ ਆਉਣ ਵਾਲੇ ਹਰ ਦੁੱਖ ਨੂੰ, ਹਰ ਪਰੇਸ਼ਾਨੀ ਨੂੰ, ਹਰ ਤਕਲੀਫ ਨੂੰ ਇਹ ਜ਼ਰੂਰ ਖਤਮ ਕਰੇਗੀ। ਕਿਉਂਕਿ ਇਹ ਵਿਸ਼ਵਾਸ, ਇਹ ਯਕੀਨ ਜਦੋਂ ਅਸੀਂ ਆਪਣੀਆਂ ਪਰੇਸ਼ਾਨੀਆਂ ਵੱਲ ਉਛਾਲ ਦਿੰਦੇ ਹਾਂ, ਆਪਣੀਆਂ ਮੁਸ਼ਕਿਲਾਂ ਵੱਲ ਉਛਾਲ ਦਿੰਦੇ ਹਾਂ, ਤਾਂ ਫਿਰ ਇਹਦਾ ਅਸਰ ਹੋ ਕੇ ਵੀ ਰਹਿੰਦਾ ਹੈ ਕਿ ਰਸਤੇ 'ਚ ਆਉਣ ਵਾਲੀ ਹਰ ਮੁਸ਼ਕਿਲ, ਹਰ ਪਰੇਸ਼ਾਨੀ ਖਤਮ ਹੁੰਦੀ ਚਲੀ ਜਾਂਦੀ ਹੈ ਜਦੋਂ ਇਨਸਾਨ ਆਪਣੇ ਪਿਆਰ ਨੂੰ, ਆਪਣੇ ਵਿਸ਼ਵਾਸ ਨੂੰ ਪੂਰੇ ਯਕੀਨ ਦੇ ਨਾਲ ਉਛਾਲਦਾ ਹੈ। ਉਛਾਲਣ ਦਾ ਮਤਲਬ ਹੈ ਕਿ ਮੈਨੂੰ ਯਕੀਨ ਹੈ ਕਿ ਮੇਰੇ ਜੀਵਨ ਦੇ ਇਹ ਦੁੱਖ ਦਾ ਅੰਤ ਹੋਏਗਾ, ਕਿਉਂਕਿ ਰਾਖਸ਼ ਜਿੱਡਾ ਮਰਜ਼ੀ ਬੜਾ ਹੋਵੇ, ਪਰ ਜੇ ਤੁਹਾਡਾ ਵਿਸ਼ਵਾਸ ਬੜਾ ਹੈ ਨਾ, ਤਾਂ ਬੜੇ ਤੋਂ ਬੜੇ ਦੁੱਖਾਂ ਦੇ ਰਾਖਸ਼ ਨੂੰ ਵੀ ਉਹ ਖਤਮ ਕਰ ਦਿੰਦਾ ਹੈ। ਜਦੋਂ ਰਾਖਸ਼ ਦਾ ਅੰਤ ਹੋਇਆ ਤਾਂ ਜਿਹੜੀ ਦੁਨੀਆ ਉਹਦਾ ਮਜ਼ਾਕ ਉਡਾ ਰਹੀ ਸੀ, ਵਾਕਈ ਉਹਨਾਂ ਨੇ ਦੇਖ ਲਿਆ ਕਿ ਇੱਕ ਵਿਸ਼ਵਾਸ ਆਪਣੇ ਪ੍ਰਭੂ ਤੇ, ਆਪਣੇ ਪ੍ਰਮਾਤਮਾ ਤੇ ਰੱਖਿਆ ਯਕੀਨ ਅਸੰਭਵ ਨੂੰ ਸੰਭਵ ਕਰ ਦਿੰਦਾ ਹੈ। ਇਸ ਲਈ ਹੁਣ ਤੁਸੀਂ ਵੀ ਇਸ ਕਹਾਣੀ ਤੋਂ ਇਹ ਸਿੱਖਿਆ ਲੈਣੀ ਹੈ ਕਿ ਆਉਣ ਵਾਲਾ ਜੋ ਮੇਰਾ ਜੀਵਨ ਹੈ, ਆਉਣ ਵਾਲੀ ਜੋ ਮੇਰੀ ਜ਼ਿੰਦਗੀ ਹੈ, ਇਹ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ, ਕਿਸੇ ਵੀ ਦੁੱਖ ਤਕਲੀਫ ਪਰੇਸ਼ਾਨੀ ਦੇ ਰਾਖਸ਼ ਦਾ ਸਾਹਮਣਾ ਮੈਨੂੰ ਕਰਨਾ ਪੈ ਸਕਦਾ ਹੈ। ਕਿਉਂਕਿ ਦੇਖੋ ਜ਼ਿੰਦਗੀ ਹੈ, ਸਮਝਦੇ ਹੋ ਨਹੀਂ? ਜਿੱਦਾਂ ਸਮਝ ਲਓ ਕਿ ਬੰਦਾ ਗੱਡੀ ਲੈ ਕੇ ਨਿਕਲਦਾ ਹੈ, ਜੇ ਸਫ਼ਰ ਹੈ ਤਾਂ ਸਫ਼ਰ ਦੇ ਵਿੱਚ ਭੀੜ ਵੀ ਆਣੀ ਹੈ, ਰਸਤੇ 'ਚ ਕਈ ਜਗ੍ਹਾ ਟ੍ਰੈਫਿਕ ਵੀ ਆਣੀ ਹੈ, ਰੈੱਡ ਲਾਈਟਾਂ ਵੀ ਆਣੀਆਂ ਹੈ, ਹਾਲਾਤ ਕਈ ਤਰ੍ਹਾਂ ਦੇ ਆਣੇ। ਤਾਂ ਜੇ ਬੰਦਾ ਸੋਚੇ ਕਿ ਮੈਂ ਗੱਡੀ ਲੈ ਕੇ ਜਾ ਰਿਹਾ ਤਾਂ ਮੈਨੂੰ ਰਸਤਾ ਖਾਲੀ ਮਿਲਣਾ ਆ, ਕੋਈ ਰਸਤੇ 'ਚ ਗੱਡੀ ਮਿਲਣੀ ਨਹੀਂ ਹੈ, ਰਸਤਾ ਸਾਫ਼ ਹੀ ਮਿਲਣਾ, ਤਾਂ ਨਹੀਂ, ਰਸਤੇ 'ਚ ਕਈ ਤਰ੍ਹਾਂ ਦੇ ਹਾਲਾਤ ਆ ਸਕਦੇ ਹੈ। ਪਰ ਉੱਥੇ ਅਸੀਂ ਕਿਹੜੀ ਚੀਜ਼ ਨੂੰ ਨਾਲ ਲੈ ਕੇ ਚੱਲਣਾ ਹੈ? ਉੱਥੇ ਅਸੀਂ ਆਪਣੇ ਮਾਲਿਕ ਦੇ ਵਿਸ਼ਵਾਸ ਨੂੰ, ਆਪਣੀ ਹਿੰਮਤ ਨੂੰ, ਆਪਣੇ ਹੌਸਲੇ ਨੂੰ ਨਾਲ ਲੈ ਕੇ ਚੱਲਣਾ ਹੈ, ਔਰ ਇਹ ਮਹਿਸੂਸ ਕਰਨਾ ਹੈ ਕਿ ਮੈਂ ਇਕੱਲਾ ਨਹੀਂ ਜਾ ਰਿਹਾ, ਮੇਰੇ ਮਾਲਿਕ ਦੀ ਰਹਿਮਤ ਹਰ ਕਦਮ ਤੇ ਮੇਰੇ ਨਾਲ ਜਾ ਰਹੀ ਹੈ। ਜਦੋਂ ਇਦਾਂ ਦੀ ਭਾਵਨਾ ਲੈ ਕੇ ਇਨਸਾਨ ਚੱਲਦਾ ਹੈ ਤਾਂ ਫਿਰ ਇਨਸਾਨ ਇਸ ਤਰ੍ਹਾਂ ਕਦਮ ਵਧਾਉਂਦਾ ਹੈ ਕਿ ਉਹਨੂੰ ਇੱਕ ਇਹ ਯਕੀਨ ਹੁੰਦਾ ਹੈ ਕਿ ਜੇ ਮੇਰੇ ਰਸਤੇ 'ਚ ਮਾੜੀ ਮੋਟੀ ਪ੍ਰੋਬਲਮ ਆਏ ਵੀ ਤਾਂ ਮੇਰਾ ਮਾਲਿਕ ਮੇਰੇ ਨਾਲ ਹੈ। ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਤੇ ਕਿ ਉਹਨਾਂ ਮੈਨੂੰ ਹਰ ਮੁਸ਼ਕਿਲ ਤੋਂ, ਹਰ ਪ੍ਰੋਬਲਮ ਚੋਂ ਬਚਾਉਂਦਾ ਹੋਇਆ, ਹਰ ਭੀੜ ਚੋਂ ਕੱਢਦਾ ਹੋਇਆ ਸਹੀ ਸਲਾਮਤ ਮੰਜ਼ਿਲ ਤੱਕ ਲੈ ਜਾਣਾ ਹੈ। ਇਹਨੂੰ ਕਹਿੰਦੇ ਯਕੀਨ। ਇਸ ਲਈ ਜਿਹੜਾ ਪਹਿਲਾਂ ਹੀ ਆਪਣੀ ਮਾਈਂਡ ਨੂੰ ਇਦਾਂ ਤਿਆਰ ਕਰਕੇ ਤੁਰ ਪੈਂਦਾ ਹੈ ਨਾ, ਉਹ ਫਿਰ ਇਨਸਾਨ ਮੁਸ਼ਕਿਲਾਂ ਤੋਂ ਨਹੀਂ ਡਰਦਾ। ਤਾਂ ਜਿਹੜਾ ਪਹਿਲਾਂ ਹੀ ਸੋਚ ਕੇ ਚਲੇ ਕਿ ਰਸਤੇ 'ਚ ਮੁਸ਼ਕਿਲ ਆਣੀ ਨਹੀਂ ਹੈ, ਰਸਤੇ 'ਚ ਪਰੇਸ਼ਾਨੀ ਆਣੀ ਨਹੀਂ ਹੈ, ਮੈਨੂੰ ਕੋਈ ਮੁਸ਼ਕਿਲ ਮਿਲੇ ਹੀ ਨਾ, ਮੈਨੂੰ ਕੋਈ ਪਰੇਸ਼ਾਨੀ ਮਿਲੇ ਹੀ ਨਾ, ਕੋਈ ਟ੍ਰੈਫਿਕ ਮਿਲੇ ਹੀ ਨਾ, ਉਹ ਮਾੜੀ ਜਿਹੀ ਟ੍ਰੈਫਿਕ ਦੇਖ, ਓਹੋ ਮੈਂ ਤਾਂ ਕਿਹਾ ਸੀ ਮਿਲੇ ਨਾ, ਕਿੱਦਾਂ ਆ ਗਈ ਅੱਗੇ, ਉਹ ਪਹਿਲਾਂ ਹੀ ਘਬਰਾ ਜਾਏਗਾ। ਸਮਝਦੇ ਹੋ ਕਿ ਨਹੀਂ? ਇਸ ਲਈ ਕਹਿੰਦੇ ਕਿ ਆਪਣੇ ਮਾਈਂਡ ਨੂੰ ਇਦਾਂ ਤਿਆਰ ਰੱਖੋ ਕਿ ਮੈਨੂੰ ਆਪਣੇ ਮਾਲਿਕ ਤੇ ਇੰਨਾ ਯਕੀਨ ਹੈ ਕਿ ਮੈਂ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਵਾਸਤੇ ਹਰ ਵੇਲੇ ਰੈਡੀ ਹਾਂ, ਹਰ ਵੇਲੇ ਤਿਆਰ ਹੈ, ਕਿਉਂਕਿ ਮੈਂ ਉਹ ਮਾਲਿਕ ਦਾ ਪਿਆਰਾ ਹਾਂ। ਆਪਣੇ ਮਾਲਿਕ ਨਾਲ ਪਿਆਰ ਕਰਨ ਵਾਲਾ, ਮੈਂ ਹਾਲਾਤਾਂ ਤੋਂ ਡਰਨ ਵਾਲਾ ਨਹੀਂ ਹਾਂ, ਮੈਂ ਕਿਸੇ ਮੁਸ਼ਕਿਲ ਤੋਂ ਡਰਨ ਵਾਲਾ ਨਹੀਂ ਹਾਂ, ਮੈਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਵਾਸਤੇ ਤਿਆਰ ਹਾਂ। ਇਸ ਲਈ ਕਦੇ ਵੀ ਕਿਸੇ ਸਿਚੁਏਸ਼ਨ ਦੇ ਡਰ ਨੂੰ ਆਪਣੇ ਉੱਪਰ ਹਾਵੀ ਕਹਿ ਦਿਓ ਨਾ ਹੋਣ ਦਿਓ। ਜਿਹਦਾ ਇੱਕ ਛੋਟੀ ਜਿਹੀ ਕਹਾਣੀ ਸਤਸੰਗ 'ਚ ਦੱਸੀ ਦੀ ਅਸੀਂ ਇੱਥੇ ਵੀ ਦੱਸਣਾ ਚਾਹਾਂਗੇ ਕਿ ਇੱਕ ਨਾ ਕਿਸਾਨ ਸੀ, ਇੱਕ ਕਿਸਾਨ, ਉਹ ਹਮੇਸ਼ਾ ਸਵੇਰੇ ਆਪਣੇ ਖੇਤ ਨੂੰ ਚਲਾ ਜਾਂਦਾ ਸੀ, ਖੇਤ 'ਚ ਕੰਮ ਕਰਕੇ ਸ਼ਾਮ ਨੂੰ ਵਾਪਸ ਆਉਂਦਾ ਸੀ। ਤਾਂ ਉਸੇ ਰਸਤੇ ਵਿੱਚ, ਜਿਸ ਪਗਡੰਡੀ ਤੋਂ ਦੀ ਕਿਸਾਨ ਆਪਣੇ ਘਰ ਨੂੰ ਆਉਂਦਾ ਸੀ, ਆਪਣੇ ਖੇਤ ਨੂੰ ਜਾਂਦਾ ਸੀ, ਉਸੇ ਪਗਡੰਡੀ ਦੇ ਕਿਨਾਰੇ ਨਾ ਕੁਝ ਚੂਹੇ ਵੀ ਰਹਿੰਦੇ ਸੀ ਤੇ ਇੱਕ ਸੱਪ ਵੀ ਰਹਿੰਦਾ ਸੀ। ਕਿਉਂਕਿ ਜਿੱਥੇ ਚੂਹੇ ਹੋਣੇ ਉੱਥੇ ਲਾਗੇ ਛਾਗੇ ਸੱਪ ਵੀ ਹੋਣਾ, ਕਿਉਂਕਿ ਸੱਪ ਖੁਰਾਕ ਹੈ, ਯਾਨੀ ਚੂਹਿਆਂ ਨੂੰ ਖਾਂਦਾ ਹੈ, ਚੂਹੇ ਉਹਦੀ ਖੁਰਾਕ ਹੈ।
ਸੋ ਇੱਕ ਦਿਨ ਉਹ ਕਿਸਾਨ ਸ਼ਾਮ ਨੂੰ ਖੇਤ ਤੋਂ ਘਰ ਨੂੰ ਜਾ ਰਿਹਾ ਸੀ। ਜਦੋਂ ਘਰ ਨੂੰ ਜਾ ਰਿਹਾ ਹੈ ਪਗਡੰਡੀ ਤੇ ਬੜੀ ਤੇਜ਼ੀ ਨਾਲ ਜਾ ਰਿਹਾ ਹੈ ਤਾਂ ਇੱਕ ਸੱਪ ਚੂਹੇ ਦੇ ਪਿੱਛੇ ਜਾ ਰਿਹਾ ਸੀ, ਚੂਹੇ ਨੂੰ ਖਾਣ ਵਾਸਤੇ। ਹੁਣ ਜਦੋਂ ਕਿਸਾਨ ਤੇਜ਼ੀ ਨਾਲ ਜਾ ਰਿਹਾ ਕਿ ਅਚਾਨਕ ਕਿਸਾਨ ਦਾ ਜਿਹੜਾ ਪੈਰ ਸੱਪ ਦੀ ਪੂਛ ਤੇ ਪੈ ਗਿਆ। ਜਦੋਂ ਸੱਪ ਦੀ ਪੂਛ ਤੇ ਪਿਆ, ਸੱਪ ਨੇ ਮਾਰਿਆ ਡੰਗ। ਜਦੋਂ ਸੱਪ ਨੇ ਡੰਗ ਮਾਰਿਆ ਤਾਂ ਜਿੱਦਾਂ ਦੱਸਿਆ ਪਗਡੰਡੀ ਦਾ ਮਤਲਬ ਛੋਟੀ ਜਿਹੀ ਪਗਡੰਡੀ, ਇੱਧਰ ਵੀ ਘਾਹ ਉੱਧਰ ਵੀ ਘਾਹ। ਜਦੋਂ ਉਹਨੇ ਡੰਗ ਮਾਰਿਆ ਸੱਪ ਨੇ, ਕਿਸਾਨ ਨੇ ਥੱਲੇ ਦੇਖਿਆ ਤਾਂ ਚੂਹਾ ਦੌੜਿਆ ਜਾ ਰਿਹਾ ਸੀ, ਕਿਉਂਕਿ ਚੂਹੇ ਮਗਰ ਹੀ ਉਹ ਸੱਪ ਜਾ ਰਿਹਾ ਸੀ। ਹੁਣ ਡੰਗ ਮਾਰਿਆ ਸੱਪ ਨੇ, ਪਰ ਕਿਸਾਨ ਨੂੰ ਕੀ ਦਿਸਿਆ? ਚੂਹਾ। ਚੂਹਾ ਦੌੜਿਆ ਜਾ ਰਿਹਾ ਹੈ। ਕਿਸਾਨ ਕਹਿੰਦਾ ਅੱਛਾ ਚੂਹਾ ਹੀ ਲੜਿਆ ਹੈ, ਯਾਨੀ ਚੂਹੇ ਨੇ ਦੰਦੀ ਵੱਢੀ ਹੈ। ਔਰ ਚੂਹੇ ਨਾਲ ਦੰਦੀ ਵੱਢੀ ਤੇ ਅੱਜ ਤੱਕ ਕੋਈ ਮਰਿਆ ਨਹੀਂ, ਇਸ ਲਈ ਕਿਸਾਨ ਆਰਾਮ ਨਾਲ ਘਰ ਚਲਾ ਗਿਆ। ਉਹ ਪੂਰਾ ਦਿਨ ਗੁਜ਼ਰ ਗਿਆ, ਪੂਰਾ ਹਫਤਾ ਗੁਜ਼ਰ ਗਿਆ, ਮਹੀਨਾ ਗੁਜ਼ਰ ਗਿਆ। ਕਿਸਾਨ ਚੰਗਾ ਭਲਾ ਹੈ, ਕਿਉਂਕਿ ਅੰਦਰ ਕੀ ਸੋਚ ਸੀ ਕਿ ਡੰਗ ਕੇ ਨਾ ਮਾਰਿਆ ਹੈ ਚੂਹੇ ਨੇ। ਫਿਰ ਇਸੇ ਤਰ੍ਹਾਂ 3-4 ਮਹੀਨੇ ਜਦੋਂ ਗੁਜ਼ਰ ਗਏ, ਇੱਕ ਦਿਨ ਫਿਰ ਉਹ ਕਿਸਾਨ ਇਸੇ ਤਰ੍ਹਾਂ ਆਪਣੇ ਖੇਤ ਤੋਂ ਵਾਪਸ ਜਾ ਰਿਹਾ ਸੀ ਸ਼ਾਮ ਦਾ ਸਮਾਂ। ਔਰ ਅੱਜ ਵੀ ਉਹੀ ਸਿਚੁਏਸ਼ਨ ਸੀ, ਅੱਜ ਵੀ ਉਹੀ ਸਿਚੁਏਸ਼ਨ ਕਿ ਅੱਜ ਵੀ ਸੱਪ ਚੂਹੇ ਮਗਰ ਜਾ ਰਿਹਾ ਹੈ, ਅੱਜ ਵੀ ਚੂਹੇ ਮਗਰ ਜਾ ਰਿਹਾ ਹੈ। ਇਸ ਵਾਰ ਜਦੋਂ ਕਿਸਾਨ ਜਾ ਰਿਹਾ ਹੈ ਤਾਂ ਚੂਹਾ ਲੁੱਕ ਕੇ ਬੈਠਾ ਸੀ, ਕਿਤੇ ਕਿਸਾਨ ਦਾ ਪੈਰ ਚੂਹੇ ਤੇ ਪਿਆ, ਚੂਹੇ ਨੇ ਦੰਦੀ ਵੱਢਤੀ। ਇਸ ਵਾਰ ਦੰਦੀ ਨਾ ਵੱਡੀ ਚੂਹੇ ਨਾਲ, ਕਿਉਂਕਿ ਉੱਤੇ ਮਾੜਾ ਜਿਹਾ ਪੈਰ ਲੱਗਾ ਨਾ, ਪੂਛ ਤੇ ਪੈਰ ਪਿਆ ਤਾਂ ਚੂਹੇ ਨੇ ਮੁੱਚ ਮਾਰਿਆ। ਕਿਸਾਨ ਨੇ ਫਿਰ ਦੇਖਿਆ ਤਾਂ ਇਸ ਵਾਰ ਨਜ਼ਰ ਕੀ ਆਇਆ ਕਿਸਾਨ ਨੂੰ? ਸੱਪ। ਕਿਉਂਕਿ ਚੂਹੇ ਨੇ ਦੰਦੀ ਵੱਢ ਕੇ ਦੌੜ ਗਿਆ, ਸੱਪ ਉਹਦੇ ਮਗਰ ਜਾ ਰਿਹਾ ਸੀ। ਜਿੱਦਾਂ ਹੀ ਕਿਸਾਨ ਨੇ ਸੱਪ ਦੇਖਿਆ, ਸੱਪ ਇਸ ਵਾਰ ਕੋਲ ਵੀ ਨਹੀਂ ਆਇਆ ਸੀ। ਸੱਪ ਨੇ ਯਾਨੀ ਸੱਪ ਦਾ ਸਪਰਸ਼ ਵੀ ਨਹੀਂ ਹੋਇਆ ਕਿਸਾਨ ਨੂੰ, ਬਸ ਨਜ਼ਰ ਹੀ ਆਇਆ ਕਿ ਸੱਪ। ਔਰ ਜਦੋਂ ਦੰਦੀ ਚੂਹੇ ਨੇ ਵੱਡੀ, ਨਜ਼ਰ ਸੱਪ ਆਇਆ ਤਾਂ ਮਨ ਦੇ ਵਿੱਚ ਸੋਚ ਕੀ ਆ ਗਈ ਕਿ ਮੇਰੇ ਸੱਪ ਲੜਿਆ ਹੈ, ਸੱਪ ਨੇ ਮੈਨੂੰ ਡਸ ਲਿਆ ਹੈ। ਜਦੋਂ ਦੇਖਿਆ ਸੱਪ ਤਾਂ ਕਹਿੰਦੇ ਕਿਸਾਨ ਉੱਥੇ ਦਿਲ ਫੜ ਕੇ ਡਿੱਗ ਪਿਆ। ਔਰ ਥੋੜੀ ਦੇਰ 'ਚ ਹੀ ਉਹਦੀ ਕੀ ਹੋ ਗਈ? ਮੌਤ। ਫਿਰ ਕਹਿੰਦੇ ਉਹਦਾ ਪੋਸਟਮਾਰਟਮ ਹੋਇਆ। ਜਦੋਂ ਪੋਸਟਮਾਰਟਮ ਹੋਇਆ ਤਾਂ ਰਿਪੋਰਟ ਵਿੱਚ ਕੀ ਆਇਆ ਕਿ ਜ਼ਹਿਰ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ, ਕਿਉਂਕਿ ਜ਼ਹਿਰ ਦਾ ਨਾਮੋ ਨਿਸ਼ਾਨ ਤਾਂ ਹੁੰਦਾ ਜੇ ਸੱਪ ਨੇ ਡੰਗ ਮਾਰਿਆ ਹੁੰਦਾ। ਰਿਪੋਰਟ ਵਿੱਚ ਕੀ ਆਇਆ? ਕਿਉਂਕਿ ਜਿੱਦਾਂ ਹੀ ਉਹਨੇ ਦੇਖਿਆ ਸੱਪ, ਕਿਹਨੂੰ ਫੜਿਆ? ਆਪਣੇ ਦਿਲ ਨੂੰ। ਹਾਏ ਮੇਰੇ ਸੱਪ ਲੜ ਗਿਆ। ਇਹ ਡਰ ਨੇ ਹੀ ਇਹ ਅਸਰ ਕੀਤਾ ਕਿ ਉਹਨੂੰ ਹਾਰਟ ਅਟੈਕ ਹੋ ਗਿਆ। ਉਹਨੂੰ ਅਟੈਕ ਹੋ ਗਿਆ, ਹਾਰਟ ਅਟੈਕ। ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਔਰ ਜਿਹਦੇ ਨਾਲ ਉਹਦੀ ਮੌਤ ਹੋ ਗਈ। ਤਾਂ ਪੋਸਟਮਾਰਟਮ ਵਿੱਚ ਆਇਆ ਕਿ ਦਿਲ ਦਾ ਦੌਰਾ ਪੈਣ ਨਾਲ ਇਹਦੀ ਮੌਤ ਹੋਈ ਹੈ, ਸੱਪ ਦੇ ਲੜਨ ਨਾਲ ਨਹੀਂ। ਸੋ ਇਸ ਕਹਾਣੀ ਤੋਂ ਕੀ ਪਤਾ ਲੱਗਦਾ ਹੈ? ਹੁਣ ਬੰਦਾ ਸੋਚੇ ਇਹ ਕਹਾਣੀ ਸੱਚੀ ਜਾਂ ਝੂਠੀ। ਇਹ ਕਹਾਣੀ ਅਸੀਂ ਨਾ ਸੱਚੀ ਕਹਿ ਸਕਦੇ ਨਾ ਝੂਠੀ, ਇਹ ਸਿਰਫ ਸਾਨੂੰ ਗਿਆਨ ਦੇਣ ਵਾਸਤੇ ਹੈ। ਹੁਣ ਉਹ ਬੰਦੇ ਦੀ, ਕਿਸਾਨ ਦੀ ਮੌਤ ਦਾ ਕਾਰਨ ਕੀ ਸੀ? ਸੱਪ ਸੀ। ਜੇ ਸੱਪ ਹੁੰਦਾ ਉਹਦੀ ਮੌਤ ਦਾ ਕਾਰਨ, ਤਾਂ ਫਿਰ ਸੱਪ ਤਾਂ 3 ਮਹੀਨੇ ਪਹਿਲਾਂ ਵੀ ਲੜਿਆ ਸੀ, ਉਦੋਂ ਕਿਉਂ ਨਹੀਂ ਮਰਿਆ ਉਹ? ਜਵਾਬ ਦੇਣਾ ਸਾਨੂੰ, ਉਦੋਂ ਕਿਉਂ ਨਹੀਂ ਮਰਿਆ? ਕਿਉਂਕਿ ਉਦੋਂ ਉਹਨੂੰ ਵਿਸ਼ਵਾਸ ਸੀ ਕਿ ਸੱਪ ਨਹੀਂ, ਮੇਰੇ ਚੂਹਾ ਲੜਿਆ ਹੈ ਔਰ ਚੂਹੇ ਦੇ ਲੜਨ ਨਾਲ ਕਦੀ ਕੋਈ ਮਰਦਾ ਨਹੀਂ ਹੈ। ਇਸ ਲਈ ਸੱਪ ਦਾ ਜ਼ਹਿਰ ਵੀ ਉਹਦੇ ਤੇ ਬੇਅਸਰ ਹੋ ਗਿਆ, ਕਿਉਂਕਿ ਉਹਦਾ ਵਿਸ਼ਵਾਸ ਕੀ ਸੀ ਕਿ ਚੂਹਾ ਲੜਿਆ ਹੈ। ਸੱਪ ਦਾ ਜ਼ਹਿਰ ਵੀ ਬੇਅਸਰ ਹੋ ਗਿਆ, ਕਿਉਂਕਿ ਇਨਸਾਨ ਦੀ ਬਾਡੀ ਦੇ ਅੰਦਰ ਪਰਮਾਤਮਾ ਨੇ ਇਮਿਊਨਿਟੀ ਸਿਸਟਮ, ਜਿਹਨੂੰ ਕਹਿੰਦੇ ਨਾ ਕਿ ਰੋਗਾਂ ਨਾਲ ਲੜਨ ਵਾਲੀ ਸ਼ਕਤੀ, ਸਾਡੇ ਅੰਦਰ ਕੋਈ ਕੀਟਾਣੂ ਜਾਂਦੇ ਆ, ਕੋਈ ਬੁਰੀ ਚੀਜ਼ ਜਾਂਦੀ ਹੈ, ਕੋਈ ਅਸੀਂ ਗਲਤ ਚੀਜ਼ ਖਾ ਲੈਂਦੇ ਆ, ਤਾਂ ਸਾਡੀ ਬਾਡੀ ਅੰਦਰ ਇੱਕ ਸ਼ਕਤੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿਹੜੇ ਸਟੂਡੈਂਟ ਹੈ ਜਾਂ ਜਿਹੜੇ ਮਾੜੀ ਮੋਟੀ ਮੈਡੀਕਲ ਦੀ ਜਾਣਕਾਰੀ ਰੱਖਦੇ ਜਾਂ ਆਪਣੇ ਫਿਜ਼ੀਕਲ ਬਾਡੀ ਬਾਰੇ ਜਾਣਦੇ ਹੈ, ਉਹਨਾਂ ਨੇ ਪੜ੍ਹਿਆ ਹੋਏਗਾ ਇਮਿਊਨਿਟੀ ਸਿਸਟਮ। ਤਾਂ ਹੀ ਤਾਂ ਤੁਸੀਂ ਕੋਈ ਤੁਲਸੀ ਦਾ ਡ੍ਰੌਪ ਲਓ ਨਾ, ਉੱਤੇ ਲਿਖਿਆ ਹੁੰਦਾ ਕਿ ਸਾਡੀ ਇਮਿਊਨਿਟੀ ਪਾਵਰ ਨੂੰ ਵਧਾਉਂਦਾ ਹੈ ਇਹ ਤੁਲਸੀ ਦਾ ਡ੍ਰੌਪ, ਜਾਂ ਅਸੀਂ ਹੋਰ ਕੋਈ ਜਿੱਦਾਂ ਹਲਦੀ ਲੈ ਕੇ ਦੁੱਧ 'ਚ ਪਾ ਕੇ ਪੀਏ ਜਾਂ ਸ਼ਹਿਦ ਨੂੰ ਦੁੱਧ 'ਚ ਪਾ ਕੇ ਪੀਏ ਤਾਂ ਸਾਡੀ ਇਮਿਊਨਿਟੀ ਨੂੰ ਸਟਰੋਂਗ ਕਰਦੇ ਹੈ। ਸਮਝਦੇ ਹੋ ਕਿ ਨਹੀਂ? ਇਹ ਇਮਿਊਨਿਟੀ ਕੀ ਹੈ? ਇਮਿਊਨਿਟੀ ਦਾ ਮਤਲਬ ਹੈ ਕਿ ਸਾਡੇ ਅੰਦਰ ਕੁਝ ਬੁਰੀ ਚੀਜ਼ ਜਾਂਦੀ ਹੈ ਤਾਂ ਸਾਡੇ ਸਰੀਰ ਹੀ ਉਹਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ। ਯਾਨੀ ਉਹ ਇਮਿਊਨਿਟੀ ਪਾਵਰ ਜਿਹੜੀ ਰੱਬ ਨੇ ਸਾਡੇ ਅੰਦਰ ਰੱਖੀ ਹੈ, ਉਹ ਉਹਦੇ ਨਾਲ ਲੜਨਾ ਸ਼ੁਰੂ ਕਰਦੀ ਹੈ। ਤਾਂ ਜਿਹਦੀ ਇਮਿਊਨਿਟੀ ਪਾਵਰ ਸਟਰੋਂਗ ਹੁੰਦੀ ਹੈ, ਉਹ ਫਿਰ ਉਹ ਚੀਜ਼ ਨੂੰ ਖਤਮ ਕਰ ਦਿੰਦੀ ਹੈ। ਔਰ ਜਿੰਨਾ ਸਾਡਾ ਵਿਸ਼ਵਾਸ ਜ਼ਿਆਦਾ ਹੁੰਦਾ ਹੈ, ਉਨਾ ਸਾਡਾ ਅੰਦਰਲਾ ਸਿਸਟਮ ਵੀ ਮਜ਼ਬੂਤ ਜ਼ਿਆਦਾ ਹੁੰਦਾ ਹੈ।
ਹੁਣ ਸੱਪ ਲੜਿਆ ਸੀ, ਸੱਪ ਦਾ ਜ਼ਹਿਰ ਅੰਦਰ ਗਿਆ, ਪਰ ਉਹਨੂੰ ਕੀ ਵਿਸ਼ਵਾਸ ਸੀ ਕਿ ਚੂਹਾ ਹੈ। ਇਸ ਲਈ ਉਹ ਵਿਸ਼ਵਾਸ ਨੇ ਉਹ ਸੱਪ ਦੇ ਜ਼ਹਿਰ ਨੂੰ ਬੇਅਸਰ ਕਹਿ ਦਿਓ ਕਰ ਦਿੱਤਾ। ਜਿੱਦਾਂ ਮੀਰਾ ਦੇ ਅੰਦਰ ਜ਼ਹਿਰ ਗਿਆ, ਮੀਰਾ ਨੇ ਜ਼ਹਿਰ ਦਾ ਪਿਆਲਾ ਪੀਆ, ਹੁਣ ਉਹਦੇ ਤਾਂ ਅਚਾਨਕ ਸੱਪ ਲੜਿਆ ਸੀ, ਪਰ ਮੀਰਾ ਨੂੰ ਤਾਂ ਸਾਹਮਣੇ ਜ਼ਹਿਰ ਘੋਲ ਕੇ ਦਿੱਤਾ ਗਿਆ ਸੀ। ਪਰ ਫਿਰ ਵੀ ਮੀਰਾ ਦਾ ਵਿਸ਼ਵਾਸ ਇੰਨਾ ਸੀ, ਜਦੋਂ ਮੀਰਾ ਨੇ ਘੁੱਟ-ਘੁੱਟ ਕਰਕੇ ਉਹ ਜ਼ਹਿਰ ਪੀਤਾ ਤਾਂ ਇਹ ਵਿਸ਼ਵਾਸ ਸੀ ਕਿ ਜ਼ਹਿਰ ਮੇਰਾ ਕੁਝ ਨਹੀਂ ਵਿਗਾੜ ਸਕਦਾ, ਕਿਉਂਕਿ ਮੇਰੇ ਰੋਮ-ਰੋਮ 'ਚ ਮੇਰਾ ਸਤਿਗੁਰ ਵਸਦਾ ਹੈ। ਮੇਰੇ ਸਤਿਗੁਰ ਦਾ, ਮੇਰੇ ਕ੍ਰਿਸ਼ਨ ਦਾ ਪ੍ਰੇਮ ਮੇਰੇ ਰੋਮ-ਰੋਮ 'ਚ ਵਸਦਾ ਹੈ, ਔਰ ਜਿੱਥੇ ਉਹਦਾ ਪਿਆਰ ਵਸਦਾ ਹੈ ਉੱਥੇ ਜ਼ਹਿਰ ਅਸਰ ਕਰ ਹੀ ਨਹੀਂ ਸਕਦਾ। ਇਸ ਲਈ ਜਦੋਂ ਅਸੀਂ ਵਿਸ਼ਵਾਸ, ਯਕੀਨ, ਭਰੋਸਾ ਵਧਾ ਲੈਂਦੇ ਆ ਨਾ, ਤਾਂ ਫਿਰ ਉਹ ਵਿਸ਼ਵਾਸ, ਉਹ ਭਰੋਸਾ ਸਾਡੀ ਬਾਡੀ ਅੰਦਰ ਉਹ ਸੈੱਲ ਪੈਦਾ ਕਰ ਦਿੰਦਾ ਹੈ, ਉਹ ਸ਼ਕਤੀ ਪੈਦਾ ਕਰ ਦਿੰਦਾ ਹੈ ਕਿ ਹਰ ਬਿਮਾਰੀ ਨਾਲ, ਹਰ ਜ਼ਹਿਰ ਨਾਲ, ਹਰ ਤਰ੍ਹਾਂ ਦੀ ਤਕਲੀਫ ਨਾਲ, ਹਰ ਤਰ੍ਹਾਂ ਦੀ ਪਰੇਸ਼ਾਨੀ ਨਾਲ ਲੜਨ ਨੂੰ ਤਿਆਰ ਹੋ ਜਾਂਦਾ ਹੈ। ਇਹ ਯਾਦ ਰੱਖਣਾ ਹਮੇਸ਼ਾ। ਹੁਣ ਤੁਸੀਂ ਥੋੜਾ ਚੈੱਕ ਕਰਨਾ ਹੈ ਕਿ ਸਾਡੇ ਅੰਦਰ ਵਿਸ਼ਵਾਸ ਹੈ ਜਾਂ ਨਹੀਂ, ਕਿ ਸਾਡੇ ਅੰਦਰ ਯਕੀਨ ਹੈ ਜਾਂ ਨਹੀਂ, ਕਿ ਸਾਡਾ ਹੌਸਲਾ, ਸਾਡਾ ਜੋਸ਼, ਸਾਡੀ ਹਿੰਮਤ ਇਹ ਹਾਈ ਲੈਵਲ ਤੇ ਹੋਣੀ ਚਾਹੀਦੀ ਹੈ। ਜਦੋਂ ਇਹ ਹਾਈ ਲੈਵਲ ਤੇ ਹੁੰਦੀ ਹੈ ਤਾਂ ਬਾਕੀ ਬਿਮਾਰੀਆਂ ਦਾ ਲੈਵਲ ਆਪੇ ਛੋਟਾ ਘਟਣਾ ਸ਼ੁਰੂ ਹੋ ਜਾਂਦਾ, ਬਿਮਾਰੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਫਿਰ ਆ ਜੀ ਉਸ ਕਹਾਣੀ ਤੇ ਕਿ ਜੇ ਸੱਪ ਦੇ ਜ਼ਹਿਰ ਨਾਲ ਉਹਦੀ ਮੌਤ ਹੋਣੀ ਹੁੰਦੀ ਤਾਂ 3 ਮਹੀਨੇ ਪਹਿਲਾਂ ਵੀ ਸੱਪ ਨੇ ਡੰਗ ਮਾਰਿਆ ਸੀ। ਇਹਦਾ ਮਤਲਬ ਸੱਪ ਦੇ ਜ਼ਹਿਰ ਨਾਲ ਨਹੀਂ ਮਰਿਆ। ਕਾਹਦੇ ਨਾਲ ਮਰਿਆ? ਉਹ ਕਿਹੜੀ ਚੀਜ਼ ਨਾਲ ਮਾਰਿਆ ਉਹਨੂੰ? ਜਵਾਬ ਦੇ ਦਿਓ। ਸੱਪ ਦੇ ਜ਼ਹਿਰ ਨਾਲ ਨਹੀਂ ਮਰਿਆ। ਕਾਹਦੇ ਨਾਲ ਮਰਿਆ? ਸੱਪ ਦੇ ਡਰ ਨਾਲ। ਫਿਰ ਮੌਤ ਦਾ ਕਾਰਨ ਕੀ ਬਣਿਆ? ਜ਼ਹਿਰ ਨਹੀਂ, ਮੌਤ ਦਾ ਕਾਰਨ ਬਣਿਆ ਉਸਦਾ, ਦੁਬਾਰਾ ਕਹਿ ਦਿਓ, ਉਸਦਾ ਡਰ ਬਣਿਆ ਨਾ। ਕਿਉਂਕਿ ਦੂਸਰੀ ਵਾਰ ਚੂਹੇ ਨੇ ਦੰਦੀ ਵੱਢੀ ਸੀ, ਪਰ ਨਜ਼ਰ ਕੀ ਆਇਆ? ਸੱਪ ਨੂੰ ਦੇਖਿਆ ਤਾਂ ਡਰ ਐਸਾ ਅੰਦਰ ਹੋ ਸੱਪ ਲੜ ਗਿਆ ਮੇਰੇ। ਸੁਣਿਆ ਹੈ ਕਿ ਸੱਪ ਜ਼ਹਿਰੀਲਾ ਹੁੰਦਾ ਹੈ, ਸੱਪ ਜਿਹਦੇ ਡੰਗ ਮਾਰਦੇ ਬੰਦਾ ਮਰ ਜਾਂਦਾ ਹੈ। ਸੱਪ ਲੜ ਗਿਆ ਮੇਰੇ, ਹੁਣ ਮਰ ਗਿਆ ਮੈਂ। ਦਿਲ ਫੜ ਲਿਆ ਆਪਣਾ ਔਰ ਉੱਥੇ ਹੀ ਮਰ ਗਿਆ। ਪਰ ਜਦੋਂ ਰਿਪੋਰਟ ਆਈ ਤਾਂ ਪਤਾ ਲੱਗਾ ਹਾਰਟ ਅਟੈਕ ਨਾਲ ਮਰਿਆ, ਜ਼ਹਿਰ ਤਾਂ ਹੈ ਹੀ ਨਹੀਂ ਸੀ। ਕਿਉਂਕਿ ਜ਼ਹਿਰ ਤਾਂ ਹੁੰਦਾ ਜੇ ਸੱਪ ਨੇ ਡੰਗ ਮਾਰਿਆ ਹੁੰਦਾ। ਹੁਣ ਇੱਥੋਂ ਕੀ ਪਤਾ ਲੱਗਦਾ ਹੈ ਕਿ ਉਹਦੀ ਜਾਨ ਲਈ ਉਸਦੇ, ਫਿਰ ਦੁਬਾਰਾ ਕਹਿ ਦਿਓ, ਡਰ ਨੇ। ਇਸ ਲਈ ਤੁਹਾਨੂੰ ਇਹ ਸਲਾਹ ਦੇਵਾਂਗੇ ਕਿ ਡਰ ਨੂੰ ਕਦੀ ਵੀ ਆਪਣੇ ਉੱਪਰ ਇੰਨਾ ਹਾਵੀ ਨਾ ਹੋਣ ਦਿਓ ਕਿ ਉਹ ਤੁਹਾਡੀ ਜਾਨ ਲੈ ਲਵੇ। ਅਗਰ ਜੀਵਨ 'ਚ ਖੁਸ਼ ਰਹਿਣਾ ਹੈ, ਜੀਵਨ 'ਚ ਕਾਮਯਾਬ ਹੋਣਾ ਹੈ, ਤਾਂ ਆਪਣੇ ਡਰ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ, ਬਲਕਿ ਆਪਣੇ ਡਰ ਨੂੰ ਘਟਾਉਂਦੇ ਚਲੇ ਜਾਓ ਔਰ ਆਪਣੇ ਵਿਸ਼ਵਾਸ ਨੂੰ, ਆਪਣੀ ਹਿੰਮਤ ਨੂੰ, ਆਪਣੇ ਹੌਸਲੇ ਨੂੰ ਵਧਾਉਂਦੇ ਚਲੇ ਜਾਈਏ। ਕਿਉਂਕਿ ਜਿੱਦਾਂ ਜਿੱਦਾਂ ਤੁਹਾਡਾ ਡਰ ਘਟਦਾ ਜਾਏਗਾ, ਤੁਹਾਡਾ ਵਿਸ਼ਵਾਸ ਵੱਧਦਾ ਜਾਏਗਾ, ਹਿੰਮਤ ਵੱਧਦੀ ਚਲੀ ਜਾਏਗੀ, ਤਾਂ ਯਾਦ ਰੱਖੋ ਡਰ ਘਟਣ ਦੇ ਨਾਲ, ਵਿਸ਼ਵਾਸ ਔਰ ਹਿੰਮਤ ਵਧਣ ਨਾਲ ਤੁਹਾਡੇ ਜੀਵਨ 'ਚ ਖੁਸ਼ੀ ਵਧਣੀ ਸ਼ੁਰੂ ਹੋ ਜਾਏਗੀ, ਤੁਹਾਡੇ ਜੀਵਨ 'ਚ ਆਨੰਦ ਵਧਣਾ ਸ਼ੁਰੂ ਹੋ ਜਾਏਗਾ, ਤੁਹਾਡੇ ਜੀਵਨ 'ਚ ਸ਼ਾਂਤੀ ਵਧਣੀ ਸ਼ੁਰੂ ਹੋ ਜਾਏਗੀ। ਬੋਲੋ ਸਮਝਦੇ ਹੋ ਕਿ ਨਹੀਂ? ਇਦਾਂ ਦੀਆਂ ਰਿਸਰਚਾਂ ਤਾਂ ਅਮਰੀਕਾ, ਜਾਪਾਨ ਦੇ ਅੰਦਰ ਸਾਇੰਟਿਸਟ ਕਰਦੇ ਹੀ ਰਹੇ ਹੈ। ਸ਼ਾਇਦ ਉਹ ਸੁਣਿਆ ਹੋਵੇਗਾ ਕਿ ਰਿਸਰਚ ਕੀਤੀ ਸੀ ਕਿ ਇੱਕ ਕੈਦੀ ਨੂੰ ਨਾ ਉਹਨੇ ਕਤਲ ਕੀਤਾ ਹੋਇਆ ਸੀ, ਮੌਤ ਦੀ ਸਜ਼ਾ ਸੁਣਾਈ ਗਈ ਸੀ। ਤਾਂ ਜਿਹੜੇ ਮਨੋਵਿਗਿਆਨਿਕ ਸੀ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਇੱਕ ਕੈਦੀ ਹੈ ਜਿਹਨੂੰ 2 ਦਿਨ ਬਾਅਦ ਫਾਂਸੀ ਦੀ ਸਜ਼ਾ ਹੈ ਜਾਂ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਹਨੂੰ ਮ੍ਰਿਤੂ ਦੰਡ ਦਿੱਤਾ ਜਾਣਾ ਹੈ, ਤਾਂ ਉਹਨਾਂ ਨੇ ਸਰਕਾਰ ਕੋਲੋਂ ਪਰਮਿਸ਼ਨ ਲਈ ਕਿ ਦੇਖੋ ਤੁਸੀਂ ਇਹਨੂੰ ਮਾਰਨਾ ਤਾਂ ਹੈਗਾ ਹੀ ਹੈ, ਪਰ ਅਸੀਂ ਮਨੋਵਿਗਿਆਨ ਦੀ ਇੱਕ ਰਿਸਰਚ ਕਰ ਰਹੇ ਹਾਂ। ਕੀ ਕਰ ਰਹੇ? ਇੱਕ ਰਿਸਰਚ ਕਰ ਰਹੇ ਹਾਂ। ਅਗਰ ਇਹ ਕੈਦੀ ਨੂੰ ਸਾਡੇ ਢੰਗ ਨਾਲ ਮਾਰਿਆ ਜਾਵੇ, ਯਾਨੀ ਮੌਤ ਤਾਂ ਦੇਣੀ ਹੈ ਤੁਸੀਂ ਇਹਨੂੰ, ਮ੍ਰਿਤੂ ਦੰਡ ਤਾਂ ਹੈ ਹੀ, ਤਾਂ ਸਾਡੀ ਰਿਸਰਚ ਵੀ ਹੋ ਜਾਏਗੀ, ਇੱਕ ਨਵੀਂ ਖੋਜ ਵੀ ਹੋ ਜਾਏਗੀ ਔਰ ਇਹਨੂੰ ਇਹਦਾ ਦੰਡ ਵੀ ਮਿਲ ਜਾਏਗਾ। ਹੁਣ ਜਦੋਂ ਡਾਕਟਰਾਂ ਦੀ ਟੀਮ ਨੇ ਪਰਮਿਸ਼ਨ ਲਈ ਤਾਂ ਸਰਕਾਰ ਨੇ ਪਰਮਿਸ਼ਨ ਦੇ ਦਿੱਤੀ। ਔਰ ਇਹ ਕਹਾਣੀ ਤੁਸੀਂ, ਇਹ ਰਿਸਰਚ ਬਾਰੇ ਤੁਸੀਂ ਅੱਛੀ ਤਰ੍ਹਾਂ ਤਸੱਲੀ ਨਾਲ ਪੜ੍ਹ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਤਾਂ ਆਸਾਨ ਹੀ ਬੜਾ ਹੈ ਕਿ ਬੰਦਾ ਗੂਗਲ ਤੇ ਜਾ ਕੇ ਸਰਚ ਕਰੇ। ਕਿ ਹੁਣ ਕਹਿੰਦੇ ਕਿ ਉਹ ਰਿਸਰਚ ਵਿੱਚ ਉਹਨਾਂ ਨੇ ਕੀ ਕੀਤਾ, ਪਰਮਿਸ਼ਨ ਜਦੋਂ ਲੈ ਲਈ ਤਾਂ ਪਰਮਿਸ਼ਨ ਲੈਣ ਤੋਂ ਬਾਅਦ ਉਹ ਗਏ ਉਸ ਕੈਦੀ ਦੇ ਕੋਲ ਜਿਹਨੂੰ 2 ਦਿਨ ਬਾਅਦ ਮ੍ਰਿਤੂ ਦੰਡ ਦਿੱਤਾ ਜਾਣਾ ਸੀ, ਔਰ ਜਾ ਕੇ ਉਹਨਾਂ ਨੇ ਉਹਦਾ ਚੰਗੀ ਤਰ੍ਹਾਂ ਚੈੱਕਅਪ ਕੀਤਾ, ਹਾਰਟ ਨੂੰ ਚੈੱਕ ਕੀਤਾ, ECG ਕੀਤੀ। ਤਾਂ ਉਹ ਵੀ ਹੈਰਾਨ ਹੈ ਕਿ ਡਾਕਟਰ ਮੇਰਾ ਟੈਸਟ ਕਿਉਂ ਲੈ ਰਹੇ ਹੈ, ਮੈਨੂੰ ਚੈੱਕ ਕਿਉਂ ਕਰ ਰਹੇ ਹੈ। ਜਦੋਂ ਚੈੱਕ ਕੀਤਾ ਤਾਂ ਪਾਇਆ ਕਿ ਬਿਲਕੁਲ ਨਾਰਮਲ ਹੈ, ਬਿਲਕੁਲ ਠੀਕ ਹੈ। ਔਰ ਜਦੋਂ ਫਿਰ ਮ੍ਰਿਤੂ ਦਾ ਦਿਨ ਆਇਆ,
ਮ੍ਰਿਤਿੂ ਦਾ ਦਿਨ ਆਇਆ, ਔਰ ਕੈਦੀ ਨੂੰ ਵੀ ਪਤਾ ਸੀ ਕਿ ਅੱਜ ਮੈਨੂੰ ਮ੍ਰਿਤਿੂ ਦੰਡ ਦਿੱਤਾ ਜਾਣਾ ਹੈ, ਅੱਜ ਮੇਰੀ ਮ੍ਰਿਤਿੂ ਹੋਣੀ ਹੈ। ਤਾਂ ਕਿਹਾ ਜਾਂਦਾ ਹੈ ਕਿ ਉਸ ਵੇਲੇ ਉਹਨਾਂ ਨੇ ਕੈਦੀ ਨੂੰ ਕਿਹਾ ਕਿ ਤੈਨੂੰ ਜੋ ਮ੍ਰਿਤਿੂ ਦੰਡ ਹੈ ਨਾ, ਇਹ ਦਿੱਤਾ ਜਾਣਾ ਇੱਕ ਜ਼ਹਿਰੀਲੇ ਕੋਬਰੇ ਤੋਂ ਤੈਨੂੰ ਡਸਾ ਕੇ ਦਿੱਤਾ ਜਾਣਾ ਤੈਨੂੰ, ਯਾਨੀ ਜ਼ਹਿਰੀਲਾ ਸੱਪ ਤੇਰੇ ਲੜੇਗਾ, ਉਹਦੇ ਜ਼ਹਿਰ ਨਾਲ ਤੇਰੀ ਮੌਤ ਹੋਣੀ ਹੈ। ਔਰ ਉਹਨਾਂ ਨੇ ਇੱਕ ਜ਼ਹਿਰੀਲਾ ਸੱਪ ਨਾ ਕੱਚ ਦੇ ਮਰਦਵਾਨ ਵਿੱਚ ਉੱਪਰ ਢੱਕਣ ਲਾਇਆ ਹੋਊਗਾ, ਛੇਦ ਕੀਤੇ ਹੋਏ ਆ ਤਾਂ ਕਿ ਸੱਪ ਨੂੰ ਆਕਸੀਜਨ ਵੀ ਜਾਂਦੀ ਰਹੇ। ਦਿਖਾ ਵੀ ਦਿੱਤਾ ਉਹਨੂੰ ਕਿ ਦੇਖਿਆ ਸੱਪ ਵਿੱਚੇ ਫਰਾਟੇ ਮਾਰ ਰਿਹਾ। ਕੈਦੀ ਬੜਾ ਡਰ ਗਿਆ, ਉਹਨਾਂ ਨੇ ਕਿਹਾ ਬੰਨ੍ਹ ਦਿਓ ਇਹਦੇ ਹੱਥ ਪੈਰ, ਬੰਨ੍ਹ ਦਿਓ ਇਹਦੇ ਹੱਥ ਪੈਰ ਤਾਂ ਕਿ ਦੌੜ ਨਾ ਪਾਵੇ। ਮੰਜੇ ਤੇ ਲਿਟਾ ਦਿੱਤਾ ਉਸਨੂੰ, ਬੈੱਡ ਤੇ ਹੱਥ ਵੀ ਬੰਨ੍ਹ ਦਿੱਤੇ, ਪੈਰ ਵੀ ਬੰਨ੍ਹ ਦਿੱਤੇ। ਔਰ ਫਿਰ ਕਿਹਾ ਕਰ ਦਿਓ ਇਹਦੀ ਅੱਖਾਂ ਤੇ ਪੱਟੀ ਬੰਨ੍ਹ ਦਿਓ ਤਾਂ ਕਿ ਜਦੋਂ ਸੱਪ ਇਹਦੇ ਵੱਲ ਜਾਵੇ ਤਾਂ ਇਹਨੂੰ ਪਤਾ ਨਾ ਲੱਗੇ। ਪਰ ਕੈਦੀ ਨੂੰ ਸੱਪ ਸਮਝ ਨਹੀਂ ਆ ਗਿਆ, ਇਹ ਵੀ ਪਤਾ ਸੀ ਮੈਂ ਕਤਲ ਕੀਤੇ, ਉਹ ਤਾਂ ਮੈਨੂੰ ਮ੍ਰਿਤਿੂ ਦੰਡ ਤਾਂ ਅੱਜ ਮਿਲਣਾ ਹੀ ਮਿਲਣਾ ਹੈ, ਪੂਰਾ ਵਿਸ਼ਵਾਸ ਸੀ। ਫਿਰ ਕੀ ਹੋਇਆ, ਪੱਟੀ ਬੰਨ੍ਹ ਦਿੱਤੀ ਗਈ। ਤਾਂ ਡਾਕਟਰ ਕੀ ਕਹਿ ਰਹੇ ਹੈ, ਡਾਕਟਰਾਂ ਦੀ ਟੀਮ ਹੈ ਜੋ ਉਹਦੇ ਦਾएं ਬਾएं ਖੜੀ ਹੈ ਬੈੱਡ ਦੇ, ਔਰ ਆਪਸ ਵਿੱਚ ਗੱਲਾਂ ਕਰ ਰਹੇ ਹੈ ਕਿ ਅਗਰ ਇਹ ਸੱਪ ਲੜ ਜਾਵੇ ਤਾਂ ਬੰਦਾ ਕਿੰਨੀ ਕੁ ਦੇਰ 'ਚ ਮਰ ਸਕਦਾ ਹੈ। ਤਾਂ ਉਸ ਲਈ ਡਾਕਟਰਾਂ ਨੇ ਕਿਹਾ ਕਿ ਸੱਪ ਲੜ ਜਾਵੇ ਤਾਂ 15 ਮਿੰਟ ਅੰਦਰ ਬੰਦਾ ਮਰ ਜਾਂਦਾ। ਪਹਿਲਾਂ ਉਹਦੇ ਪੈਰ ਸੁੰਨ ਹੁੰਦੇ ਹੈ, ਫਿਰ ਉਹਦੇ ਲੱਤਾਂ ਸੁੰਨ ਹੁੰਦੀਆਂ ਹੈ, ਫਿਰ ਗੋਡੇ ਸੁੰਨ ਹੁੰਦੇ ਆ, ਫਿਰ ਕਮਰ ਦਾ ਹਿੱਸਾ ਥੱਲਿਓਂ ਸੁੰਨ ਹੁੰਦਾ ਸਰੀਰ ਜਿਹੜਾ ਉੱਪਰ ਤੱਕ ਜਾਂਦਾ ਹੈ, ਫਿਰ ਬੰਦਾ ਡੈਡ। ਇੱਦਾਂ ਬੋਲ ਰਹੇ ਤਾਂ ਕਿ ਉਹਨੂੰ ਸਭ ਕੁਝ ਸੁਣੀ ਜਾਵੇ। ਔਰ ਫਿਰ ਕੀ ਕਹਿੰਦੇ ਹੈ ਕਿ ਜਿਸ ਵੇਲੇ ਪੂਰੇ ਰੈਡੀ ਹੋ ਗਏ ਤਾਂ ਡਾਕਟਰ ਕਹਿਣ ਲੱਗੇ ਲਓ ਹੁਣ ਕੱਢੋ ਸੱਪ ਨੂੰ ਬਾਹਰ ਤਾਂ ਕਿ ਇਹਦੇ ਡੰਕ ਮਾਰੇ। ਔਰ 15 ਮਿੰਟ 'ਚ ਦੇਖੋ ਫਿਰ ਇਹਦੀ ਮੌਤ ਹੁੰਦੀ। ਉਹ ਆਦਮੀ ਚਿल्ला ਰਿਹਾ ਹੈ ਮੈਨੂੰ ਬਖਸ਼ ਦਿਓ, ਮੈਨੂੰ ਮਾਫ ਕਰ ਦਿਓ, ਪਰ ਹੁਣ ਅਪਰਾਧੀ ਸੀ, ਸਜ਼ਾ ਤਾਂ ਮਿਲਣੀ ਸੀ। ਹੁਣ ਕਹਿੰਦੇ ਉਹਨਾਂ ਨੇ ਕੀ ਕੀਤਾ ਕਿ ਸੱਪ ਨੂੰ ਕੱਢੋ ਬਾਹਰ ਤਾਂ ਕਿ ਇਹਦੇ ਡੰਕ ਮਾਰੇ। ਉਹਨਾਂ ਨੇ ਕੀ ਕੀਤਾ ਕਿ 2 ਸੇਫਟੀ ਪਿੰਨਾਂ ਲਈਆਂ, ਬਕਸੂਏ ਜਿਹਨੂੰ ਕਹਿ ਦਿੱਤਾ ਜਾਂਦੇ ਆ, ਔਰ ਉਹ ਨਾ ਇਸ ਤਰ੍ਹਾਂ ਉਹਦੇ ਹੱਥ ਤੇ ਐਉਂ ਮਾਰੇ ਕਿ ਲੈ ਵੀ ਸੱਪ ਡੰਕ ਮਾਰਨ ਲੱਗਾ। ਸੱਪ ਕਿਤੇ ਵੀ ਨਹੀਂ ਸੀ, ਸੱਪ ਉਹਦੇ ਨੇੜੇ ਵੀ ਨਹੀਂ ਗਿਆ, ਸੱਪ ਮਰਦਵਾਨ ਵਿੱਚ ਹੀ ਸੀ, ਪਰ ਉਹਦੇ ਮਾਰੀਆਂ ਸੇਫਟੀ ਪਿੰਨਾਂ, ਉਹਨੂੰ ਲੱਗਾ ਚੁੱਭਿਆ ਕੁਛ, ਲੈ ਵੀ ਸੱਪ ਨੇ ਡੰਕ ਮਾਰ ਦਿੱਤਾ। ਤਾਂ ਹੁਣ ਡਾਕਟਰ ਕਹਿੰਦੇ ਟਾਈਮ ਸ਼ੁਰੂ ਹੋ ਗਿਆ, ਹੁਣ ਬਸ ਇਹਦੇ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਣੇ। ਉਹ ਕੈਦੀ ਰੋਲਾ ਪਾ ਰਿਹਾ ਮੇਰੇ ਪੈਰ ਸੁੰਨ ਹੋ ਗਏ, ਮੇਰੇ ਪੈਰ ਸੁੰਨ ਹੋ ਗਏ, ਬਚਾ ਲਓ ਬਚਾ ਲਓ। ਜਿੱਦਾਂ ਡਾਕਟਰ ਕਹਿ ਰਹੇ ਆ ਨਾ ਹੁਣ ਇਹਦੀਆਂ ਲੱਤਾਂ ਸੁੰਨ ਹੋ ਜਾਣੀਆਂ ਹੈ, ਉਹ ਉਦਾਂ ਹੀ ਫੀਲ ਕਰੀ ਜਾ ਰਿਹਾ ਹੈ। ਉਹਨੂੰ ਲੱਗ ਰਿਹਾ ਵਾਕਈ ਲੱਤਾਂ ਸੁੰਨ ਹੋ ਗਈਆਂ। ਕਹਿੰਦੇ ਹੁਣ ਕਮਰ ਤੱਕ ਦਾ ਹਿੱਸਾ ਡੈੱਡ ਹੋ ਜਾਣਾ ਹੈ। ਉਹ ਕਹਿੰਦਾ ਮੇਰੀ ਕਮਰ ਵੀ ਗਈ। ਜਿੱਦਾਂ ਡਾਕਟਰ ਬੋਲ ਰਹੇ ਉੱਦਾਂ ਹੀ ਰੋਲਾ ਪਾ ਰਿਹਾ ਹੈ ਬਚਾ ਲਓ ਬਚਾ ਲਓ ਬਚਾ ਲਓ, ਮੈਨੂੰ ਸੱਪ ਦਾ ਜ਼ਹਿਰ ਮੈਨੂੰ ਚੜ ਰਿਹਾ ਹੈ। ਔਰ ਕਹਿੰਦੇ ਆਖਰ ਫਿਰ ਕੀ ਹੋਇਆ ਕਿ ਬਾਕੀ 15 ਮਿੰਟਾਂ ਬਾਅਦ ਉਹਦੀ ਉੱਥੇ ਹੀ ਡੈਥ ਹੋ ਗਈ। ਤਾਂ ਮਨੋਵਿਗਿਆਨ ਨੇ ਰਿਸਰਚ ਵਿੱਚ ਇਹ ਲਿਖਿਆ ਕਿ ਬੰਦਾ ਜੋ ਸੋਚਦਾ ਹੈ ਨਾ ਉਹਦਾ ਪ੍ਰਭਾਵ ਬੰਦੇ ਦੀ ਬਾਡੀ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਚੰਗਾ ਭਲਾ ਬੰਦਾ ਸੋਚਣਾ ਸ਼ੁਰੂ ਕਰ ਦੇਵੇ ਕਿ ਹਾਏ ਮੈਂ ਬਿਮਾਰ ਹਾਂ, ਤਾਂ ਉਹਦੀ ਸੋਚ ਹੀ ਉਹਨੂੰ ਬਿਮਾਰ ਕਰ ਦਿੰਦੀ ਹੈ। ਤਾਂ ਜੇ ਬਿਮਾਰ ਬੰਦਾ ਸੋਚਣਾ ਸ਼ੁਰੂ ਕਰ ਦੇਵੇ ਕੋਈ ਬੜੀ ਗੱਲ ਨਹੀਂ ਹੈ, ਮੈਂ ਠੀਕ ਹੋ ਜਾਣਾ ਹੈ, ਮੈਂ ਠੀਕ ਹਾਂ, ਤਾਂ ਉਹਦੇ ਸੈੱਲ ਜਿਹੜੇ ਹੈ ਨਾ, ਕਿਉਂਕਿ ਡਾਕਟਰ ਬਰੂਸ ਲਿਪਟਨ ਇੱਕ ਬਹੁਤ ਬੜੇ ਸਾਇੰਟਿਸਟ ਹੋਏ ਹੈ, ਬਰੂਸ ਲਿਪਟਨ ਉਹਨਾਂ ਦਾ ਨਾਮ ਹੈ, ਜਿਹੜੇ ਦੱਸਦੇ ਕਿ 50,000 ਕਰੋੜ ਸੈੱਲਾਂ ਤੋਂ ਸਾਡੀ ਬਾਡੀ ਬਣੀ ਹੈ। ਸੈੱਲ ਛੋਟੇ ਸੈੱਲ ਹੁੰਦੇ ਹੈ, 50,000 ਕਰੋੜ 50 ਟ੍ਰਿਲੀਅਨ ਸੈੱਲਸ ਤੋਂ ਸਾਡਾ ਇਹ ਸਰੀਰ ਬਣਿਆ ਹੈ। ਤਾਂ ਉਹ ਦੱਸਦੇ ਹੈ ਕਿ ਸਾਡੇ ਸੈੱਲ ਇਹ ਸਾਡੀ ਸੋਚ ਨਾਲ ਕਨੈਕਟਡ ਹੈ। ਸਮਝਦੇ ਹੋ ਕਿ ਨਹੀਂ? ਯਾਨੀ ਸਾਡੇ ਸੈੱਲਾਂ ਤੇ ਪ੍ਰਭਾਵ, ਸਾਡੀ ਬਾਡੀ ਦੇ ਸੈੱਲਾਂ ਤੇ ਪ੍ਰਭਾਵ ਕਾਹਦਾ ਪੈਂਦਾ? ਸਾਡੀ ਕਹਿ ਦਿਓ ਸੋਚ ਦਾ। ਇਸ ਲਈ 2500 ਸਾਲ ਪਹਿਲਾਂ ਮਹਾਤਮਾ ਬੁੱਧ ਵੀ ਇਹ ਗੱਲ ਕਹਿ ਗਏ ਕਿ ਤੂੰ ਜੋ ਸੋਚਦਾ ਹੈ ਉਹੀ ਬਣ ਜਾਂਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਸਾਇੰਸ ਹੁਣ ਕਰਦੀ ਹੈ ਰਿਸਰਚ ਕਿ ਸਾਡੇ ਸੈੱਲਾਂ ਤੇ ਸਾਡੀ ਸੋਚ ਦਾ ਪ੍ਰਭਾਵ ਪੈਂਦਾ ਹੈ। ਔਰ ਇਹ ਵੀ ਉਹ ਦੱਸਦੇ ਹੈ ਕਿ ਜਦੋਂ ਸਾਡੀ ਸੋਚ ਵਿਸ਼ਵਾਸ ਨਾਲ ਜੁੜ ਜਾਂਦੀ ਕਿ ਇੱਕ ਸ਼ਕਤੀ ਹੈ ਮੈਨੂੰ ਬਚਾਉਣ ਵਾਲੀ, ਇੱਕ ਸ਼ਕਤੀ ਹੈ ਮੇਰੀ ਰੱਖਿਆ ਕਰਨ ਵਾਲੀ, ਤਾਂ ਫਿਰ ਸਾਡਾ ਉਹ ਵਿਸ਼ਵਾਸ ਸਾਡੇ ਸੈੱਲਾਂ ਨੂੰ ਇੰਨੀ ਤਾਕਤ ਦੇ ਦਿੰਦਾ ਹੈ ਕਿ ਬਿਮਾਰੀਆਂ ਦਾ ਅਸਰ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਨਸਾਨ ਦੇ ਉਹ ਸੈੱਲ ਜਿਹੜੇ ਹੈ ਨਾ ਉਹ ਨਵੇਂ ਬਣਨੇ ਸ਼ੁਰੂ ਹੋ ਜਾਂਦੇ ਹੈ। ਔਰ ਵੈਸੇ ਵੀ ਉਹ ਦੱਸਦੇ ਹੈ ਕਿ ਕੁਝ ਸਾਲਾਂ ਬਾਅਦ ਤਾਂ ਸੈੱਲ ਸਾਡੇ ਚੇਂਜ ਹੁੰਦੇ ਹੀ ਹੈ। ਤਾਂ ਹੀ ਤਾਂ ਤੁਸੀਂ ਦੇਖਦੇ ਹੋ ਕਿ ਨੌਜਵਾਨ ਜਿਹੜਾ ਹੁੰਦਾ ਨਾ ਹੌਲੀ ਹੌਲੀ ਬੁੜਾ ਹੁੰਦਾ, ਇਹਦਾ ਮਤਲਬ ਸੈੱਲ ਬਦਲ ਰਹੇ ਹੈ। ਔਰ ਬੱਚਾ ਜਵਾਨ ਹੋ ਰਿਹਾ ਦਾ ਮਤਲਬ ਸੈੱਲ
ਚੇਂਜ ਹੋ ਰਹੇ ਹੋ। ਕਹਿੰਦੇ ਕੁਝ ਮਹੀਨਿਆਂ ਬਾਅਦ ਸਾਡੇ ਸੈੱਲ ਚੇਂਜ ਹੁੰਦੇ ਆ। ਅਗਰ ਆਪਣੀ ਸੋਚ ਨੂੰ ਅਸੀਂ ਪੋਜ਼ਿਟਿਵ ਰੱਖੀਏ ਤਾਂ ਸਾਡੇ ਸੈੱਲ ਜਿਹੜੇ ਇਦਾਂ ਦੇ ਬਣਦੇ ਆ ਕਿ ਅਸੀਂ ਪੋਜ਼ਿਟਿਵ ਰਿਜ਼ਲਟ ਹੀ ਆਉਂਦਾ ਹੈ। ਇਸ ਲਈ ਹੁਣ ਤੁਸੀਂ ਇਹ ਦੱਸੋ, ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਸੋਚ ਕੀ ਰੱਖਣੀ? ਮੈਂ ਬਹੁਤ, ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਸੋਚ ਇਹ ਰੱਖੋ ਮੈਂ ਤੰਦਰੁਸਤ ਹਾਂ, ਕੋਈ ਬਿਮਾਰੀ ਮੇਰੇ ਲਾਗੇ ਨਹੀਂ ਆ ਸਕਦੀ, ਕਿਉਂਕਿ ਮੇਰੇ ਅੰਦਰ ਉਹ ਪਰਮ ਸ਼ਕਤੀਸ਼ਾਲੀ ਪਰਮਾਤਮਾ ਬੈਠਾ ਹੈ। ਹੁਣ ਜੇ ਬੰਦਾ ਸੋਚਦਾ ਹੈ ਕਿ ਮੈਂ ਬਿਮਾਰ ਨਹੀਂ ਹੋ ਸਕਦਾ ਕਿਉਂਕਿ ਪਰਮਾਤਮਾ ਦੀ ਸ਼ਕਤੀ ਮੇਰੇ ਅੰਦਰ ਹੈ, ਤਾਂ ਫਿਰ ਬਿਮਾਰੀ ਦਾ ਅਸਰ ਉੱਤੇ ਹੁੰਦਾ ਹੀ ਨਹੀਂ ਹੈ। ਤਾਂ ਜੇ ਬੰਦਾ ਸੋਚੇ ਲੈ ਵੀ ਉਹ ਛਿੱਕ ਰਿਹਾ ਕਿਤੇ ਮੈਨੂੰ ਜ਼ੁਕਾਮ ਨਾ ਹੋ ਜਾਵੇ, ਕਿਉਂਕਿ ਕਈ ਵਾਰ ਦੇਖਿਆ ਨਾ ਕੋਈ ਲਾਗੇ ਛਿੱਕਦਾ ਹੋਵੇ, ਬੰਦਾ ਕਹਿੰਦਾ ਲੈ ਉਹ ਪਰੇ ਹੋ ਕੇ ਛਿੱਕ, ਮੈਨੂੰ ਜ਼ੁਕਾਮ ਹੋ ਜਾਣਾ ਤੇਤੋਂ, ਔਰ ਇਦਾਂ ਦਾ ਬੰਦਾ ਬਿਮਾਰ ਵੀ ਜਲਦੀ ਹੋਏਗਾ। ਆ ਠੰਡ ਬੜੀ ਹੋ ਗਈ ਹੈ ਇਹ ਠੰਡ ਨੇ ਮੈਨੂੰ ਬਿਮਾਰ ਕਰ ਦੇਣਾ। ਜਦੋਂ ਬੰਦੇ ਦੀ ਸੋਚ ਇਦਾਂ ਦੀ ਹੋਵੇ ਤਾਂ ਠੰਡ ਬਿਮਾਰ ਨਹੀਂ ਕਰਦੀ, ਬੰਦੇ ਦੀ ਸੋਚ ਬੰਦੇ ਨੂੰ ਬਿਮਾਰ ਕਰਦੀ ਹੈ। ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਦੇਖੋ ਕੋਟ ਪੈ ਕੇ ਬੈਠੇ ਹੋ ਤਾਂ ਅਸੀਂ ਇਕੱਲੇ ਚੋਲੇ 'ਚ ਜਾਂ ਥੱਲੇ ਇੱਕ ਪਤਲੀ ਜਿਹੀ ਬ੍ਰੈਂਡ ਪਾਈ ਹੈ, ਪਰ ਫਿਰ ਵੀ ਗਰਮੀ ਆ ਰਹੀ ਹੈ ਸਾਨੂੰ, ਕਿਉਂਕਿ એનર્ਜੀ ਤਾਂ ਤੁਹਾਡੇ ਅੰਦਰ ਹੈ। ਸਮਝਦੇ ਹੋ ਕਿ ਨਹੀਂ? ਸ਼ਕਤੀ ਤੁਹਾਡੇ ਅੰਦਰ ਹੈ। ਇਸ ਲਈ ਲੜਕੇ ਕਈ ਵਾਰ ਕਹਿੰਦੇ ਮਾਲਕੋ ਕੋਟ ਤਾਂ ਪਾ ਲਓ। ਇਹ ਕਿ ਜੇ ਕੋਟ ਪਾ ਲਿਆ ਤਾਂ ਅਸੀਂ ਸਾਡੀ ਬਾਡੀ ਨੂੰ ਲੱਗਣਾ ਅਸੀਂ ਠੰਡ ਫੀਲ ਕਰ ਰਹੇ, ਫਿਰ ਠੰਡ ਜ਼ਿਆਦਾ ਹੋ ਜਾਣੀ ਹੈ। ਇਸ ਕਰਕੇ ਅਸੀਂ ਕੀ ਫੀਲ ਕਰਦੇ ਹਾਂ? ਠੰਡ ਹੈ ਹੀ ਨਹੀਂ, ਨਾਰਮਲ ਹੈ। ਇਸ ਕਰਕੇ ਕੋਟ ਪਾਉਣ ਦੀ ਜ਼ਰੂਰਤ ਕੀ ਹੈ? ਸਮਝਦੇ ਹੋ ਕਿ ਨਹੀਂ? ਕਿਉਂਕਿ એનર્ਜੀ ਸਾਡੇ ਅੰਦਰ ਹੈ, ਸ਼ਕਤੀ ਸਾਡੇ ਅੰਦਰ ਹੈ। ਅਸੀਂ ਜੋ ਫੀਲ ਕਰਦੇ ਹਾਂ ਨਾ ਉਹੀ ਪ੍ਰਭਾਵ ਸਾਡੇ ਤੇ ਪੈਣਾ ਸ਼ੁਰੂ ਹੋ ਜਾਂਦਾ। ਤੁਸੀਂ ਫਰਜ਼ ਕਰੋ ਬਿਸਤਰ ਤੇ ਲੇਟੇ, ਤੁਸੀਂ ਸੋਚੋ ਹਾਏ ਠੰਡ ਬਹੁਤ ਹੈ, ਠੰਡ ਬਹੁਤ ਹੈ, ਤਾਂ 10 ਮਿੰਟ ਬਾਅਦ ਤੁਹਾਡੇ ਹੱਥ ਪੈਰ ਕੰਬਣੇ ਕੱਪੀ ਸ਼ੁਰੂ ਹੋ ਜਾਣੀ ਹੈ ਤੁਹਾਨੂੰ, ਕਿਉਂਕਿ ਤੁਸੀਂ ਕੀ ਕਹਿ ਰਹੇ ਹੋ? ਠੰਡ ਬਹੁਤ ਹੈ। ਤਾਂ ਤੁਹਾਡੀ ਬਾਡੀ ਨੇ ਮੰਨਣਾ ਸ਼ੁਰੂ ਕਰ ਦੇਣਾ ਆ ਠੰਡ ਬਹੁਤ ਹੈ। ਤਾਂ ਜੇ ਤੁਸੀਂ ਕਹੋ ਨਾਰਮਲ ਮੌਸਮ ਹੈ, ਨਾਰਮਲ ਹੈ, ਤਾਂ ਬਾਹਰ ਧੁੰਦ ਵੀ ਹੋਵੇ ਨਾ, ਤੁਸੀਂ ਕਹੋ ਨਾਰਮਲ ਹੈ, ਥੋੜੀਆਂ ਆਪਣੀਆਂ ਮੁੱਠੀਆਂ ਬੰਦ ਕਰੋ, ਤਾਂ ਤੁਹਾਨੂੰ ਠੰਡ ਘੱਟ ਮਹਿਸੂਸ ਹੋਣੀ ਹੈ, ਕਿਉਂਕਿ ਤੁਹਾਡੀ ਸੋਚ ਕੀ ਹੈ? ਉਹ ਨਾਰਮਲ ਹੀ ਹੈ। ਕਿਉਂਕਿ ਸੋਚ ਦਾ ਪ੍ਰਭਾਵ ਸਾਡੇ, ਅਸੀਂ ਇਹ ਫਿਰ ਕਵਾਂਗੇ 5 ਤੱਤਾਂ ਤੋਂ ਤੁਸੀਂ ਬਣੇ ਹੋ, ਜਲ ਵਾਯੂ ਪ੍ਰਿਥਵੀ ਅਗਨੀ ਆਕਾਸ਼। ਅਗਨੀ ਤੱਤ ਵੀ ਤੁਹਾਡੇ ਅੰਦਰ ਹੀ ਹੈ। ਕੀ ਹੈ? ਅਗਨੀ ਤੱਤ ਤੁਹਾਡੇ ਅੰਦਰ ਹੈ, ਔਰ ਇਹ ਅਗਨੀ ਤੱਤ ਨੂੰ ਨਾਭੀ ਕੇਂਦਰ ਨਾਲ ਜੋੜਿਆ ਗਿਆ ਹੈ, ਕਿਉਂਕਿ ਸਰੀਰ ਦੇ 7 ਚੱਕਰ ਹੈ, ਔਰ 7 ਚੱਕਰਾਂ ਨਾਲ ਇਹ ਸਾਡੇ 5 ਤੱਤ ਜੋੜੇ ਗਏ ਹੈ। ਜਰਾ ਗੌਰ ਕਰਨਾ। ਹੁਣ ਇੱਥੇ ਥੋੜਾ ਜਿਹਾ ਇਹਦੇ ਬਾਰੇ ਸਮਝਾ ਦਈਏ ਕਿ ਪਹਿਲਾ ਚੱਕਰ ਸਾਡਾ ਮੂਲਾਧਾਰ ਚੱਕਰ ਹੈ, ਜਿਹਦੇ ਨਾਲ ਪ੍ਰਿਥਵੀ ਤੱਤ ਜੁੜਿਆ ਹੋਇਆ ਹੈ। ਫਿਰ ਦੂਸਰਾ ਚੱਕਰ ਹੈ ਸਾਡਾ ਸਵਾਦਿਸ਼ਟਾਨ ਚੱਕਰ, ਜਿਹਨੂੰ ਇੰਦਰੀ ਚੱਕਰ ਕਿਹਾ ਜਾਂਦਾ ਹੈ, ਇਹਦੇ ਨਾਲ ਜਲ ਤੱਤ ਜੁੜਿਆ ਹੈ। ਫਿਰ ਤੀਸਰਾ ਕੇਂਦਰ ਹੈ ਸਾਡਾ ਮਨੀਪੂਰ ਚੱਕਰ, ਜਿਹਦੇ ਨਾਲ ਅਗਨੀ ਤੱਤ ਜੁੜਿਆ ਹੋਇਆ ਹੈ। ਫਿਰ ਚੌਥਾ ਕੇਂਦਰ ਹੈ ਅਨਾਹਤ ਚੱਕਰ, ਜਿਹਨੂੰ ਹਿਰਦੇ ਚੱਕਰ ਕਿਹਾ ਜਾਂਦਾ ਹੈ, ਇਹਦੇ ਨਾਲ ਵਾਯੂ ਤੱਤ ਜੁੜਿਆ ਹੋਇਆ ਹੈ। ਫਿਰ ਇਹਨੂੰ ਕੰਠ ਚੱਕਰ, ਵਿਸੁੱਧੀ ਚੱਕਰ ਕਿਹਾ ਜਾਂਦਾ ਹੈ, ਜਿਹਦੇ ਨਾਲ ਆਕਾਸ਼ ਤੱਤ ਜੁੜਿਆ ਹੋਇਆ ਹੈ। ਔਰ ਫਿਰ ਇੱਥੇ ਕਹਿੰਦੇ ਆਗਿਆ ਚੱਕਰ, ਜਿੱਥੇ ਉਹ ਦੱਸਦੇ ਹੈ ਕਿ ਉਹ ਦੁਆਰ ਹੈ ਜੋ ਸਾਨੂੰ ਪਰਮ ਸ਼ਕਤੀਸ਼ਾਲੀ ਪ੍ਰਮਾਤਮਾ ਜੋ ਸਹਿਸਤਰਾਰ ਹੈ ਨੇ, ਤੇ 7ਵਾਂ ਚੱਕਰ ਇਹ ਦੁਆਰ ਹੈ ਜੋ ਸਾਨੂੰ ਉਹ ਸ਼ਕਤੀ ਨਾਲ ਜੋੜਦਾ ਹੈ ਜੋ ਸਾਰਿਆਂ ਚੱਕਰਾਂ ਨੂੰ ਤਾਕਤ ਦੇ ਰਹੀ ਹੈ। ਹੁਣ ਇਹ 5 ਚੱਕਰ 5 ਤੱਤਾਂ ਨਾਲ ਜੁੜੇ ਹੋਏ ਹੈ। ਹੁਣ ਤੁਸੀਂ ਕਦੀ ਗੌਰ ਕਰਨਾ, ਜੇ ਤੁਹਾਨੂੰ ਠੰਡ ਲੱਗਦੀ ਨਾ, ਤੁਸੀਂ ਥੋੜਾ ਜਿਹਾ ਬਹਿ ਕੇ ਨਾਰਮਲ ਬਹਿ ਜਾਓ ਚੌਂਕੜੀ ਲਗਾ ਕੇ, ਔਰ ਤੁਸੀਂ ਕੀ ਕਰਨਾ ਹੈ? ਹੂ 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 ਦੀ ਆਵਾਜ਼ ਦਿਓ ਤੇਜ਼ੀ ਨਾਲ, ਆਪਣੇ ਪੇਟ ਨੂੰ ਅੰਦਰ ਖਿੱਚਦਿਆਂ ਹੋਇਆ ਹੂ ਹੂ ਹੂ। 5 ਮਿੰਟ ਦੇ ਅੰਦਰ ਤੁਹਾਡਾ ਅਗਨੀ ਚੱਕਰ ਐਕਟੀਵੇਟ ਹੋ ਜਾਏਗਾ, ਔਰ ਤੁਹਾਨੂੰ ਗਰਮੀ ਆਣੀ ਸ਼ੁਰੂ ਹੋ ਜਾਏਗੀ। ਬਾਹਰ ਜਾਏ ਜਿੰਨੀ ਮਰਜ਼ੀ ਠੰਡ ਹੋਵੇ, ਤੁਹਾਨੂੰ ਅੰਦਰ ਗਰਮ ਫੀਲ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਤੁਸੀਂ ਆਪਣੇ ਅਗਨੀ ਤੱਤ ਨੂੰ, ਅਗਨੀ ਚੱਕਰ ਨੂੰ ਐਕਟੀਵੇਟ ਕਰ ਲਿਆ। ਸਮਝਦੇ ਹੋ ਕਿ ਨਹੀਂ? ਅਗਰ ਤੁਹਾਨੂੰ ਥੋੜੀ ਜਿਹੀ ਇਹ ਚੀਜ਼ ਦੀ ਨੌਲੇਜ ਹੋਵੇ ਤਾਂ ਤੁਸੀਂ ਹਰ ਚੀਜ਼ ਦਾ ਪੂਰਾ ਆਨੰਦ ਲੈ ਸਕਦੇ ਹੋ। ਬਾਹਰ ਗਰਮੀ ਹੋਵੇ ਤਾਂ ਵੀ ਤੁਸੀਂ ਆਰਾਮ ਨਾਲ ਬਹਿ ਸਕਦੇ ਹੋ। ਸਰੀਰ ਨੂੰ ਗਰਮੀ ਜ਼ਰੂਰ ਆਏਗੀ, ਪਰ ਤੁਹਾਨੂੰ ਗਰਮੀ ਅੰਦਰ ਤੰਗ ਨਹੀਂ ਕਰੇਗੀ। ਬਾਹਰ ਠੰਡ ਜ਼ਰੂਰ ਹੋਏਗੀ, ਪਰ ਠੰਡ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ। ਕਈ ਵਾਰ ਅਜੀਬ ਕਹਿੰਦੇ ਮਾਲਕੋ ਤੁਸੀਂ ਗਰਮੀ 'ਚ ਵੀ, ਜੂਨ ਜੁਲਾਈ 'ਚ ਵੀ ਕੰਬਲੀ ਲੈ ਕੇ ਬਹਿ ਜਾਂਦੇ ਹੋ, ਕੰਬਲੀ ਲੈ ਕੇ ਜਾਂਦੇ ਹੋ। ਇਹ ਕਿ ਗਰਮੀ ਬਾਹਰ ਹੈ, ਠੀਕ ਹੈ, ਸਾਨੂੰ ਬਾਹਰੋਂ ਗਰਮੀ ਜ਼ਰੂਰ ਆਉਂਦੀ ਹੈ, ਪਰ ਗਰਮੀ ਸਾਨੂੰ ਪਰੇਸ਼ਾਨ ਨਹੀਂ ਕਰਦੀ। ਜਿੰਨੇ ਮਰਜ਼ੀ ਹੁਮਸ ਵਿੱਚ ਬਿਠਾ ਦਿਓ ਸਾਨੂੰ, ਅਸੀਂ ਸ਼ਾਂਤ ਹੋ ਕੇ ਬੈਠਾਂਗੇ। ਇਹ ਤਾਂ ਕਈ ਜਗ੍ਹਾ ਸੇਵਾਦਾਰਾਂ ਨੂੰ ਪੁੱਛੋ, ਇੱਦਾਂ ਦੇ ਕਮਰਿਆਂ 'ਚ ਜਾ ਕੇ ਬਹਿ ਜਾਂਦੇ, ਸੇਵਾਦਾਰ ਮਾਲਕੋ ਇੰਨੀ ਗਰਮੀ 'ਚ ਕਿੱਦਾਂ ਬੈਠੇ ਹੋ ਤੁਸੀਂ? ਹੈ ਅੰਦਰ ਤਾਂ ਹੁਮ ਹੀ ਬੜਾ ਹੈ, ਹਵਾ ਹੀ ਨਹੀਂ ਆਉਂਦੀ, ਕਿਉਂਕਿ ਖਿੜਕੀਆਂ ਵੀ ਬੰਦ ਹੈ, ਪਰਦੇ ਲੱਗੇ ਹੋਏ ਹੈ। ਠੀਕ ਹੈ, ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਜਿਹੜਾ ਅੰਦਰਲੀ ਅਵਸਥਾ ਹੈ ਨਾ, ਉਹ ਅੰਦਰਲੀ ਅਵਸਥਾ ਤਾਂ ਆਨੰਦ ਦੀ ਅਵਸਥਾ ਹੈ। ਜਿੱਦਾਂ ਕਹਿੰਦੇ ਆ ਨਾ ਕਿ ਗੁਰੂਆਂ ਰਹਿਬਰਾਂ ਨੂੰ ਜਾਂ ਸ਼੍ਰੀ ਗੁਰੂ ਅਰਜਨ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ, ਉਹਨਾਂ ਨੂੰ ਸਰੀਰ ਤੇ ਛਾਲੇ ਜ਼ਰੂਰ ਪਏ, ਪਰ ਅੰਦਰੋਂ ਉਹ ਪੂਰੀ ਤਰ੍ਹਾਂ ਸ਼ਾਂਤ ਸੀ। ਉਹ ਕਹਿੰਦੇ ਇਹ ਹੱਡ ਮਾਸ ਦਾ ਬਣਿਆ ਸਰੀਰ ਹੈ,
ਇਹਨੂੰ ਤਾਂ ਚਲੋ ਜੋ ਵੀ ਹੈ ਅਸਰ ਹੋਣਾ ਹੀ ਹੈ, ਤੇ ਗਰਮ ਚਾਹ ਡਿਗੇਗੀ, ਗਰਮ ਰੇਤ ਡਿਗੇਗੀ ਤਾਂ ਛਾਲੇ ਪੈਣੀ ਹੈ। ਪਰ ਅੰਦਰ ਦੀ ਅਵਸਥਾ ਉਹਨਾਂ ਦੀ ਕਿਹੜੀ ਸੀ? ਗੁਰੂਆਂ ਦੀ ਅਵਸਥਾ ਸ਼ਾਂਤੀ ਵਾਲੀ, ਆਨੰਦ ਵਾਲੀ। ਸੋ ਇਹ ਕਲਾ ਗੁਰੂ ਰਹਿਬਰ ਸਾਨੂੰ ਸਿਖਾਉਂਦੇ ਆ ਕਿ ਤੁਸੀਂ ਥੋੜੀ ਜਿਹੀ ਅਗਰ ਮਿਹਨਤ ਕਰੋ, ਥੋੜਾ ਜਿਹਾ ਅਗਰ ਮੈਡੀਟੇਸ਼ਨ ਦੇ ਨਾਲ ਜੁੜੋ, ਥੋੜਾ ਜਿਹਾ ਆਪਣੇ ਆਪ ਨੂੰ ਸਮਝੋ, ਤਾਂ ਤੁਸੀਂ ਹਰ ਪਰਿਸਥਿਤੀ ਤੇ ਕੰਟਰੋਲ ਕਰ ਸਕਦੇ ਹੋ। ਕਿ ਜੀਵਨ 'ਚ ਹਾਲਾਤ ਤਾਂ ਆਉਣਗੇ ਪਰ ਤੁਹਾਡੇ ਤੇ ਉਹਦਾ ਅਸਰ ਨਹੀਂ ਹੋਏਗਾ। ਇਹਨੂੰ ਕਹਿੰਦੇ ਜੀ ਅੰਦਰੋਂ ਬੰਦਾ ਇੰਨਾ ਮਜ਼ਬੂਤ ਹੋ ਜਾਂਦਾ, ਇੰਨਾ ਸਟਰੋਂਗ ਹੋ ਜਾਂਦਾ ਹੈ ਕਿ ਬਾਹਰ ਦੀਆਂ ਚੀਜ਼ਾਂ ਦਾ ਪ੍ਰਭਾਵ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਨ੍ਹਾਂ ਨੇ ਉਹ ਜਾਣ ਲਿਆ ਉਹਨਾਂ ਦੇ ਖੂਨ ਨਹੀਂ ਨਿਕਲਣਾ, ਸੱਟ ਨਹੀਂ ਲੱਗਣੀ, ਜਾਂ ਕਿਤੇ ਉਹਨਾਂ ਇੱਦਾਂ ਠੋਕਰ ਲੱਗੀ ਤਾਂ ਉਹਨਾਂ ਨੂੰ ਤਕਲੀਫ, ਯਾਨੀ ਬਾਡੀ ਦੇ ਵਿੱਚੋਂ ਖੂਨ ਜ਼ਰੂਰ ਨਿਕਲੇਗਾ ਪਰ ਉਹ ਹਾਲਾਤ ਨੂੰ ਅੰਦਰੋਂ ਇੰਨਾ ਉਹ ਫੀਲ ਨਹੀਂ ਕਰਨਗੇ। ਉਹ ਕਹਿੰਦੇ ਹੋ ਗਿਆ, ਸ਼ੁਕਰ ਹੈ, ਠੀਕ ਵੀ ਹੋ ਜਾਣਾ। ਜਿੱਦਾਂ ਬੰਦਾ ਮਾੜੇ ਜਿਹੇ ਦੁੱਖ ਨੂੰ ਦੇਖ ਕੇ ਘਬਰਾ ਜਾਂਦਾ ਹੈ, ਹਾਏ ਮੇਰਾ ਕੀ ਬਣੇਗਾ। ਜਰਾ ਗੌਰ ਕਰਨਾ। ਇਸ ਲਈ ਤੁਹਾਨੂੰ ਇੱਕ ਨੁਕਤਾ ਦੇਵਾਂਗੇ ਕਿ ਜਦੋਂ ਜੀਵਨ 'ਚ ਪਰੇਸ਼ਾਨੀ ਆਵੇ ਨਾ, ਕਈ ਵਾਰ ਬੰਦਾ ਸੋਚਣ ਲੱਗ ਜਾਂਦਾ ਹੈ, ਅਜੇ ਮੇਰੇ ਬੱਚੇ ਦੀ ਸ਼ਾਦੀ ਨਾ ਹੋਏ ਕੀ ਬਣੇਗਾ, ਕੀ ਹੋਏਗਾ, ਆ ਮੇਰੀ ਨੌਕਰੀ ਚਲੀ ਗਈ ਕੀ ਬਣੇਗਾ, ਕੀ ਹੋਏਗਾ, ਜੇ ਆਹ ਕੰਮ ਇਦਾਂ ਹੋ ਗਿਆ ਤਾਂ ਕੀ ਹੋਏਗਾ। ਇਦਾਂ ਦੀਆਂ ਬਹੁਤ ਟੈਨਸ਼ਨਾਂ ਬੰਦਾ ਉੱਦਾਂ ਹੀ ਸੋਚ ਕੇ ਲੈਂਦਾ ਰਹਿੰਦਾ ਹੈ। ਹੋ ਜਾਂਦਾ ਕਿ ਨਹੀਂ? ਅੱਜ ਮੈਂ ਦੁਕਾਨ ਖੋਲ੍ਹ ਲਈ, ਦੁਕਾਨ ਨਾ ਚੱਲੀ ਫੇਰ ਕੀ ਬਣੂਗਾ। ਅੱਜ ਮੇਰੀ ਨੌਕਰੀ ਚਲੀ ਗਈ ਫੇਰ ਕੀ ਬਣੂਗਾ। ਅੱਜ ਮੇਰੇ ਘਰ 'ਚ ਚੋਰੀ ਹੋ ਗਈ ਫਿਰ ਕੀ ਬਣੂਗਾ। ਅੱਜ ਆਹ ਕੰਮ ਮੇਰਾ ਹੋ ਗਿਆ ਫਿਰ ਮੇਰਾ ਕੀ ਹੋਏਗਾ। ਹੁਣ ਜਦੋਂ ਇਦਾਂ ਦੀਆਂ ਚੀਜ਼ਾਂ ਅਸੀਂ ਸੋਚਦੇ ਹਾਂ ਤਾਂ ਹਾਲੇ ਹੋਇਆ ਕੁਝ ਵੀ ਨਹੀਂ ਹੈ, ਪਰ ਸੋਚ ਕੇ ਪਹਿਲਾਂ ਹੀ ਦੁਖੀ ਹੁੰਦੇ ਰਹਿੰਦੇ। ਪਰ ਕੀ ਹੋਏਗਾ? ਇੱਥੇ ਤੁਹਾਨੂੰ ਕਵਾਂਗੇ ਕਿ ਜਿਨ੍ਹਾਂ ਨੇ ਅੰਦਰੋਂ ਆਪਣੇ ਮਾਲਿਕ ਨੂੰ ਜਾਣ ਲਿਆ ਨਾ, ਪਤਾ ਕੀ ਕਹਿੰਦੇ ਹੈ? ਉਹ ਇਹ ਨਹੀਂ ਕਹਿੰਦੇ ਕੀ ਹੋਏਗਾ, ਉਹ ਕਹਿੰਦੇ ਜੋ ਹੋਏਗਾ ਦੇਖਿਆ ਜਾਏਗਾ, ਮੇਰਾ ਮਾਲਿਕ ਮੇਰੇ ਨਾਲ ਹੈ। ਕੀ ਫਰਕ ਪੈਂਦਾ? ਜੋ ਹੋਏਗਾ। ਜੇ ਹੁੰਦਾ ਬੰਦਾ ਕਹਿੰਦਾ ਨਾ, ਉਹ ਕੀ ਹੋਇਆ ਜੇ ਰਸਤੇ 'ਚ ਗੱਡੀ ਖਰਾਬ ਹੋ ਗਈ, ਇਹ ਟੈਨਸ਼ਨ ਵਾਲਾ ਬੰਦਾ ਹੈ, ਕੀ ਬਣੂਗਾ ਜੇ ਰਸਤੇ 'ਚ ਗੱਡੀ ਖਰਾਬ ਹੋ ਗਈ। ਤਾਂ ਜਿਹੜਾ ਮਾਲਿਕ ਦੇ ਪਿਆਰ ਵਾਲਾ, ਉਹ ਕਹਿੰਦੇ ਹੋਏਗੀ ਤਾਂ ਦੇਖੀ ਜਾਏਗੀ, ਹਾਲ ਤਾਂ ਚੱਲ ਰਹੀ ਹੈ ਨਾ, ਇਹਦਾ ਆਨੰਦ ਲਈਏ। ਜਦੋਂ ਹੋਏਗੀ ਦੇਖੀ ਜਾਏਗੀ, ਪਹਿਲੇ ਕੀ ਸੋਚਣਾ? ਹੁਣ ਤਾਂ ਸਫ਼ਰ ਦਾ ਆਨੰਦ ਲਓ, ਹੁਣ ਤਾਂ ਜ਼ਿੰਦਗੀ ਦਾ ਆਨੰਦ ਲਓ। ਜਦੋਂ ਕੁਝ ਹੋਏਗਾ ਦੇਖਿਆ ਜਾਏਗਾ, ਕਿਉਂਕਿ ਜਿਸਨੇ ਜ਼ਿੰਦਗੀ ਦਿੱਤੀ ਹੈ, ਜੇ ਕੁਝ ਇਦਾਂ ਦਾ ਹਾਲਾਤ ਹੋਇਆ ਵੀ ਤਾਂ ਮੈਨੂੰ ਉਹ ਚੋਂ ਨਿਕਲਣ ਦੀ ਤਾਕਤ ਵੀ ਉਹ ਜ਼ਰੂਰ ਦੇਵੇਗਾ। ਮੈਂ ਕਿਉਂ ਪਹਿਲੇ ਟੈਨਸ਼ਨ ਲਵਾਂ? ਪਹਿਲੇ ਹੀ ਨਾ ਟੈਨਸ਼ਨ ਲਓ। ਬੰਦਾ ਕੀ ਹੈ, ਪਹਿਲੇ ਹੀ ਟੈਨਸ਼ਨਾਂ ਲੈ ਕੇ ਬਹਿ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਜਿਸ ਤਰ੍ਹਾਂ ਕਈ ਵਾਰ ਹੁੰਦਾ ਨਾ ਕਿ ਇੱਕ ਔਰਤ ਦੇ ਗਰਭ 'ਚ ਬੱਚਾ ਹੈ, ਤਾਂ ਜੇ ਉਹ ਸੋਚੇ ਪਤਾ ਨਹੀਂ ਕੀ ਹੋਣਾ ਹੈ, ਕੀ ਹੋਣ ਦਾ ਮਤਲਬ ਪਤਾ ਨਹੀਂ ਬੱਚਾ ਸਹੀ ਹੋਣਾ, ਮੈਨੂੰ ਨਾ ਕੁਝ ਹੋ ਜਾਵੇ, ਬੱਚੇ ਨੂੰ ਨਾ ਕੁਝ ਹੋਵੇ, ਤਾਂ ਪਹਿਲੇ ਹੀ ਟੈਨਸ਼ਨਾਂ ਲੈ ਕੇ ਉਹ ਆਪਣੀ ਸਿਹਤ ਨੂੰ ਜ਼ਿਆਦਾ ਸੋਚ ਕੇ ਖਰਾਬ ਕਰ ਲੈਂਦੀ ਮਾਂ। ਤਾਂ ਜੇ ਮਾਂ ਸੋਚੇ ਉਹ ਮਾਲਿਕ ਨਾਲ ਹੈ, ਜੋ ਹੋਏਗਾ ਅੱਛਾ ਹੀ ਹੋਏਗਾ, ਨਾ ਮੈਨੂੰ ਕੁਝ ਹੋਣਾ ਨਾ ਮੇਰੇ ਬੱਚੇ ਨੂੰ ਕੁਝ ਹੋਣਾ, ਤਾਂ ਉਹਦਾ ਹਰ ਦਿਨ ਹਰ ਘੜੀ ਕਿੱਦਾਂ ਗੁਜ਼ਰੇਗੀ? ਸ਼ਾਂਤੀ ਨਾਲ, ਖੁਸ਼ੀ ਨਾਲ। ਇਸ ਲਈ ਜਿਹੜੇ ਮਾਲਿਕ ਦੇ ਪਿਆਰੇ, ਉਹ ਇਹ ਪਰਵਾਹ ਨਹੀਂ, ਇਹ ਚਿੰਤਾ ਨਹੀਂ ਕਰਦੇ ਕੀ ਹੋਏਗਾ ਅਗਰ ਇਦਾਂ ਹੋ ਗਈ, ਕੀ ਹੋਏਗਾ ਅਗਰ ਉਦਾਂ ਹੋ ਗਈ, ਬਲਕਿ ਉਹ ਕਹਿੰਦੇ ਐ ਉਹ ਮੇਰਾ ਮਾਲਿਕ ਮੇਰੇ ਨਾਲ ਹੈ, ਜੋ ਹੋਏਗਾ ਅੱਛਾ ਹੀ ਹੋਏਗਾ। ਜਦੋਂ ਹੋਏਗਾ ਦੇਖਿਆ ਜਾਏਗਾ, ਜੋ ਹੋਏਗਾ ਦੇਖਿਆ ਜਾਏਗਾ, ਕਿਉਂਕਿ ਉਹਦੀ ਰਹਿਮਤ, ਉਹ ਮੇਰਾ ਮਾਲਿਕ ਮੇਰੇ ਨਾਲ ਹੈ, ਪਹਿਲੀ ਕਿਉਂ ਫਿਕਰ ਕਰਨੀ। ਸੋ ਆਪਣੇ ਇਹ ਪਲਾਂ ਦਾ, ਇਹ ਜੀਵਨ ਦਾ ਆਨੰਦ ਲੈਣਾ ਹੈ, ਇੱਕ ਇੱਕ ਪਲ ਦਾ। ਅਸੀਂ ਐਵੇਂ ਡਰ ਕੇ ਆਪਣੇ ਇਹਨਾਂ ਪਲਾਂ ਨੂੰ, ਇਹਨਾਂ ਘੜੀਆਂ ਨੂੰ ਬਰਬਾਦ ਨਹੀਂ ਕਰਨਾ ਸੀ, ਕਿਉਂਕਿ ਇਹ ਪਲ ਬੜੇ ਕੀਮਤੀ ਹੈ। ਸਮਝ ਆ ਗਈ ਕਿ ਨਹੀਂ? ਇਸ ਲਈ ਫਿਰ ਕਵਾਂਗੇ, ਡਰ ਨੂੰ ਆਪਣੇ ਉੱਪਰ ਇੰਨਾ ਹਾਵੀ ਨਾ ਹੋਣ ਦਿਓ ਕਿ ਡਰ ਹੀ ਤੁਹਾਡੀ ਜਾਨ ਲੈ ਲਵੇ। ਕਿਉਂਕਿ ਜ਼ਿਆਦਾਤਰ ਜਿੱਦਾਂ ਹੀ ਕਈ ਵਾਰ ਦੱਸੀਦਾ ਹੈ ਕਿ ਜੋ ਡਰ ਗਿਆ ਸਮਝੋ ਇਹ ਡਰ ਹੀ ਬੰਦੇ ਦੀ ਜਾਨ ਲੈ ਲੈਂਦਾ ਹੈ। ਇਸ ਲਈ ਡਰ ਨੂੰ ਹਾਵੀ ਨਹੀਂ ਹੋਣ ਦੇਣਾ, ਆਪਣੇ ਵਿਸ਼ਵਾਸ ਨੂੰ ਆਪਣੇ ਤੇ ਹਾਵੀ ਕਰੋ, ਆਪਣੀ ਹਿੰਮਤ ਨੂੰ ਆਪਣੇ ਤੇ ਹਾਵੀ ਕਰੋ ਕਿ ਮੈਂ ਨਹੀਂ ਡਰਦਾ, ਕਿਉਂਕਿ ਮੈਨੂੰ ਆਪਣੇ ਮਾਲਿਕ ਤੇ ਵਿਸ਼ਵਾਸ ਹੈ, ਉਹ ਹਰ ਪਲ ਮੇਰੇ। ਇਸ ਲਈ ਤੁਹਾਡੇ ਅੰਦਰ ਡਰ ਹੈ ਜਾਂ ਵਿਸ਼ਵਾਸ ਹੈ? ਚੈੱਕ ਕਰੋ ਥੋੜਾ ਆਪਣੇ ਆਪ ਨੂੰ। ਜਿਹਨਾਂ ਅੰਦਰ ਡਰ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਸਮਝ ਲਓ ਮਰ ਕੇ ਜੀ ਰਹੇ ਆ ਉਹ। ਤਾਂ ਜਿਹਨਾਂ ਅੰਦਰ ਵਿਸ਼ਵਾਸ ਹੈ ਉਹੀ ਜੀਵਨ ਦੇ ਹਰ ਪਲ ਦਾ ਪੂਰਾ ਆਨੰਦ ਲੈਂਦੇ ਆ, ਉਹ ਜੀਵਨ ਦੇ ਹਰ ਪਲ ਦਾ ਪੂਰਾ ਮਜ਼ਾ ਲੈਂਦੇ ਆ। ਜਿੱਦਾਂ ਇੱਕ ਬਾਦਸ਼ਾਹ ਨੇ ਸਵਾਲ ਕੀਤਾ ਸੀ ਆਪਣੇ ਵਜ਼ੀਰ ਨੂੰ ਕਿ ਵਜ਼ੀਰ, ਜ਼ਿੰਦਗੀ ਜੀਣਾ ਕਿਹਨੂੰ ਕਹਿੰਦੇ ਹੈ? ਤਾਂ ਉਸ ਵੇਲੇ ਵਜ਼ੀਰ ਨੇ ਕਿਹਾ ਕਿ ਮਹਾਰਾਜਾ, ਜਿਹੜੀ ਜ਼ਿੰਦਗੀ ਤੁਸੀਂ, ਮੈਂ ਜਾਂ ਹੋਰ ਲੋਕ ਜੀਂਦੇ ਆ ਨਾ, ਇਹ ਜ਼ਿੰਦਗੀ ਨਹੀਂ ਹੈ। ਤੁਸੀਂ ਪੁੱਛਿਆ ਜ਼ਿੰਦਗੀ ਜੀਣਾ ਕਿਹਨੂੰ ਕਹਿੰਦੇ ਆ? ਤਾਂ ਮੈਂ ਇੱਕ ਸ਼ਖਸੀਅਤ ਨੂੰ ਜਾਣਦਾ ਜਿਹਨੂੰ ਕਹਿੰਦੇ ਆ ਜ਼ਿੰਦਗੀ ਜੀਣਾ, ਜ਼ਿੰਦਗੀ ਜੀਣ ਦੀ ਕਲਾ। ਤਾਂ ਬਾਦਸ਼ਾਹ ਕਹਿੰਦਾ ਫਿਰ ਮੈਂ ਵੀ ਉਹਨੂੰ ਦੇਖਣਾ ਚਾਹੁੰਦਾ ਹਾਂ ਕਿ ਕੌਣ ਹੈ, ਕਿਹੜੀ ਸ਼ਖਸੀਅਤ ਹੈ। ਤਾਂ ਵਜ਼ੀਰ ਨੇ ਦੱਸਿਆ ਜੀ ਇੱਕ ਫਕੀਰ, ਉਹ ਹਰ ਵੇਲੇ ਆਨੰਦ ਵਿੱਚ ਰਹਿੰਦਾ ਹੈ, ਹਰ ਵੇਲੇ ਖੁਸ਼ ਰਹਿੰਦਾ ਹੈ। ਮਹਾਰਾਜ ਕੋਈ ਵੀ ਹਾਲਾਤ ਹੋ ਜਾਵੇ, ਕਿਸੇ ਤਰ੍ਹਾਂ ਦੀ ਸਾਹਮਣੇ ਮੁਸ਼ਕਿਲ ਆ ਜਾਵੇ, ਉਹਦੇ ਚਿਹਰੇ ਤੇ ਹਰ ਵੇਲੇ ਖੁਸ਼ੀ ਰਹਿੰਦੀ ਹੈ। ਬਾਦਸ਼ਾਹ ਕਹਿੰਦਾ ਅੱਛਾ,
ਬੜੀ ਤੋਂ ਬੜੀ ਮੁਸ਼ਕਿਲ 'ਚ ਵੀ ਖੁਸ਼ ਰਹਿੰਦਾ ਹੈ। ਵਜ਼ੀਰ ਕਹਿੰਦਾ ਜੀ ਹਾਂ, ਔਰ ਜ਼ਿੰਦਗੀ ਦਾ ਮਤਲਬ ਹੀ ਇਹ ਹੈ ਕਿ ਹਰ ਪਲ ਸਾਡਾ ਖੁਸ਼ੀ ਨਾਲ ਗੁਜ਼ਰੇ, ਆਨੰਦ ਨਾਲ ਗੁਜ਼ਰੇ। ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਜਰਾ ਇੱਕ ਗੱਲ ਦਾ ਜਵਾਬ ਦੇਣਾ ਕਿ ਤੁਹਾਡੀ ਜ਼ਿੰਦਗੀ ਕਿੱਦਾਂ ਗੁਜ਼ਰ ਰਹੀ ਹੈ? ਹੱਸਦਿਆਂ ਗੁਜ਼ਰਦੀ ਹੈ ਜਾਂ ਟੈਨਸ਼ਨਾਂ ਲੈ ਕੇ ਗੁਜ਼ਰਦੀ ਹੈ? ਅਗਰ ਟੈਨਸ਼ਨਾਂ ਲੈ ਕੇ ਡਰ ਕੇ ਗੁਜ਼ਰਦੀ ਤਾਂ ਇਹਦਾ ਮਤਲਬ ਫਿਰ ਅਸੀਂ ਜ਼ਿੰਦਗੀ ਕੱਟ ਰਹੇ ਹਾਂ, ਜ਼ਿੰਦਗੀ ਜੀ ਨਹੀਂ ਰਹੇ। ਜ਼ਿੰਦਗੀ ਜੀਣ ਦਾ ਮਤਲਬ ਹੈ, ਜਿੱਦਾਂ ਸਮਝ ਲਓ ਇੱਕ ਬੰਦਾ ਗੱਡੀ 'ਚ ਬਹਿ ਕੇ ਕਿਤੇ ਯਾਤਰਾ ਕਰ ਰਿਹਾ, ਉਹਨੇ ਕਿਸੇ ਮੰਜ਼ਿਲ ਤੇ ਜਾਣਾ ਹੈ, ਤੇ ਇੱਕ ਹੁੰਦਾ ਬੰਦਾ ਰੋਂਦਾ ਹਾਏ ਹਾਏ ਕਰਦਾ ਜਾ ਰਿਹਾ, ਇਹਦਾ ਮਤਲਬ ਸਫ਼ਰ ਕੱਟ ਰਿਹਾ ਹੈ ਕਿ 8 ਘੰਟੇ ਦਾ ਸਫ਼ਰ ਹੈ, ਰੋ ਕੇ ਚਿੰਤਾ ਕਰਕੇ ਕੱਟਣਾ ਹੈ। ਤੇ ਇੱਕ ਹੁੰਦਾ ਹੈ ਉਹ ਸਫ਼ਰ ਦੇ ਹਰ ਪਲ ਦਾ ਆਨੰਦ ਲੈਂਦਾ। ਉਹ ਦੇਖੋ ਕਿੰਨਾ ਸੋਹਣਾ ਝਰਨਾ, ਉਹ ਕਿੰਨਾ ਸੋਹਣਾ ਪਹਾੜ, ਉਹ ਕਿੰਨੀ ਸੋਹਣੀ ਹਵਾ, ਉਹ ਪੂਰਾ ਆਨੰਦ ਲੈਂਦਾ ਹੈ। ਇਹਦਾ ਮਤਲਬ ਸਫ਼ਰ ਉਹ ਵੀ 8 ਘੰਟੇ ਦਾ ਕਰਦਾ ਹੈ, ਪਰ ਉਹਨੇ ਸਫ਼ਰ ਦਾ ਪੂਰਾ ਆਨੰਦ ਲਿਆ। ਸਫ਼ਰ ਤਾਂ ਲੰਘਣਾ ਹੀ ਹੈ। ਟ੍ਰੇਨ 'ਚ ਬੈਠੇ ਹੋ, ਟ੍ਰੇਨ ਨੇ ਤਾਂ ਚਲੀ ਜਾਣਾ ਹੈ, ਰੁਕਣੀ ਨਹੀਂ ਹੈ। ਪਰ ਇਹ ਤੁਹਾਡੇ ਤੇ ਕਿ ਤੁਸੀਂ ਅੰਦਰ ਹਾਏ ਹਾਏ ਕਰਦੇ ਜਾ ਰਹੇ ਹੋ ਜਾਂ ਆਨੰਦ ਲੈਂਦੇ ਜਾ ਰਹੇ ਹੋ। ਹੁਣ ਇਸੇ ਤਰ੍ਹਾਂ ਫਿਰ ਤੁਹਾਨੂੰ ਪੁੱਛਾਂਗੇ, ਚੈੱਕ ਕਰੋ ਆਪਣੇ ਆਪ ਨੂੰ ਕਿ ਅਸੀਂ ਜ਼ਿੰਦਗੀ ਜੀ ਰਹੇ ਹਾਂ ਜਾਂ ਜ਼ਿੰਦਗੀ ਕੱਟ ਰਹੇ ਹਾਂ। ਅਸੀਂ ਜਿਹੜਾ ਹਰ ਵੇਲੇ ਚਿੰਤਾ ਕਰਦਾ ਰਹਿੰਦਾ ਹੈ, ਹਰ ਵੇਲੇ ਡਰਿਆ ਰਹਿੰਦਾ ਹੈ, ਮੇਰੇ ਨਾਲ ਇਦਾਂ ਨਾ ਹੋ ਜਾਵੇ, ਉੱਦਾਂ ਨਾ ਹੋ ਜਾਵੇ, ਤਾਂ ਇਹਦਾ ਮਤਲਬ ਜ਼ਿੰਦਗੀ ਕੱਟ ਰਿਹਾ ਹੈ, ਇਹ ਜੀ ਨਹੀਂ ਰਿਹਾ। क्योंकि जिंदगी उसी की है, जिंदगी उसी की है जो मुस्कुराना जानता है। कहती जिंदगी है जेड़ा, हुण तुहाडी जिंदगी केड़ी है जरा दस दिओ सानू, मुस्कुरा के दस दिओ, पता लगे तुसीं जिंदगी जी रहे हो, कट नहीं रहे हो, जिंदगी का आनंद लै रहे हो, हर पल का लै रहे हो कि नहीं? ते मुस्कुराओ थोड़ा जिहा। जिंदगी उसी की है जो मुस्कुराना जानता है, रोशनी उसी की है जो नफरतों के पर्दे गिराना जानता है। जूं तो बहुत हैं दुनिया में मंदिर मस्जिद और गुरुद्वारे, जूं तो बहुत हैं दुनिया में मंदिर मस्जिद और गुरुद्वारे, मगर खुदा उनको मिलता है जो दिलों में प्रेम के दीपक जलाना जानता है। जिंदगी उसी की है जो मुस्कुराना। ਹੁਣ ਜਦੋਂ ਲੱਗੇ ਨਾ ਸਵਾਲ ਆ ਪੁੱਛ ਲਿਆ ਕਰੋ ਆਪਣੇ ਆਪ ਨੂੰ, ਮੈਂ ਜੀ ਰਿਹਾ ਜਾਂ ਕੱਟ ਰਿਹਾ ਆ। ਜੇ ਜੀ ਰਿਹਾ ਤਾਂ ਫਿਰ ਹੱਸ ਦੇਵਾਂ ਥੋੜਾ ਜਿਹਾ, ਚਾਹੇ ਕਿਤੇ ਵੀ ਹੋਵਾਂ ਥੋੜਾ ਜਿਹਾ ਮੁਸਕਰਾ ਦੇਵਾਂ, ਔਰ ਮੁਸਕਰਾ ਕੇ ਆਪਣੇ ਮਾਲਿਕ ਨੂੰ ਦੱਸ ਦੇਵਾਂ ਕਿ ਇਹ ਮਾਲਿਕ ਤੇਰੀ ਦਿੱਤੀ ਜ਼ਿੰਦਗੀ ਮੈਂ ਕੱਟ ਨਹੀਂ ਰਿਹਾ, ਆਨੰਦ ਲੈ ਰਿਹਾ ਮੈਂ ਇਹਦਾ, ਇਹ ਜ਼ਿੰਦਗੀ ਦਾ ਆਨੰਦ ਲੈ ਰਿਹਾ ਹਾਂ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਹੁਣ ਫਰਜ਼ ਕਰੋ ਕੋਈ ਸਾਨੂੰ ਦੇ ਦੇਵੇ ਨਾ ਕੋਈ ਚੀਜ਼, ਚਾਹੇ ਉਦਾਹਰਨ ਲੈ ਲਓ ਕਿਸੇ ਨੇ ਰੋਟੀ ਦੇ ਦਿੱਤੀ ਖਾਣ ਨੂੰ, ਹੁਣ ਰੋਟੀ ਖਾ ਰਹੇ ਨਾਲ ਰੋਈ ਜਾਂਦੇ ਆ, ਕੋਈ ਪੁੱਛੇ ਕਿੱਦਾਂ ਸਵਾਦ, ਬਹੁਤ ਸਵਾਦ ਹੈ, ਬਹੁਤ ਸਵਾਦ, ਨਾਲ ਰੋਈ ਜਾਣਾ। ਜਿਹਦਾ ਨੱਥੂ ਲਾਲ ਦੀ ਗੱਲ ਯਾਦ ਆ ਗਈ ਸਾਨੂੰ ਕਿ ਨੱਥੂ ਲਾਲ ਦਾ ਨਵਾਂ ਨਵਾਂ ਵਿਆਹ ਹੋਇਆ। ਜਦੋਂ ਨਵਾਂ ਨਵਾਂ ਵਿਆਹ ਹੋਇਆ ਤਾਂ ਘਰ ਵਾਲੀ ਨੇ ਪਹਿਲੀ ਵਾਰ ਪਰੌਂਠੇ ਬਣਾਏ, ਪਹਿਲੀ ਵਾਰ ਪਰੌਂਠੇ ਬਣਾਏ ਤਾਂ ਨੱਥੂ ਲਾਲ ਬੜੀ ਖੁਸ਼ੀ ਨਾਲ ਹੱਥ ਉੱਤ ਹੋ ਕੇ ਨਾ ਟੇਬਲ ਤੇ ਬਹਿ ਗਿਆ। ਕਹਿੰਦੇ ਲਿਆ ਫੇ ਭਾਗਵਾਨ ਨੇ ਪਹਿਲੀ ਵਾਰ ਤੇਰੇ ਹੱਥ ਦੇ ਪਰੌਂਠੇ ਖਾਣੇ ਆ। ਕਹਿੰਦੀ ਜੀ ਬੜੇ ਪਿਆਰ ਨਾਲ ਬਣਾਏ ਆ। ਹੁਣ ਜਿੱਦਾਂ ਹੀ ਨੱਥੂ ਲਾਲ ਨੇ ਪਹਿਲੀ ਬੁਰਕੀ ਖਾਧੀ ਤਾਂ ਲੂਣ ਇੰਨਾ ਤੇਜ਼ ਕਿ ਬੁਰਕੀ ਅੰਦਰ ਨਾ ਜਾਵੇ, ਕਿਉਂਕਿ ਪਹਿਲੀ ਵਾਰ ਬਣਾਏ ਵਿਚਾਰੀ ਨੇ। ਪਰ ਨੱਥੂ ਲਾਲ ਨੇ ਇੱਕ ਬੁਰਕੀ ਬੜਾ ਚਵਾ ਚਵਾ ਕੇ ਅੱਖਾਂ 'ਚ ਪਾਣੀ ਆ ਗਿਆ, ਪਰ ਖਾ ਲਈ ਕਿਸੇ ਤਰ੍ਹਾਂ ਕਿ ਇਹਨੂੰ ਹੁਣ ਕੀ ਕਹਿਣਾ ਹੈ। ਪਹਿਲੀ ਵਾਰ ਵਿਚਾਰੀ ਨੇ ਬਣਾਏ ਆ, ਤੈਨੂੰ ਕੀ ਕਹਿਣਾ, ਲੂਣ ਜ਼ਿਆਦਾ ਪਾ ਤੇ ਲੜਨਾ ਕੀ ਇਹਦੇ ਨਾਲ, ਚਲੋ ਇਹਦੀ ਖੁਸ਼ੀ ਵਾਸਤੇ ਔਖਾ ਸੌਖਾ ਖਾ ਜਾਵਾਂ। ਇਹਨੇ ਇੱਕ ਬੁਰਕੀ ਖਾਧੀ, ਅੱਖਾਂ 'ਚ ਪਾਣੀ। ਘਰ ਵਾਲੀ ਦੂਜਾ ਪਰੌਂਠਾ ਲੈ ਕੇ ਆਈ, ਕਹਿੰਦੀ ਜੀ ਕੀ ਗੱਲ ਹੋ ਗਈ, ਸਵਾਦ ਨਹੀਂ ਬਣੇ? ਕਹਿੰਦਾ ਬਹੁਤ ਸਵਾਦ ਹੈ, ਬਹੁਤ ਸਵਾਦ ਹੈ, ਮੂੰਹ ਬਹੁਤ ਸਵਾਦ ਹੈ, ਬਹੁਤ ਮਜ਼ਾ ਆ ਰਿਹਾ। ਕਹਿੰਦੀ ਫਿਰ ਰੋਂਦੇ ਕਾਹਨੂੰ ਆ? ਕਹਿੰਦੇ ਤਾਂ ਖੁਸ਼ੀ ਦੇ ਆਂਸੂ ਹੈ ਕਿ ਮੇਰੀ ਘਰ ਵਾਲੀ ਨੇ ਪਹਿਲੀ ਵਾਰ ਇੰਨੇ ਪਿਆਰ ਨਾਲ ਬਣਾਏ, ਮੈਂ ਖੁਸ਼ੀ ਨਾਲ ਰੋ ਰਿਹਾ, ਇਹ ਖੁਸ਼ੀ ਦੇ ਆਂਸੂ ਹੈ। ਉਹ ਕਹਿੰਦੀ ਅੱਛਾ ਜੀ ਇੰਨੇ ਪਸੰਦ ਹੈ, ਮੈਂ 4-5 ਹੋਰ ਲੈ ਕੇ ਆਉਂਦੀ ਫਿਰ। ਤੇਰਾ ਗੌਰ ਕਰਨਾ। ਹੁਣ ਕਈ ਵਾਰ ਇਦਾਂ ਦੀ ਜ਼ਬਰਦਸਤੀ ਦੀ ਵੀ ਖੁਸ਼ੀ ਹੁੰਦੀ ਹੈ ਕਿ ਅੰਦਰੋਂ ਦੁੱਖ ਹੈ, ਅੰਦਰੋਂ ਬੰਦਾ ਕਹਿ ਨਹੀਂ ਸਕਦਾ, ਪਰ ਬਹੁਤ ਖੁਸ਼, ਬਹੁਤ ਖੁਸ਼ ਹੈ। ਹੁਣ ਤੁਹਾਡੀ ਖੁਸ਼ੀ ਕਿਹੜੀ, ਅਸਲੀ ਹੈ ਕਿ ਨਕਲੀ? ਕਿ ਮਾਲਕਾਂ ਨੂੰ ਵੀ ਕਹਿ ਦਈਏ ਬਹੁਤ ਖੁਸ਼ ਹੈ ਜੀ ਮੈਂ ਅੰਦਰੋਂ। ਸੋ ਦੇਖੋ ਇਹ ਜ਼ਿੰਦਗੀ ਵਾਕਈ ਉਹਦੀ ਹੈ। ਹੁਣ ਤੁਸੀਂ ਹੱਸਦੇ ਹੋ ਤਾਂ ਇੱਕ ਮਜ਼ਾ ਆਉਂਦਾ ਕਿ ਨਹੀਂ ਜ਼ਿੰਦਗੀ ਦਾ? ਆਪ ਸੋਚ ਕੇ ਦੱਸੋ ਸਾਨੂੰ। ਜਦੋਂ ਖੁਸ਼ ਹੁੰਦੇ ਹੋ, ਹੱਸਦੇ ਹੋ, ਹੁਣ ਇਹੀ ਤਾਂ ਸਾਡੀ ਆਤਮਾ ਦੀ ਖੋਜ ਹੈ। ਕਿਉਂਕਿ ਤੁਸੀਂ ਦੇਖੋ ਬੰਦਾ ਹਰ ਚੀਜ਼ 'ਚ ਖੁਸ਼ੀ ਲੱਭਦਾ ਹੈ, ਲੱਭਦਾ ਹੈ ਕਿ ਨਹੀਂ? ਬੰਦਾ ਕਹਿੰਦਾ ਮੈਨੂੰ ਅੱਛਾ ਕੱਪੜਾ ਚਾਹੀਦਾ, ਕਿਉਂ? ਤਾਂ ਕਿ ਖੁਸ਼ੀ ਮਿਲੇ, ਪਾ ਕੇ ਖੁਸ਼ੀ ਮਿਲੇ। ਜਿਹੜਾ ਕੱਪੜਾ ਮੈਨੂੰ ਦੁੱਖ ਦੇਗਾ, ਚਾਹੇ ਲੱਖਾਂ ਦਾ ਵੀ ਹੋਵੇ, ਉਹ ਪਾਣਾ ਨਹੀਂ ਬੰਦੇ ਨੇ। ਹੁਣ ਤੁਹਾਡੀ ਜੁੱਤੀ, ਜੇ ਇੱਕ 8 ਨੰਬਰ ਦੀ ਜੁੱਤੀ ਆਂਦੀ ਹੈ ਔਰ ਕੋਈ ਤੁਹਾਨੂੰ 7 ਨੰਬਰ ਦੀ ਜੁੱਤੀ ਜ਼ਬਰਦਸਤੀ ਪਵਾ ਦੇ ਔਰ ਕਵੇ ਲੈ ਭਾਈ 1 ਲੱਖ ਰੁਪਏ ਦੀ ਹੈ, ਤੂੰ ਪਾ ਕੇ ਹੀ ਤੁਰਨਾ ਆ,
ਤਾਂ ਤੁਸੀਂ ਕਿੰਨੇ ਕਦਮ ਤੁਰੋਗੇ ਉਹਦੇ ਨਾਲ? ਤੁਸੀਂ ਕਹਿਣਾ ਭਾਈ ਲੱਖਾਂ ਨੂੰ ਛੱਡ, ਜਿਹੜੀ ਦੁੱਖ ਦੇ ਰਹੀ ਹੈ ਨਾ ਮੈਨੂੰ, ਇਹਨੂੰ ਮੈਂ 4 ਕਦਮ ਨਹੀਂ ਤੁਰ ਸਕਦਾ, ਮੈਨੂੰ ਭਾਈ ਸਸਤੀ ਰਹਿਣ ਦੇ, ਪਰ ਦੇ ਉਹ ਜਿਹੜੀ ਮੈਨੂੰ ਆਰਾਮ ਦੇਵੇ। ਕਿਉਂਕਿ ਬੰਦਾ ਹਰ ਚੀਜ਼ 'ਚ ਖੁਸ਼ੀ ਲੱਭਦਾ ਹੈ ਕਿ ਮੈਂ ਜੁੱਤੀ ਵੀ ਪਾਵਾਂ ਮੈਨੂੰ ਆਰਾਮ ਦੇਵੇ, ਖੁਸ਼ੀ ਦੇਵੇ, ਕੱਪੜਾ ਪਾਵਾਂ ਮੈਨੂੰ ਖੁਸ਼ੀ ਦੇਵੇ। ਯਾਨੀ ਹਰ ਚੀਜ਼ ਪਿੱਛੇ ਕਿਤੇ ਨਾ ਕਿਤੇ ਜੁੜੀ ਖੁਸ਼ੀ ਹੁੰਦੀ ਕਿ ਮੈਨੂੰ ਖੁਸ਼ੀ ਚਾਹੀਦੀ ਹੈ। ਇਸ ਲਈ ਜ਼ਿੰਦਗੀ ਉਸੇ ਕੀ ਹੈ, ਇਹ ਜ਼ਿੰਦਗੀ ਵਾਕਈ ਉਹਦੀ ਹੈ ਜਿਹੜਾ ਅੰਦਰੋਂ ਖੁਸ਼ ਰਹਿਣ ਦੀ ਕਲਾ ਸਿੱਖ ਲੈਂਦਾ ਕਿ ਬਾਹਰ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਹਰ ਹਾਲਾਤ ਵਿੱਚ ਮੈਂ ਖੁਸ਼ ਰਹਿਣਾ ਹੈ। ਇਸ ਲਈ ਜਦੋਂ ਮੌਕਾ ਮਿਲੇ ਥੋੜਾ ਜਿਹਾ ਮੁਸਕਰਾ ਰਿਹਾ ਕਰੋ ਔਰ ਆਪਣੇ ਮਾਲਿਕ ਨੂੰ, ਇਹ ਮਾਲਿਕ ਸ਼ੁਕਰੀਆ ਜ਼ਿੰਦਗੀ ਦੇਣ ਦਾ, ਦੇਖ ਲੈ ਤੇਰੀ ਦਿੱਤੀ ਜ਼ਿੰਦਗੀ ਦਾ ਆਨੰਦ ਲੈ ਰਿਹਾ ਮੈਂ। ਤਾਂ ਫਿਰ ਰੱਬ ਨੇ ਕਹਿਣਾ ਜੇ ਆਨੰਦ ਲੈ ਰਿਹਾ ਹੱਸ ਕੇ ਦਿਖਾ ਫਿਰ, ਕਿਉਂਕਿ ਆਨੰਦ ਦਾ ਮਤਲਬ ਇਹੀ ਮੁਸਕਰਾ ਕੇ ਦਿਖਾ। ਤਾਂ ਜੇ ਬੰਦਾ ਮੁਸਕਰਾਵੇ ਹੀ ਨਾ ਤਾਂ ਫਿਰ ਇਹਦਾ ਮਤਲਬ ਹੈ ਉਹਦੀ ਅੰਦਰ, ਜਿੱਦਾਂ ਦੱਸਿਆ ਨਾ ਬਰੂਸ ਲਿਪਟਨ ਨੇ, ਕਿ ਜੈਸੀ ਸਾਡੀ ਸੋਚ ਹੁੰਦੀ ਹੈ ਸਾਡੇ ਸੈੱਲਾਂ ਨੂੰ ਉਹ ਕੰਟਰੋਲ ਕਰਦੀ ਹੈ। ਤਾਂ ਹੀ ਤਾਂ ਜੇ ਬੰਦਾ ਦੁੱਖ ਬਾਰੇ ਸੋਚਣਾ ਸ਼ੁਰੂ ਕਰ ਦੇਵੇ, ਸਾਡਾ ਪੂਰਾ ਜਿਹੜਾ ਸਿਸਟਮ ਹੈ ਨਾ ਸਰੀਰ ਦਾ, ਇਹ ਦੁੱਖ ਫੀਲ ਕਰਨ ਲੱਗ ਜਾਂਦਾ ਹੈ। ਤਾਂ ਜੇ ਅਸੀਂ ਖੁਸ਼ੀ ਬਾਰੇ ਸੋਚਣਾ ਸ਼ੁਰੂ ਕਰ ਦਈਏ ਤਾਂ ਸਾਡਾ ਰੋਮ ਰੋਮ, ਹੁਣ ਬੰਦਾ ਖੁਸ਼ੀ ਵਿੱਚ ਨੱਚਦਾ ਕਿਉਂ ਹੈ? ਬੰਦਾ ਕਹਿੰਦਾ ਅੱਜ ਮੈਂ ਇੰਨਾ ਖੁਸ਼ ਹਾਂ ਧਰਤੀ ਤੇ ਪੈਰ ਨਹੀਂ ਲੱਗਦੇ। ਯਾਨੀ ਖੁਸ਼ੀ ਦੀ ਇੱਥੇ ਹੁੰਦੀ ਹੈ ਪਰ ਪੈਰ ਵੀ ਆਪਣੇ ਆਪ ਚੱਕ ਹੁੰਦੇ, ਕਿਉਂਕਿ ਬਾਡੀ ਦੇ ਹਰ ਸੈੱਲ ਤੇ ਸਾਡੀ ਸੋਚ ਦਾ ਅਸਰ ਪੈਂਦਾ ਹੈ। ਤਾਂ ਜਦੋਂ ਬੰਦਾ ਦੁਖੀ ਹੁੰਦਾ ਹੈ ਤਾਂ ਫਿਰ ਬੰਦਾ ਕਹਿੰਦਾ ਯਾਰ ਕੋਈ ਫੜ ਕੇ ਉਠਾ ਦਿਓ ਮੈਨੂੰ, ਆਹ 4 ਕਦਮ ਚੱਲਣਾ ਵੀ ਔਖਾ ਹੈ। ਦੇਖਿਆ ਨਾ ਕਿਸੇ ਦੇ ਘਰ 'ਚ ਮੌਤ ਹੋ ਜਾਵੇ ਤਾਂ ਕਈਆਂ ਨੂੰ ਫੜ ਕੇ ਤੋਰਨਾ ਪੈਂਦਾ ਹੈ, ਸਹਾਰਾ ਦੇ ਕੇ ਲਿਜਾਣਾ ਪੈਂਦਾ ਹੈ। ਤਾਂ ਜਦੋਂ ਖੁਸ਼ੀ ਦੀ ਗੱਲ ਹੋਵੇ, ਵਿਆਹ ਸ਼ਾਦੀ ਹੋਵੇ, ਤਾਂ ਬੁੜੀ ਦਾਦੀ ਵੀ ਕਹਿੰਦੀ ਅੱਜ ਨਾ ਰੋਕੋ ਭੰਗੜਾ ਪਾਉਣ ਦਿਓ। ਉਹ ਦਾਦੀ ਤੇਰੇ ਤਾਂ ਗੋਡੇ ਦੁਖਦੇ ਸੀ, ਲੈ ਅੱਜ ਮੇਰੇ ਪੋਤੇ ਦਾ ਵਿਆਹ ਹੈ, ਅੱਜ ਤਾਂ ਭੰਗੜੇ ਪਾਣੇ ਹੀ ਹੈ। ਖੁਸ਼ੀ ਦੇ ਵਿੱਚ ਬੰਦੇ ਨੂੰ એનર્ਜੀ ਇੰਨੀ ਮਿਲ ਜਾਂਦੀ ਹੈ ਕਿ ਬੰਦੇ ਨੂੰ ਦੁੱਖ ਵੀ ਆਪਣੇ, और ये गल सही है कि नहीं? क्योंकि ਤੁਹਾਨੂੰ ਫਿਰ ਕਵਾਂਗੇ ਇਹ ਤੁਹਾਡੀ ਸੋਚ ਦਾ ਬੜਾ ਪ੍ਰਭਾਵ ਤੁਹਾਡੇ ਤੇ ਪੈਂਦਾ ਹੈ। ਜੇ ਬਿਮਾਰੀਆਂ ਬਾਰੇ ਸੋਚੋਗੇ ਤਾਂ ਜਲਦੀ ਬਿਮਾਰੀਆਂ ਨੇ ਘੇਰਾ ਪਾ ਲੈਣਾ, ਤਾਂ ਜੇ ਤੰਦਰੁਸਤੀ ਬਾਰੇ, ਮਾਲਕ ਦੀਆਂ ਰਹਿਮਤਾਂ ਬਾਰੇ ਸੋਚੋਗੇ ਤਾਂ ਤੁਹਾਨੂੰ ਹਰ ਜਗ੍ਹਾ ਮਾਲਕ ਦੀ ਰਹਿਮਤ, ਖੁਸ਼ੀਆਂ ਹੀ ਮਿਲਣੀਆਂ ਹੈ। ਇਸ ਲਈ ਕਿਹਾ ਕਿ ਜ਼ਿੰਦਗੀ ਉसी की है जो मुस्कुराना। ਇਸ ਲਈ ਕਲਾ ਦੱਸ ਰਹੇ ਹਾਂ ਤੁਹਾਨੂੰ ਤਾਂ ਕਿ ਜਾਂਦੇ ਹੋਏ ਸਾਲ ਨੂੰ ਅਸੀਂ, ਜਾਂਦੇ ਹੋਏ ਸਾਲ ਦੇ ਨਾਲ ਨਾਲ ਨਾ ਅਸੀਂ ਆਪਣੀਆਂ ਟੈਨਸ਼ਨਾਂ ਨੂੰ, ਆਪਣੇ ਡਰਾਂ ਨੂੰ ਵੀ, ਆਪਣੀ ਨਿਰਾਸ਼ਾ ਨੂੰ ਔਰ ਆਪਣੀ ਉਦਾਸੀ ਨੂੰ ਵੀ ਨਾਲ ਹੀ ਭੇਜਾ ਬਈ। ਆ ਪੁਰਾਣਾ ਸਾਲ ਜਾ ਰਿਹਾ ਤੇ ਨਾਲ ਹੀ ਤੂੰ ਵੀ ਚੱਲ ਜਾ, ਕਿਉਂਕਿ ਹੁਣ ਮੈਂ ਜ਼ਿੰਦਗੀ ਜੀਣੀ ਹੈ ਮੁਸਕਰਾਉਂਦਿਆਂ ਹੋਇਆਂ, ਹੁਣ ਮੈਂ ਜ਼ਿੰਦਗੀ ਜੀਣੀ ਹੈ ਖੁਸ਼ੀ ਦੇ ਨਾਲ, ਹੁਣ ਮੈਂ ਜ਼ਿੰਦਗੀ ਜੀਣੀ ਹੈ ਵਿਸ਼ਵਾਸ ਦੇ ਨਾਲ, ਹੁਣ ਮੈਂ ਜ਼ਿੰਦਗੀ ਜੀਣੀ ਹੈ ਨਿਡਰਤਾ ਦੇ ਨਾਲ, ਕਿਉਂਕਿ ਮੈਨੂੰ ਹੁਣ ਪਤਾ ਲੱਗ ਗਿਆ ਹੈ ਕਿ ਮੈਨੂੰ ਸ਼ਕਤੀ ਦੇਣ ਵਾਲਾ ਮੇਰਾ ਮਾਲਿਕ ਮੇਰੇ। ਹੁਣ ਮੈਂ ਕਿਉਂ ਡਰਾਂ, ਹੁਣ ਮੈਂ ਕਿਉਂ ਚਿੰਤਾ ਕਰਾਂ? ਸਮਝ ਆ ਗਈ ਕਿ ਨਹੀਂ? ਇਸ ਲਈ ਥੋੜਾ ਜਿਹਾ ਮੁਸਕਰਾ ਦਿਆ ਕਰੋ ਔਰ ਧੰਨਵਾਦ ਵੀ ਮਾਲਿਕ ਨੂੰ ਕਹਿਣਾ ਕਿ ਸ਼ੁਕਰੀਆ ਮਾਲਿਕ, ਤੇਰੀ ਦਿੱਤੀ ਜ਼ਿੰਦਗੀ ਦਾ ਮੈਂ ਪੂਰਾ ਕੀ ਲੈ ਰਿਹਾ ਹਾਂ। ਤੁਸੀਂ ਲੈ ਰਹੇ ਹੋ ਨਾ, ਫਿਰ ਕਹਿ ਦਿਓ ਮੈਂ ਜ਼ਿੰਦਗੀ ਦਾ ਪੂਰਾ, ਮੈਂ ਜ਼ਿੰਦਗੀ ਦਾ ਪੂਰਾ, ਮੈਂ ਜ਼ਿੰਦਗੀ ਦਾ ਪੂਰਾ ਆਨੰਦ ਆ ਗਿਆ, ਆ ਗਿਆ, ਆ ਗਿਆ। ਫੀਲ ਹੋਇਆ ਕਿ ਨਹੀਂ? ਕੀ ਫੀਲ ਹੋਇਆ? ਖੁਸ਼ੀ ਫੀਲ ਹੋਈ ਕਿ ਨਹੀਂ? ਉਹਨੂੰ ਫੀਲ ਕਰੋ, ਮਹਿਸੂਸ ਕਰੋ। ਚਲੋ ਥੋੜਾ ਜਿਹਾ ਕਰਦੇ ਆ ਅਸੀਂ ਆਪਣੇ ਵੱਲੋਂ, ਥੋੜਾ ਆਨੰਦ ਤੁਹਾਡੇ ਵੱਲ ਭੇਜਦੇ, ਜਿੱਦਾਂ ਨਾ ਸਮੁੰਦਰ ਦੀਆਂ ਲਹਿਰਾਂ ਆਉਂਦੀਆਂ ਹੁੰਦੀਆਂ ਇੱਦਾਂ। ਹੁਣ ਤੁਸੀਂ ਫੀਲ ਕਰਨਾ, ਭੇਜੀਏ ਸ਼ੁਰੂ। ਆ ਗਿਆ, ਆ ਗਿਆ, ਆ ਗਿਆ, ਆ ਗਿਆ। ਫੀਲ ਕਰੋ ਇਸ ਨੂੰ, ਕੀ ਫੀਲ ਹੋਇਆ ਅੰਦਰ? ਆਂਦਾ ਨਾ, ਇਹ ਆਨੰਦ ਹੈ ਪਰ ਫੀਲ ਕਰਨਾ ਪੈਂਦਾ ਹੈ ਕਿ ਮੈਨੂੰ ਮੇਰੇ ਮਾਲਿਕ ਨੇ ਆਨੰਦ ਨਾਲ ਭਰਪੂਰ ਕਰ ਦਿੱਤਾ। ਬੜਾ ਆਨੰਦ ਹੈ ਜ਼ਿੰਦਗੀ 'ਚ, ਬੜੀ ਖੁਸ਼ੀ ਹੈ ਜ਼ਿੰਦਗੀ 'ਚ, ਕਿਉਂਕਿ ਜੋ ਅਸੀਂ ਫੀਲ ਕਰਦੇ ਹਾਂ ਮਾਲਿਕ ਦੀ ਤਰਫੋਂ ਉਹੀ ਆਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਅੱਜ ਤੋਂ ਇਹ ਨਾ ਸੋਚਿਓ ਹਾਏ ਕਿਤੇ ਬਿਮਾਰ ਨਾ ਹੋ ਜਾਵਾਂ, ਫਿਰ ਬਿਮਾਰੀਆਂ ਹੀ ਆਣੀਆਂ। ਜਿਹੜਾ ਬੰਦਾ ਸੋਚਦਾ ਰਹੇ ਨਾ ਅੱਜ ਤਾਂ ਮੈਂ ਠੀਕ ਹਾਂ, ਕੱਲ੍ਹ ਨੂੰ ਕਿਤੇ ਬਿਮਾਰ ਨਾ ਹੋ ਜਾਵਾਂ। ਔਰ ਇੱਕ ਗੱਲ ਹੋਰ ਦੱਸਾਂਗੇ, ਇੱਕ ਪੁਆਇੰਟ, ਕਈ ਬੰਦੇ ਇੱਦਾਂ ਦੇ ਹੁੰਦੇ ਆ ਕਿ ਪਹਿਲਾਂ ਬਿਮਾਰ ਹੁੰਦੇ ਆ ਜਾਂ ਪਹਿਲਾਂ ਕੋਈ ਨਸ਼ਾ ਕਰਦੇ, ਅੱਜ ਉਹ ਠੀਕ ਹੈ, ਫਿਰ ਪਤਾ ਕੀ ਕਰਦੇ ਆ ਸਾਰਿਆਂ ਨੂੰ, ਪਹਿਲਾਂ ਮੈਂ ਬਹੁਤ ਬਿਮਾਰ ਹੁੰਦਾ ਸੀ, ਤੈਨੂੰ ਪਤਾ ਪਹਿਲਾਂ ਮੈਨੂੰ ਆਹ ਪ੍ਰੋਬਲਮ ਹੁੰਦੀ ਸੀ, ਆ ਮੇਰੇ ਪੇਟ 'ਚ ਰਸੋਲੀਆਂ ਹੁੰਦੀਆਂ ਸੀ, ਆ ਮੈਂ ਨਾ ਇੰਨਾ ਪੈਗ ਪੀ ਲੈਂਦਾ ਸੀ, ਸ਼ਰਾਬਾਂ ਦੀਆਂ 2-2 ਬੋਤਲਾਂ ਪੀ ਜਾਂਦਾ ਸੀ। ਜਦੋਂ ਇਦਾਂ ਦੀਆਂ ਗੱਲਾਂ ਬਾਰ-ਬਾਰ ਕਰਦੇ ਤਾਂ ਕਿਹੜੀ ਚੀਜ਼ ਨੂੰ ਦੁਬਾਰਾ ਖਿੱਚ ਰਹੇ ਆ ਉਹ? ਇਦਾਂ ਦੇ ਬੰਦੇ ਦੁਬਾਰਾ ਜਲਦੀ ਹੀ ਇਹ ਨਸ਼ਾ ਛੱਡਣ ਬਾਰੇ ਉਹ ਗੱਲ ਕਰਦੇ ਰਹਿਣਗੇ ਨਾ। ਤੈਨੂੰ ਪਹਿਲਾਂ ਬਹੁਤ ਨਸ਼ਾ ਕਰਦਾ ਹੁੰਦਾ ਸੀ ਪਰ ਹੁਣ ਛੱਡ ਦਿੱਤਾ, ਪਰ ਪਹਿਲਾਂ ਮੈਂ ਨਾ 2-2 ਬੋਤਲਾਂ ਪੀ ਜਾਂਦਾ ਸੀ। ਉਮੀਦ ਹੈ ਕਿ ਜਲਦੀ 3-4 ਮਹੀਨੇ ਬਾਅਦ ਇਹਨੇ ਸ਼ੁਰੂ ਕਰ ਦੇਣੀ ਹੈ, ਕਿਉਂਕਿ ਇਹਦਾ ਧਿਆਨ ਹੀ ਗੱਲ ਹੀ ਨਸ਼ੇ ਦੀ ਕਰ ਰਿਹਾ ਹੈ। ਤੇ ਕਈ ਬੰਦੇ ਬਿਮਾਰੀਆਂ ਦੀ ਗੱਲ, ਪਹਿਲਾਂ ਮੈਂ ਬਹੁਤ ਬਿਮਾਰ ਸੀ, ਉਹ ਹੁਣ ਮੈਂ ਠੀਕ ਹਾਂ,
ਪਹਿਲਾਂ ਮੈਨੂੰ ਆਹ ਬਿਮਾਰੀ ਨੇ ਬੜਾ ਤੰਗ ਕੀਤਾ ਸੀ, ਹੁਣ ਮੈਂ ਠੀਕ ਹਾਂ। ਇਹਦਾ ਮਤਲਬ ਇਹਦਾ ਧਿਆਨ ਵੀ ਜਦੋਂ ਬਿਮਾਰੀ ਚਲੀ ਗਈ ਤਾਂ ਉਹਦੀ ਗੱਲ ਕਰਨੀ ਵੀ ਬੰਦ ਕਰ ਦਿਓ। ਨਸ਼ਾ ਚਲਾ ਗਿਆ ਤਾਂ ਉਹਦੇ ਬਾਰੇ ਸੋਚਣਾ ਵੀ ਪਹਿਲਾਂ ਤੁਸੀਂ ਕੀ ਕਰਦੇ ਸੀ ਬੰਦ ਕਰ ਦਿਓ, ਕਿਉਂਕਿ ਰੱਬ ਨੇ ਸਾਨੂੰ ਅੱਖਾਂ ਅੱਗੇ ਕਿਉਂ ਦਿੱਤੀਆਂ? ਤਾਂ ਕਿ ਅੱਗੇ ਦੇਖੀਏ, ਪਿਛਲਾ ਯਾਦ ਨਾ ਕਰੀਏ ਕਿ ਪਿੱਛੇ ਕੀ ਸੀ। ਸਮਝਦੇ ਹੋ ਕਿ ਨਹੀਂ? ਜੇ ਰੱਬ ਨੇ ਦੇਣੀਆਂ ਹੁੰਦੀਆਂ ਤਾਂ ਅੱਖਾਂ ਪਿੱਛੇ ਵੀ ਦੇ ਦੇਣੀਆਂ ਸੀ ਕਿ ਲੈ ਵੀ ਅੱਗੇ ਵੀ ਦੇਖ ਤਾਂ ਪਿੱਛੇ ਵੀ ਦੇਖ। ਪਰ ਇੱਕ ਇਸ਼ਾਰਾ ਹੈ, ਅੱਗੇ ਅੱਖਾਂ ਕਿਉਂ ਦਿੱਤੀਆਂ? ਕਿਉਂਕਿ ਰੱਬ ਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਅੱਗੇ ਹੈ, ਪਿੱਛੇ ਨਹੀਂ ਹੈ। ਸਾਡੀ ਮੰਜ਼ਿਲ ਅੱਗੇ ਹੈ, ਪਿੱਛੇ ਨਹੀਂ ਹੈ। ਅੱਗੇ ਜ਼ਿੰਦਗੀ ਹੈ ਤਾਂ ਦੇਖ ਵੀ ਅੱਗੇ। ਇਹ ਨਾ ਦੇਖ ਮੇਰੇ ਪਿੱਛੇ ਇੰਨੇ ਦੁੱਖ ਸੀ, ਇਹ ਦੇਖ ਕੇ ਆਉਣ ਵਾਲੇ ਸਮੇਂ 'ਚ ਮੇਰਾ ਮਾਲਿਕ ਮੈਨੂੰ ਕਿਹੜੀਆਂ ਖੁਸ਼ੀਆਂ ਦੇ ਸਕਦਾ ਹੈ, ਕਿਹੜੀਆਂ ਰਹਿਮਤਾਂ ਮੇਰੀ ਝੋਲੀ 'ਚ ਮਾਰੇ ਮਾਲਿਕ ਨੇ ਪਾਣੀਆਂ, ਉਹ ਅੱਗੇ ਹੈ ਰਹਿਮਤਾਂ। ਸਮਝਦੇ ਹੋ ਕਿ ਨਹੀਂ? ਪਰ ਅਸੀਂ ਪਿਛਲਾ ਹੀ ਸੋਚਦੇ ਰਹਿੰਦੇ ਆ, ਪਿੱਛੇ ਇਦਾਂ ਸੀ, ਪਿੱਛੇ ਉੱਦਾਂ ਸੀ, ਪਿੱਛੇ ਆਹ ਹੋ ਗਿਆ, ਪਿੱਛੇ ਉਹ ਹੋ ਗਿਆ। ਉਹ ਪਿਛਲਾ ਛੱਡੋ ਤਾਂ ਕਿ ਆਉਣ ਵਾਲੇ ਕੱਲ੍ਹ ਦੀਆਂ ਖੁਸ਼ੀਆਂ ਨਾਲ ਤੁਸੀਂ ਭਰਪੂਰ ਹੋਣ ਵਾਸਤੇ ਤਿਆਰ ਹੋ ਜਾਵੋ। ਸਮਝਦੇ ਹੋ ਕਿ ਨਹੀਂ? ਜਿਸ ਲਈ ਪਿੱਛੇ ਬਿਮਾਰੀ ਸੀ, ਛੱਡ ਦਿਓ। ਅੱਜ ਤੋਂ ਬਿਮਾਰੀ ਦੀ ਚਰਚਾ ਕਰਨੀ ਨਹੀਂ। ਪਿੱਛੇ ਮੈਂ ਜਿੱਦਾਂ ਦਾ ਮਰਜ਼ੀ ਬੁਰੇ ਤੋਂ ਬੁਰਾ ਨਸ਼ਾ ਕਰਦਾ ਸੀ, ਅੱਜ ਤੋਂ ਉਹਦੀ ਚਰਚਾ, ਹੁਣ ਮਾਲਿਕ ਨੇ ਰਹਿਮਤ ਕਰ ਦਿੱਤੀ, ਹੁਣ ਉਹ ਗੱਲ ਨਹੀਂ ਕਰਨੀ। ਹੁਣ ਇਹ ਕਹੋ ਬਹੁਤ ਮਾਲਿਕ ਦੀ ਰਹਿਮਤ ਹੈ, ਔਰ ਇੱਦਾਂ ਹੀ ਰਹਿਮਤਾਂ ਭਰਪੂਰ ਰਹਿਣੀਆਂ ਹੈ। ਹੁਣ ਅੱਗੇ ਅੱਗੇ ਰਹਿਮਤਾਂ ਹੀ ਹੋਣੀਆਂ ਹੈ। ਯਾਨੀ ਉਹ ਨੈਗੇਟਿਵਿਟੀ ਦੀ ਗੱਲ ਹੀ ਬਿਲਕੁਲ ਬੰਦ ਹੀ ਕਰ ਦਿਓ ਆਪਣੇ ਜੀਵਨ 'ਚ। ਖੁਸ਼ੀਆਂ ਦੀ ਗੱਲ ਕਰੋ, ਰਹਿਮਤਾਂ ਦੀ ਗੱਲ ਕਰੋ। ਕਾਹਦੀ ਗੱਲ ਕਰਨੀ ਹੈ? ਰਹਿਮਤਾਂ ਦੀ। ਇਸ ਲਈ ਫਿਰ ਕਵਾਂਗੇ ਕਿ ਜ਼ਿੰਦਗੀ ਉसी की है जो, कह दो, मुस्कुरा के कहो जरा। हाँ, जिंदगी उसी की है जो मुस्कुराना जानता है, रोशनी उसी की है जो नफरतों के पर्दे गिराना। रोशनी का मतलब ਉਹਦੀ ਰਹਿਮਤ ਕਹਿ ਲੋ, परमात्मा ਦੀ ਕਿਰਪਾ ਕਹਿ ਲੋ ਕਿ परमात्मा ਦੀ ਕਿਰਪਾ, ਉਹਦੀ ਰਹਿਮਤ ਦੀ ਰੋਸ਼ਨੀ ਉਹਨਾਂ ਨੂੰ ਮਿਲਦੀ ਹੈ ਜੋ ਆਪਣੇ ਜੀਵਨ 'ਚੋਂ ਨਫ਼ਰਤਾਂ ਦੇ ਪਰਦਿਆਂ ਨੂੰ ਗਿਰਾ ਦਿੰਦੇ ਹੈ। ਇਹ ਉਦਾਂ ਹੀ ਹੈ ਜਿੱਦਾਂ ਸਮਝ ਲਓ ਕਿ ਸੂਰਜ ਦੀ ਰੋਸ਼ਨੀ ਚਾਹੀਦੀ, ਜੇ ਖਿੜਕੀ ਤੇ ਪਰਦਾ ਹੈ ਤਾਂ ਰੋਸ਼ਨੀ ਅੰਦਰ ਕਿੱਦਾਂ ਆਏਗੀ? ਪਰਦਾ ਹਟਾ ਦਿਓ, ਗਿਰਾ ਦਿਓ ਪਰਦੇ ਨੂੰ ਤਾਂ ਕਿ ਰੋਸ਼ਨੀ ਅੰਦਰ ਆਵੇ ਔਰ ਸਾਡੇ ਅੰਦਰਲਾ ਅੰਧਕਾਰ ਦੂਰ ਹੋ ਜਾਵੇ। ਇੱਦਾਂ ਹੀ ਜੋ ਮਨਾਂ ਦੇ ਵਿੱਚ ਨਫ਼ਰਤ ਹੈ, ਗਿਰਾ ਦਿਓ ਇਸ ਨੂੰ। ਇਹ ਜਾਂਦੇ ਹੋਏ ਸਾਲ ਨਾਲ ਨਫ਼ਰਤ ਦੇ ਪਰਦੇ ਵੀ ਲਓ ਵੀ, ਇਹ ਨਫ਼ਰਤਾਂ ਦੇ ਪਰਦੇ ਵੀ ਤੂੰ ਲੈ ਜਾ, ਕਿਉਂਕਿ ਹੁਣ ਸਾਨੂੰ ਚਾਹੀਦੀ ਹੈ ਮਾਲਿਕ ਦੀ ਰਹਿਮਤ ਦੀ ਰੋਸ਼ਨੀ। ਹੁਣ ਸਾਨੂੰ ਚਾਹੀਦੀ ਹੈ ਕਾਮਯਾਬੀ, ਸਫਲਤਾ ਦੀ ਰੋਸ਼ਨੀ। ਔਰ ਇਹ ਉਦੋਂ ਹੀ ਸਾਡੇ ਜੀਵਨ 'ਚ ਆਣੀ ਹੈ ਜਦੋਂ ਇਹ ਪਰਦੇ ਗਿਰਨਗੇ। ਕੀ ਫਾਇਦਾ ਉਹਨਾਂ ਪਰਦਿਆਂ ਨੂੰ ਰੱਖ ਕੇ ਆਪਣੇ ਜੀਵਨ 'ਚ ਜਿਹੜੇ ਸਾਨੂੰ ਅਧਿਕਾਰ 'ਚ ਰੱਖਣ, ਜਿਹੜੇ ਰੱਬ ਦੀਆਂ ਰਹਿਮਤਾਂ ਦੀ ਰੋਸ਼ਨੀ ਤੋਂ ਦੂਰ ਕਰਦੇ ਨੇ, ਇੱਦਾਂ ਦੇ ਪਰਦਿਆਂ ਨੂੰ ਆਪਣੇ ਜੀਵਨ 'ਚੋਂ ਦੂਰ ਕਰਦੇ। ਇਸ ਲਈ ਰੋਸ਼ਨੀ ਉसी की है जो नफरतों के पर्दे गिराना जानता है। यूं तो दुनिया में बहुत हैं मंदिर, मस्जिद और गुरुद्वारे, मगर खुदा उनको मिलता है जो दिलों में प्रेम के दीपक जलाना। क्योंकि जिन प्रेम की हो, ये दिलों 'ਚ प्रेम के दीवे जगाने पैने हैं। यही मंदिर चल जाइए, मस्जिद चल जाइए, गुरुद्वारे चल जाइए, चर्च चल जाइए, किते भी चल जाइए, पर जे दिल 'ਚ नफरत लैके बैठे हैं तो किते जाण नाल भी सानू रब ओदी रहमत नहीं मिलनी। क्योंकि रहमत नूं पाना है, ओदी किरपा नूं पाना है, तो नफरतां नूं गिराओ और प्रेम दे दिए दिलां 'ਚ जगाओ। अज तो जगाने है कि नहीं? तो कह दो जगा ले। जगाण की तो गल हुंदी, पता नहीं कदों जगावांगे। हुण जग गए बस, गिरा ते नफरत दे पर्दे और जगा लिया अपने अंदर अपने मालिक दे प्रेम दा दीपक। इसलिए अज दीवा रोशन करके जाना मालिक के घर चों, ताकि तुहाडे जीवन च भी वो रोशनी भरपूर होवे, तुहाडे जीवन च भी खुशियां भरपूर होण। और अज तो जिद्दां दस्सिया फिर कहांगे कि डर नूं अपने उपर हावी नहीं होण देना, क्योंकि डर हावी होएगा तो डर ही साडी जान ले लेगा। असीं अपने जीवन ते हावी करना अपने मालिक दे प्यार नूं, अपने मालिक दे विश्वास नूं, अपने मालिक दे भरोसे नूं कि हर जगह, हर पल, हर घड़ी मेरा मालिक मेरे। और किसी भी हालात तो, किसी भी तरह की परिस्थिति तो जिहड़े मालिक नाल प्यार करने वाले है वो डरदे नहीं है, वो चिंता नहीं करते। बल्कि अगर रुकावट उन्होंने जीवन च आंदियां भी है ना, जिद्दां दस्सिया है, वो हर रुकावट नूं की करते हैं? डर के बहते नहीं है, हर रुकावट नूं दूर करते हैं, उहदे नाल लड़ते हैं अपने मालिक के विश्वास की शक्ति नूं लैके कि साडा मालिक साडे नाल है, तो असीं क्यों डरना, क्यों चिंता करनी, क्यों फिक्र करनी। इसलिए हुण टाइम काफ़ी हो गया है। सो हुण अंतिम वचनां वल सत्संग नूं लैके चलीए और फिर यही कहांगे कि तुसीं बस अपने मालिक ते पूरा विश्वास रखना है और अपनी सोच नूं पॉजिटिव रखना है। जे जीवन च खुशी चाहिए है तो असीं खुशी बारे ही सोचना है, जे जीवन च रहमत चाहिए है तो साडा ध्यान रहमत वाल ही होना चाहिए है।
ਕਿਉਂਕਿ ਜਿੱਦਾਂ ਦੀ ਫਿਰ ਕਵਾਂਗੇ ਸੋਚ ਰੱਖਣੀ ਹੈ, ਉਦਾਂ ਦਾ ਸਾਡੇ ਜੀਵਨ 'ਚ ਉਦਾਂ ਦੀ એનર્ਜੀ ਆਣੀ ਸ਼ੁਰੂ ਹੋ ਜਾਣੀ ਹੈ। ਇਸ ਲਈ ਜੇ ਅੱਜ ਜੀਵਨ 'ਚ ਕੋਈ ਬਿਮਾਰੀ ਹੈ, ਤਕਲੀਫ ਹੈ, ਦੁੱਖ ਹੈ, ਤਾਂ ਹੁਣ ਬਿਮਾਰੀ ਬਾਰੇ ਚਰਚਾ ਨਹੀਂ ਕਰਨੀ, ਚਰਚਾ ਕਰਨੀ ਹੈ ਬਿਮਾਰੀ ਲੈ ਆਹ ਦੁੱਖ ਉਹ ਕੋਈ ਨਹੀਂ, ਮੇਰੇ ਮਾਲਕ ਦੀ ਰਹਿਮਤ ਬਹੁਤ ਬੜੀ ਹੈ, ਮਾਲਕ ਦੀ ਕਿਰਪਾ ਬਹੁਤ ਬੜੀ ਹੈ। ਚਰਚਾ ਉਹਦੀ ਰਹਿਮਤਾਂ ਦੀ ਹੋਣੀ ਚਾਹੀਦੀ ਹੈ, ਕਿਉਂਕਿ ਜਿਹਦੀ ਜ਼ੁਬਾਨ ਤੇ ਉਹਦੀਆਂ ਰਹਿਮਤਾਂ ਦਾ ਜ਼ਿਕਰ ਹੈ ਫਿਰ ਉਹਨੂੰ ਰਹਿਮਤਾਂ ਹੀ ਮਿਲਦੀਆਂ ਹੈ, ਤਾਂ ਜਿਹਦੀ ਜ਼ੁਬਾਨ ਤੇ ਬਿਮਾਰੀਆਂ ਦਾ ਜ਼ਿਕਰ ਹੈ ਫਿਰ ਉਹਦੇ ਜੀਵਨ 'ਚ, ਕਿਉਂਕਿ ਜਿੱਧਰ ਧਿਆਨ ਦੇਣਾ ਜੀਵਨ 'ਚ ਵਧਣਾ ਵੀ ਉਹੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਸਾਡੇ ਵੱਲ ਧਿਆਨ ਰੱਖਿਆ ਤਾਂ ਹੋਰ ਕੁਝ ਨਜ਼ਰ ਆਉਂਦਾ ਆਲੇ ਦੁਆਲੇ? ਤਾਂ ਜੇ ਬੰਦਾ ਧਿਆਨ ਹੀ ਰੱਖ ਲਵੇ ਆ ਬਾਕਸ ਵੱਲ, ਧਿਆਨ ਹੀ ਰੱਖ ਲਵੇ ਉਹ ਚੀਜ਼ ਵੱਲ, ਤਾਂ ਫਿਰ ਭਾਵੇਂ ਅਸੀਂ ਇੱਥੇ ਬੈਠੇ ਹਾਂ ਪਰ ਨਜ਼ਰ ਕਿੱਥੇ ਆਣਾ? ਫਿਰ ਨਜ਼ਰ ਤਾਂ ਉਹੀ ਚੀਜ਼ ਆਣੀ ਜਿੱਧਰ ਧਿਆਨ ਦੇ ਦੇਣਾ ਹੈ। ਇਸੇ ਤਰ੍ਹਾਂ ਜਿੱਧਰ ਅਸੀਂ ਧਿਆਨ ਦੇਣਾ ਚੀਜ਼ ਹੀ ਉਹ ਸਾਡੇ ਜੀਵਨ 'ਚ ਆਣੀ ਹੈ। ਤਾਂ ਫਿਰ ਸਮਝਦਾਰ ਬੰਦਾ ਇਹ ਕਹੇਗਾ ਕਿ ਜੇ ਮੈਨੂੰ ਖੁਸ਼ੀ ਚਾਹੀਦੀ ਤਾਂ ਮੈਨੂੰ ਧਿਆਨ ਵੀ ਖੁਸ਼ੀਆਂ ਵਾਲੇ ਰੱਖਣਾ ਹੈ, ਰਹਿਮਤ ਚਾਹੀਦੀ ਤਾਂ ਧਿਆਨ ਵੀ ਮਾਲਕ ਦੀਆਂ ਰਹਿਮਤਾਂ ਵੱਲ ਰੱਖਣਾ ਹੈ। ਤਾਂ ਹੀ ਤਾਂ ਅਸੀਂ ਇੱਕ ਗੱਲ ਕਹੀ ਦੀ ਕਿ ਸਵੇਰੇ ਸਵੇਰੇ ਬੰਦਾ ਪੂਰੇ ਵਿਸ਼ਵਾਸ ਨਾਲ ਕਵੇ ਕਿ ਮੇਰੇ ਜੀਵਨ 'ਚ ਮਾਲਕ ਦੀ ਬਹੁਤ ਰਹਿਮਤ ਹੈ, ਮੈਂ ਰਹਿਮਤਾਂ ਨਾਲ ਭਰਪੂਰ ਹਾਂ, ਮੈਂ ਖੁਸ਼ੀਆਂ ਨਾਲ ਭਰਪੂਰ ਹਾਂ, ਮੇਰੇ ਮਾਲਕ ਦੇ ਘਰ 'ਚ ਰਹਿਮਤਾਂ ਹੀ ਰਹਿਮਤਾਂ ਹੈ, ਮੇਰੇ ਮਾਲਕ ਦੇ ਘਰ 'ਚ ਬਰਕਤਾਂ ਹੀ ਬਰਕਤਾਂ ਹੈ, ਔਰ ਮੈਨੂੰ ਪੂਰਾ ਵਿਸ਼ਵਾਸ ਹੈ ਮੇਰਾ ਮਾਲਕ ਮੇਰੇ ਨਾਲ ਹੈ, ਔਰ ਰਹਿਮਤਾਂ ਦਾ ਦਾਤਾ ਮੇਰੇ ਨਾਲ ਹੋਵੇ ਤਾਂ ਫਿਰ ਰਹਿਮਤਾਂ ਦੀ ਕਮੀ ਕਦੀ ਮੈਨੂੰ, ਬਖਸ਼ਿਸ਼ਾਂ ਦੀ ਕਮੀ ਕਦੀ ਮੈਨੂੰ, ਇਸ ਕਰਕੇ ਰਹਿਮਤਾਂ ਹੀ ਚਾਹੀਦੀਆਂ ਨਾ ਆਉਣ ਵਾਲੇ ਸਾਲ 'ਚ ਵੀ, ਔਰ ਹਰ ਪਲ ਹਰ ਘੜੀ ਰਹਿਮਤਾਂ ਹੀ ਚਾਹੀਦੀਆਂ ਹੈ। ਤਾਂ ਬਸ ਫਿਰ ਰਹਿਮਤਾਂ ਬਾਰੇ ਸੋਚਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਫਿਰ ਕਹਿ ਦਿਓ, ਹੁਣ ਆਖਰਲੇ ਬਚਨਾਂ ਦੀ ਤਰਫ ਚਲੀਏ। ਬਾਕੀ ਫਿਰ ਕਵਾਂਗੇ ਕਿ ਕੱਲ ਦਾ ਸਤਸੰਗ ਦਾ ਆਨੰਦ ਲੈਣ ਵਾਸਤੇ ਕੋਸ਼ਿਸ਼ ਕਰਨੀ ਹੈ, ਅਸੀਂ ਜ਼ਰੂਰ ਪਹੁੰਚੀਏ, ਕਿਉਂਕਿ ਅਸੀਂ ਚਾਹੁੰਦੇ ਕਿ ਨਵੇਂ ਸਾਲ ਦਾ ਆਗਾਜ਼ ਜਿਹੜਾ ਨਾ, ਸ਼ੁਰੂਆਤ ਜਿਹੜੀ ਹੈ ਉਹ ਪੂਰੇ ਜੋਸ਼ ਨਾਲ, ਪੂਰੇ ਆਨੰਦ ਨਾਲ, ਰਹਿਮਤਾਂ ਨਾਲ ਭਰਪੂਰ ਹੋ ਕੇ ਕਰੀਏ ਅਸੀਂ, ਤਾਂ ਕਿ ਬੰਦੇ ਨੂੰ ਆਪੇ ਫੀਲ ਹੋਵੇ ਕਿ ਲੈ ਬਈ ਆ ਜਿਹੜਾ ਜੋਸ਼, ਜਿਹੜੀ ਰਹਿਮਤ ਮੈਂ ਲੈ ਕੇ ਜਾ ਰਿਹਾ, ਹੁਣ ਆ ਪੂਰਾ ਸਾਲ ਮੇਰਾ, ਜਿੱਦਾਂ ਬੰਦਾ ਕਹਿੰਦਾ ਨਾ ਕਿ ਗੱਡੀ ਨੂੰ ਭਰ ਲਿਆ ਪੈਟਰੋਲ ਦੇ ਨਾਲ ਤਾਂ ਹੁਣ ਮੈਂ ਰਸਤੇ ਰੁਕਣਾ ਨਹੀਂ ਹੈ ਕਿਉਂਕਿ ਮੇਰੀ ਗੱਡੀ ਫੁੱਲ ਹੋ ਗਈ ਹੈ, ਹੁਣ ਟੈਨਸ਼ਨ ਨਹੀਂ ਹੈ, ਹੁਣ ਤਾਂ ਯਾਤਰਾ ਸਹੀ ਸਲਾਮਤ ਪਾਰ ਹੋ ਜਾਣੀ ਹੈ। ਸਮਝਣਾ ਜ਼ਰਾ, ਇਹ ਗੱਲ ਹਮੇਸ਼ਾ ਹੀ ਯਾਦ ਰੱਖਿਓ ਕਿ ਜਦੋਂ ਇੱਕ ਰਾਕਟ ਛੱਡਿਆ ਜਾਂਦਾ ਹੈ ਨਾ ਅੰਤਰਿਕਸ਼ ਵਾਸਤੇ, ਤਾਂ ਪਹਿਲਾਂ ਕੀ ਚੈੱਕ ਕੀਤਾ ਜਾਂਦਾ ਹੈ? ਇਹਦਾ ਫਿਊਲ ਵਗੈਰਾ, ਉਹ ਸਭ ਕੁਝ ਚੀਜ਼ ਕੰਪਲੀਟ ਹੈ ਕਿ ਨਹੀਂ, ਜਿਹੜੀ ਇਹ ਧਰਤੀ ਦੀ ਗ੍ਰੈਵਿਟੇਸ਼ਨ ਤੋਂ ਪਾਰ ਇਹਨੂੰ ਲੈ ਜਾਵੇ, ਕਿਉਂਕਿ ਰਸਤੇ 'ਚ ਤੇਲ ਮੁੱਕ ਗਿਆ ਤਾਂ ਫਿਰ ਤਾਂ ਰਸਤੇ 'ਚ ਹੀ ਰਹਿ ਜਾਏਗਾ ਇਹ, ਇਸ ਲਈ ਪਹਿਲਾਂ ਹੀ ਉਹਦੀ ਹਰ ਚੀਜ਼ ਨੂੰ ਚੈੱਕ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਸਮਝ ਲਓ ਕਿ ਅਗਰ ਅਸੀਂ ਵੀ ਇਹ ਦੁੱਖਾਂ ਦੀ ਗ੍ਰੈਵਿਟੇਸ਼ਨ ਨੂੰ ਪਾਰ ਕਰਕੇ ਉਹ ਖੁਸ਼ੀਆਂ ਦੇ ਅੰਤਰਿਕਸ਼ ਤੱਕ ਪਹੁੰਚਣਾ ਹੈ, ਤਾਂ ਫਿਰ ਸਾਨੂੰ ਵੀ ਆਪਣੇ ਜੀਵਨ ਦੇ ਅੰਦਰ ਉਹ એનર્ਜੀ ਭਰਪੂਰ ਚਾਹੀਦੀ ਹੈ, ਉਹ ਖੁਸ਼ੀਆਂ ਭਰਪੂਰ ਚਾਹੀਦੀਆਂ, ਉਹ ਰਹਿਮਤਾਂ ਭਰਪੂਰ ਚਾਹੀਦੀਆਂ, ਕਿਉਂਕਿ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜਿੰਨੀ ਉਚਾਈ ਤੇ ਜਾਣਾ ਹੈ એનર્ਜੀ ਦੀ ਲੋੜ ਵੀ ਉਨੀ ਹੈ। ਸਮਝਦੇ ਹੋ ਕਿ ਨਹੀਂ? ਇੱਕ ਗੱਡੀ ਨੇ ਜ਼ਮੀਨ ਤੇ ਤੁਰਨਾ ਤਾਂ ਉਹਨੂੰ ਉਨੇ ਕੁ ਹਾਰਸ ਪਾਵਰ ਦੀ ਲੋੜ ਹੁੰਦੀ ਹੈ, ਤਾਂ ਇੱਕ ਪਲੇਨ ਨੇ ਹਵਾ 'ਚ ਉੜਨਾ ਤਾਂ ਉਹਨੂੰ ਥੋੜੀ ਜ਼ਿਆਦਾ ਪਾਵਰ ਦੀ ਲੋੜ ਹੁੰਦੀ, ਤਾਂ ਇੱਕ ਅੰਤਰਿਕਸ਼ ਯਾਨ ਨੇ, ਇੱਕ ਰਾਕਟ ਨੇ, ਉਹਨੇ ਧਰਤੀ ਤੋਂ ਵੀ ਉੱਪਰ ਜਾਣਾ ਹੁੰਦਾ ਆਕਾਸ਼ ਵਿੱਚ, ਤਾਂ ਉਹਨੂੰ ਹੋਰ ਵੀ ਜ਼ਿਆਦਾ ਪਾਵਰ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਜਿੰਨੀ ਅੰਦਰ ਪਾਵਰ ਹੋਏਗੀ ਉਨਾ ਹੀ ਬੰਦਾ ਉਚਾਈਆਂ ਤੇ ਪਹੁੰਚਦਾ ਹੈ। ਇਸ ਲਈ ਇੱਥੇ ਤੁਹਾਨੂੰ ਵੀ ਕਹਾਂਗੇ, ਜਿੰਨਾ ਤੁਹਾਡੇ ਅੰਦਰ ਵਿਸ਼ਵਾਸ ਹੋਏਗਾ, ਜਿੰਨਾ ਤੁਹਾਡੇ ਅੰਦਰ ਯਕੀਨ ਹੋਏਗਾ, ਜਿੰਨੀ ਤੁਹਾਡੇ ਅੰਦਰ ਹਿੰਮਤ ਹੋਏਗੀ ਨਾ, ਉਨਾ ਤੁਸੀਂ ਜੀਵਨ 'ਚ ਉਚਾਈਆਂ ਤੇ ਪਹੁੰਚੋਗੇ। ਔਰ ਹਿੰਮਤ ਦਾ ਮਤਲਬ ਹੀ ਇਹ ਹੈ ਕਿ ਮੈਂ ਕਿਸੇ ਵੀ ਹਾਲਾਤ ਤੋਂ ਡਰਨਾ ਨਹੀਂ ਹੈ। ਬੋਲੋ ਸਮਝਦੇ ਹੋ ਕਿ ਕਿਸੇ ਵੀ ਹਾਲਾਤ ਤੋਂ ਡਰਨਾ ਨਹੀਂ, ਅਗਰ ਜੀਵਨ 'ਚ ਉਚਾਈਆਂ ਤੇ ਪਹੁੰਚਣਾ ਹੈ। ਇੱਕ ਛੋਟੀ ਜਿਹੀ ਇੱਕ ਘਟਨਾ ਦੱਸਾਂਗੇ, ਕਿਉਂਕਿ ਕੋਸ਼ਿਸ਼ ਹੁੰਦੀ ਕਿ ਤੁਹਾਡੀ ਹਿੰਮਤ ਨੂੰ ਪੂਰਾ ਵਧਾ ਦਈਏ ਨਾ, ਅਸੀਂ ਪੂਰਾ ਡੋਜ਼ ਦਈਏ ਤੁਹਾਨੂੰ। ਇਹ ਛੋਟੀ ਜਿਹੀ ਸੱਚੀ ਘਟਨਾ ਦੱਸਾਂਗੇ ਅਸੀਂ ਕਿ ਸਨ 1999 15 ਨਵੰਬਰ ਕਰਾਚੀ ਦੇ ਵਿੱਚ ਟੈਸਟ ਮੈਚ ਹੋ ਰਿਹਾ ਸੀ, ਇੰਡੀਆ ਔਰ ਇਹਦਾ ਪਾਕਿਸਤਾਨ ਦਾ। ਜਰਾ ਸਮਝਣਾ ਸਾਰਿਆਂ ਨੇ। ਔਰ ਉੱਥੇ ਹਾਲਾਤ ਕੁਛ ਇੱਦਾਂ ਦੇ ਸੀਗੇ ਕਿ ਚਾਂਸ ਬਣ ਰਹੇ ਸੀ ਇੰਡੀਆ ਦੀ ਟੀਮ ਦੇ ਹਾਰਨ ਦੇ ਔਰ ਪਾਕਿਸਤਾਨ ਦੀ ਟੀਮ ਦੇ ਜਿੱਤਣ ਦੇ। ਔਰ ਫਿਰ ਕਹਿੰਦੇ ਉੱਥੇ ਇੱਕ 15 16 ਸਾਲ ਦਾ ਇੱਕ ਨੌਜਵਾਨ ਐਂਟਰ ਹੋਇਆ, ਜਦੋਂ ਇੱਕ ਆਊਟ ਹੋ ਕੇ ਖਿਲਾੜੀ ਗਿਆ ਨਾ ਅੰਦਰ ਆਇਆ। ਪਤਾ ਕੌਣ ਸੀ ਉਹ? ਕੀ ਨਾਂ ਸੀ ਉਹਦਾ? ਸਚਿਨ ਤੰਦੂਲਕਰ। ਗਵਾਸਕਰ ਨਹੀਂ, ਸਚਿਨ ਤੰਦੂਲਕਰ। ਜਦੋਂ ਕਹਿੰਦੇ ਹੈ ਕਿ ਸਚਿਨ ਤੰਦੂਲਕਰ ਦੀ ਹਾਈਟ ਵੀ ਛੋਟੀ ਸੀ ਤਾਂ ਉਮਰ ਵੀ ਉਸਲੇ 15 16 ਸਾਲ ਦੀ ਸੀ। ਜਦੋਂ ਗਿਆ ਨਾ ਮੈਚ ਦੇ ਤਾਂ ਸਾਹਮਣੇ ਬਕਾਰ ਯੂਨਸ, ਵਸੀਮ ਅਕਰਮ ਵਰਗੇ ਫਾਸਟ ਬੋਲਰ, ਔਰ ਉਧਰ ਸਿੱਧੂ ਸੀ ਨਾਲ, ਨਵਜੋਤ ਸਿੰਘ ਸਿੱਧੂ ਉਹਦੇ ਆਪੋਜ਼ਿਟ, ਯਾਨੀ ਦੂਜੇ ਪਾਸੇ ਬੈਟਿੰਗ ਕਰ ਰਿਹਾ। ਤਾਂ ਉਸ ਵੇਲੇ ਜਦੋਂ
ਵਕਾਰ ਯੂਨਸ ਨੇ ਇੱਕ ਬੋਲ ਮਾਰੀ ਤਾਂ ਬੋਲ ਇੰਨੀ ਸਪੀਡ ਨਾਲ ਆਈ ਕਿ ਕਿੱਥੇ ਲੱਗੀ? ਸਚਿਨ ਦੇ ਨੱਕ ਤੇ ਲੱਗੀ। ਕਹਿੰਦੇ ਨੱਕ ਦੀ ਹੱਡੀ ਨੂੰ ਤੋੜ ਕੇ ਨਾ ਖੂਨ ਹੀ ਖੂਨ, ਉਹਦੀ ਸ਼ਰਟ ਤੇ ਉਹਦੇ ਕੱਪੜੇ ਖੂਨ ਨਾਲ ਭਿੱਜ ਗਏ। ਸਪੋਰਟਸ ਵਾਲੇ ਮੈਡੀਸਨ ਡਾਕਟਰ ਆਏ ਜਿਹੜੇ ਗਰਾਊਂਡ 'ਚ ਹੁੰਦੇ ਆ ਕੇ ਪੱਟੀ ਕੀਤੀ, ਉਹਨੂੰ ਦੇਖਿਆ ਕਿ ਇੰਨਾ ਲਹੂ ਵਗ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਵੀ ਹੁਣ ਤੇਰਾ ਖੇਲਣਾ ਮੁਸ਼ਕਿਲ ਹੈ, ਕਿਉਂਕਿ ਇੱਕ ਤਾਂ ਮੂੰਹ ਤੇ ਸਿੱਧੀ ਬੋਲ ਲੱਗੀ, ਨੱਕ ਤੇ ਬੋਲ ਲੱਗਣ ਨਾਲ ਬੰਦੇ ਦਿਮਾਗ ਉੱਤੇ ਘੁੰਮ ਜਾਂਦਾ ਹੈ, ਚੱਕਰ ਆਉਂਦੇ ਬੰਦੇ ਨੂੰ, ਖੂਨ ਵੀ ਇੰਨਾ ਵਗ ਰਿਹਾ ਹੈ ਕਿ ਹੁਣ ਤੂੰ ਖੇਲ ਨਹੀਂ ਸਕਦਾ, ਇਸ ਲਈ ਚੱਲ ਇਹਨੂੰ ਸਟ੍ਰੈਚਰ ਤੇ ਪਾ ਕੇ ਗਰਾਊਂਡ ਤੋਂ ਬਾਹਰ ਲੈ ਜਾਈਏ। ਪਰ ਕਹਿੰਦੇ ਸਚਿਨ ਨੇ ਉਸ ਲਈ ਕੀ ਗੱਲ ਕਹੀ? ਮੈਂ ਖੇਲੇਗਾ, ਮੈਂ ਖੇਲੂੰਗਾ। ਜਰਾ ਹੁਣ ਗੌਰ ਕਰਨਾ। ਹੁਣ ਇੱਦਾਂ ਦੇ ਹਾਲਾਤ ਵਿੱਚ ਉਹ ਸਚਿਨ ਚਾਹੁੰਦਾ ਤਾਂ ਕੀ ਕਹਿ ਸਕਦਾ ਸੀ ਕਿ ਮੈਂ ਬੋਲ ਬਹੁਤ ਫਾਸਟ ਹੈ, ਬੋਲਰ ਬੜਾ ਫਾਸਟ ਹੈ, ਖਤਰਨਾਕ ਹੈ, ਜਿਹਨੇ ਇਹ ਮਾਰ ਦਿੱਤੀ ਕਿਤੇ ਦੁਬਾਰਾ ਫੇਰ ਨਾ ਲੱਗ ਜਾਵੇ, ਕਿਤੇ ਦੁਬਾਰਾ ਫਿਰ ਮੇਰੇ ਸਿਰ ਨੂੰ ਜਾਂ ਕਿਤੇ ਹੋਰ ਹਿੱਟ ਨਾ ਕਰੇ, ਨੁਕਸਾਨ ਜ਼ਿਆਦਾ ਨਾ ਹੋ ਜਾਵੇ। ਹੁਣ ਦੋ ਆਪਸ਼ਨਾਂ ਸੀ, ਜਾਂ ਤਾਂ ਡਰ ਕੇ, ਸਚਿਨ ਕਹਿੰਦਾ ਨਹੀਂ ਲੱਗ ਗਈ ਵੀ ਖੂਨੇ ਖੂਨ ਹੋ ਗਿਆ, ਹੁਣ ਮੈਂ ਜਾਵਾਂ। ਬਹਾਨਾ ਸੀ ਉਹਦੇ ਕੋਲ, ਬਹਾਨਾ ਸੀ ਹਾਰ ਮੰਨ ਕੇ ਜਾਣ ਦਾ, ਡਰ ਕੇ ਮੈਦਾਨ ਛੱਡਣ ਦਾ। ਪਰ ਉਹਨੇ ਕੀ ਕੀਤਾ? ਕਹਿੰਦੇ ਸਾਰੇ ਖਿਲਾੜੀ ਕਹਿ ਰਹੇ ਸੀ ਸਚਿਨ ਨਾ ਖੇਡ, ਉਹ ਕਹਿੰਦਾ ਨਹੀਂ ਮੈਂ ਖੇਲਣਾ ਹੈ, ਕਿਉਂਕਿ ਇੱਥੇ ਮੇਰੀ ਦੇਸ਼ ਦੀ ਆਨ ਦਾ ਸਵਾਲ ਹੈ, ਮੇਰੇ ਦੇਸ਼ ਦੀ ਇੱਜ਼ਤ ਦਾ ਸਵਾਲ ਹੈ, ਮੈਂ ਖੇਲਣਾ ਆਪਣੀ ਕੰਟਰੀ ਵਾਸਤੇ। ਤਾਂ ਸਿੱਧੂ ਕਹਿੰਦਾ ਇਸੇ ਹੀ ਗੱਲ ਨੇ ਨਾ ਉਹਦੀ ਨੇ ਮੈਨੂੰ ਇੱਕ ਗੱਲ ਮੇਰੇ ਅੰਦਰ ਇਹ ਕੀਤਾ, ਕੀ ਜਜ਼ਬਾ ਪੈਦਾ ਕੀਤਾ ਕਿ ਕਮਾਲ ਦਾ ਬੱਚਾ ਹੈ, ਇਹ ਬਹੁਤ ਅੱਗੇ ਤੱਕ ਜਾਏਗਾ, ਸੁਪਰਸਟਾਰ ਬਣੇਗਾ ਇਹ, ਸਿਰਫ ਇਸ ਲਈ ਕਿਉਂਕਿ ਇਹਨੇ ਮੁਸੀਬਤ ਦੇ ਸਾਹਮਣੇ ਹਾਰ ਨਹੀਂ ਬੰਨੀ, ਬਲਕਿ ਹਰ ਮੁਸੀਬਤ ਦੇ ਸਾਹਮਣੇ ਖੜਾ ਹੋਣ ਵਾਸਤੇ ਇਹ ਤਿਆਰ ਹੋ ਗਿਆ। ਇਹ ਜਿੰਦੀ ਜਾਗਦੀ ਮਿਸਾਲ, ਕਿਉਂਕਿ ਜਿੰਦੀਆਂ ਜਾਗਦੀਆਂ ਮਿਸਾਲਾਂ ਸਾਨੂੰ ਕਿਉਂ ਦਿੱਤੀਆਂ ਜਾਂਦੀਆਂ? ਇਸ ਲਈ ਦਿੱਤੀਆਂ ਜਾਂਦੀਆਂ ਕਿ ਜੇ ਉਹ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ? ਜੇ ਉਹ ਮੁਸੀਬਤ ਦੇ ਸਾਹਮਣੇ ਖੜ ਕੇ ਉਸ ਬੁਲੰਦੀ ਤੇ ਪਹੁੰਚ ਸਕਦਾ ਕਿ ਅੱਜ ਦੁਨੀਆ ਕਹਿੰਦੀ ਹੈ ਮਾਸਟਰ ਬਲਾਸਟਰ, ਸਮਝਦੇ ਹੋ ਕਿ ਨਹੀਂ, ਤਾਂ ਮੈਂ ਹਰ ਮੁਸ਼ਕਿਲ ਦਾ ਸਾਹਮਣਾ ਕਰਕੇ ਮੈਂ ਆਪਣੀ ਜ਼ਿੰਦਗੀ ਦਾ ਮਾਸਟਰ ਬਲਾਸਟਰ ਕਿਉਂ ਨਹੀਂ ਬਣ ਸਕਦਾ? ਸਮਝਦੇ ਹੋ ਕਿ ਨਹੀਂ? ਕਿਉਂਕਿ ਹਮੇਸ਼ਾ ਯਾਦ ਰੱਖੋ ਕਿ ਕਾਮਯਾਬ ਉਹੀ ਹੁੰਦਾ ਹੈ ਜਿਹੜਾ ਡਰਦਾ ਨਹੀਂ ਹੈ, ਜਿਹੜਾ ਹਾਰ ਨਹੀਂ ਮੰਨਦਾ, ਜਿਹੜਾ ਡਰਦਾ ਨਹੀਂ ਹੈ, ਜਿਹੜਾ ਹਰ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਵਾਸਤੇ ਸੀਨਾ ਤਾਣ ਕੇ ਖੜ ਜਾਂਦਾ ਹੈ। ਕਹਿੰਦੇ ਵੇ ਸਚਿਨ ਨੇ ਉਸੇ ਵਕਾਰ ਯੂਨਸ ਨੂੰ ਕਈ ਚੌਕੇ ਤੇ ਕਈ ਛੱਕੇ ਮਾਰੇ ਔਰ ਉਹ ਮੈਚ ਡਰਾ ਕਰਾਇਆ, ਫਿਰ ਹਾਰਨ ਤੋਂ ਬਚਾ ਲਿਆ ਆਪਣੀ ਟੀਮ ਨੂੰ। ਹੁਣ ਜਰਾ ਗੌਰ ਕਰਨਾ, ਇੱਥੇ ਦੱਸਣਾ ਕੀ ਚਾਹੁੰਦੇ ਆ ਕਿ ਤੁਸੀਂ ਵੀ ਆਪਣੇ ਜੀਵਨ ਨੂੰ ਹਾਰਨ ਤੋਂ ਬਚਾਓ। ਐਵੇਂ ਮੁਸੀਬਤਾਂ ਪਰੇਸ਼ਾਨੀਆਂ ਸਾਹਮਣੇ ਹਾਰ ਮੰਨ ਕੇ ਨਿਰਾਸ਼ ਹੋ ਕੇ ਨਾ ਬੈਠੋ, ਬਲਕਿ ਇਹ ਕਹੋ ਕਿ ਅੱਗਿਓਂ ਪਰੇਸ਼ਾਨੀਆਂ ਤਕਲੀਫਾਂ ਦੀ ਬੋਲ ਚਾਹੇ ਜਿੰਨੀ ਮਰਜ਼ੀ ਜ਼ਬਰਦਸਤ ਆ ਰਹੀ ਹੈ, ਪਰ ਮੇਰਾ ਮਾਲਿਕ ਮੇਰੇ ਨਾਲ ਹੈ, ਮੈਂ ਹਰ ਬੋਲ ਨੂੰ ਹਿੱਟ ਕਰਨਾ ਹੈ, ਯਾਨੀ ਉਹਦਾ ਸਾਹਮਣਾ ਕਰਨਾ, ਡਰ ਕੇ ਮੈਂ ਮੈਦਾਨ ਨਹੀਂ ਛੱਡਣਾ। ਕਿਉਂਕਿ ਜਿੱਤ ਕਿਹਨਾਂ ਦੀ ਹੁੰਦੀ ਹੈ? ਜਿਹੜੇ ਹਰ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿੰਦੇ। ਔਰ ਮੁਸੀਬਤ ਦਾ ਸਾਹਮਣਾ ਕਾਹਦੇ ਨਾਲ ਕੀਤਾ ਜਾਂਦਾ? ਹਿੰਮਤ ਨਾਲ, ਸਾਹਸ ਨਾਲ। ਇਸ ਲਈ ਤੁਹਾਡੇ ਅੰਦਰ ਸਾਹਸ ਹੈ ਜਾਂ ਨਹੀਂ? ਫਿਰ ਡਰਨਾ ਕਿਉਂ ਹੈ? ਚਿੰਤਾ ਕਿਉਂ ਕਰਨੀ ਹੈ? ਸਮਝਦੇ ਹੋ ਕਿ ਨਹੀਂ? ਇਸ ਲਈ ਕਹਿ ਦਿਓ ਫਿਰ ਅੱਜ ਤੋਂ ਮੈਂ ਕਿਸੇ ਚੀਜ਼ ਤੋਂ ਡਰਨਾ ਜਾਂ ਨਹੀਂ? ਕਿਉਂਕਿ ਫਿਰ ਕਹਾਂਗੇ ਡਰ ਨੂੰ ਆਪਣੇ ਉੱਪਰ ਇੰਨਾ ਹਾਵੀ ਨਾ ਹੋਣ ਦਿਓ ਕਿ ਕਿਸਾਨ ਦੀ ਤਰ੍ਹਾਂ ਡਰ ਸਾਡੀ ਜਾਨ ਲੈ ਲਵੇ, ਬਲਕਿ ਅਸੀਂ ਵਿਸ਼ਵਾਸ ਨੂੰ ਆਪਣੇ ਤੇ ਹਾਵੀ ਕਰਨਾ ਹੈ। ਜਿੱਦਾਂ ਪਹਿਲਾਂ ਸੱਪ ਨੇ ਡੰਗ ਮਾਰਿਆ ਸੀ, ਉਹਨੂੰ ਵਿਸ਼ਵਾਸ ਸੀ ਕਿ ਚੂਹਾ ਲੜਿਆ ਹੈ। ਹੁਣ ਅਸੀਂ ਵੀ ਇਹੀ ਸਮਝਣਾ ਕਿ ਸਾਡੇ ਜੀਵਨ 'ਚ ਵੀ ਜੇ ਦੁੱਖਾਂ ਮੁਸੀਬਤਾਂ ਦੇ ਸੱਪ ਹੈ ਨਾ, ਤੇ ਅਸੀਂ ਉਹਨਾਂ ਸੱਪਾਂ ਤੋਂ ਡਰਨਾ ਨਹੀਂ, ਬਲਕਿ ਉਹਨਾਂ ਨੂੰ ਚੂਹੇ ਸਮਝਣਾ ਕਿ ਲੈ ਇਹ ਕੀ ਚੀਜ਼ਾਂ ਹੈ, ਇਹ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ ਮੁਸੀਬਤਾਂ, ਇਹ ਪਰੇਸ਼ਾਨੀਆਂ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ, ਕਿਉਂਕਿ ਮੇਰੇ ਰੋਮ ਰੋਮ 'ਚ ਮੇਰੇ ਮਾਲਿਕ ਦਾ ਪਿਆਰ ਹੈ, ਮੇਰੇ ਮਾਲਿਕ ਦਾ ਵਿਸ਼ਵਾਸ ਹੈ, ਮੇਰੇ ਮਾਲਿਕ ਦੀ ਰਹਿਮਤ ਮੇਰੇ ਨਾਲ ਹੈ। ਤਾਂ ਦੁਨੀਆ ਦੀ ਕੋਈ ਮੁਸੀਬਤ ਮੈਨੂੰ ਖਤਮ ਨਹੀਂ ਕਰ ਸਕਦੀ। ਜਦੋਂ ਜਾਣਾ ਉਦੋਂ ਜਾਣਾ ਹੀ ਹੈ। ਉਹ ਫਕੀਰ ਦੀ ਗੱਲ ਯਾਦ ਆ ਗਈ ਸਾਨੂੰ, ਉਹ ਵੀ ਪੂਰੀ ਕਰ ਦਈਏ ਕਿ ਰਾਜੇ ਨੇ ਕਿਹਾ ਜ਼ਿੰਦਗੀ ਜੀਣਾ ਕਿਹਨੂੰ ਕਹਿੰਦੇ ਹੈ? ਤਾਂ ਉਸਨੇ ਵਜ਼ੀਰ ਕਹਿੰਦਾ ਜੇ ਇੱਕ ਫਕੀਰ ਹੈ, ਜ਼ਿੰਦਗੀ ਜੀਣ ਦੀ ਕਲਾ ਉਹਨੂੰ ਆਉਂਦੀ ਹੈ ਕਿ ਉਹ ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ। ਤਾਂ ਰਾਜੇ ਨੇ ਕਿਹਾ ਅੱਛਾ ਇੱਕ ਪ੍ਰੀਖਿਆ ਲਈਏ ਉਹਦੀ, ਬੁਲਾ ਉਸ ਫਕੀਰ ਨੂੰ। ਹੁਣ ਕਹਿੰਦੇ ਵਜ਼ੀਰ ਕਿਸੇ ਤਰ੍ਹਾਂ ਫਕੀਰ ਨੂੰ ਲੈ ਕੇ ਆਇਆ। ਜਦੋਂ ਬਾਦਸ਼ਾਹ ਦੇ ਸਾਹਮਣੇ ਆਇਆ ਤਾਂ ਫਕੀਰ ਬੜਾ ਖੁਸ਼ ਸੀ, ਬੜਾ ਆਨੰਦ ਵਿੱਚ ਸੀ। ਤਾਂ ਬਾਦਸ਼ਾਹ ਨੇ ਪ੍ਰੀਖਿਆ ਲੈਣੀ ਸੀ ਤਾਂ ਕੀ ਆਦੇਸ਼ ਦਿੱਤਾ ਕਿ ਪਕੜੋ ਇਸ ਫਕੀਰ ਨੂੰ ਔਰ ਸ਼ਾਮ ਨੂੰ ਇਹਨੂੰ ਫਾਂਸੀ ਤੇ ਲਟਕਾ ਦਿਓ। ਹੁਕਮ ਕਰ ਦਿੱਤਾ ਬਾਦਸ਼ਾਹ ਨੇ। ਪ੍ਰੀਖਿਆ ਲੈਣੀ ਸੀ ਕਿ ਦੇਖੀਏ ਮੌਤ ਨੂੰ ਸਾਹਮਣੇ ਦੇਖ ਕੇ ਇਹ ਫਕੀਰ ਦੀ ਖੁਸ਼ੀ ਰਹਿੰਦੀ ਹੈ ਜਾਂ ਚਲੀ ਜਾਂਦੀ ਹੈ। ਜਿੱਦਾਂ ਹੁਣ ਬੰਦਾ ਬੜਾ ਹੱਸ ਰਿਹਾ ਹੋਵੇ ਨਾ, ਤਾਂ ਕੋਈ ਕਹਿ ਦੇਵੇ ਚੱਲ ਬਈ ਹੁਣ ਤੇ ਕੋਲ ਟਾਈਮ ਥੋੜਾ ਰਹਿ ਗਿਆ, ਹੁਣ ਫਾਂਸੀ ਹੈ, ਤਾਂ ਬੰਦੇ ਦੀ ਸਾਰੀ ਖੁਸ਼ੀ ਖਤਮ ਉੱਥੇ ਹੀ। ਹੁਣ ਕਈ ਤਾਂ ਇਦਾਂ ਦੇ ਵੀ ਦੇਖਿਆ ਨਾ,
ਥਾਣੇ ਤੋਂ ਮਾੜਾ ਜਿਹਾ ਫੋਨ ਆਇਆ, ਬੰਦਾ ਹਾਏ ਪਤਾ ਨਹੀਂ ਕਾਹਤੇ ਫੋਨ ਆ ਗਿਆ, ਕੀ ਆ ਗਿਆ, ਤਾਂ ਟੈਨਸ਼ਨ ਲੈਂਦਾ, ਰੋਟੀ ਪਾਣੀ ਵੀ ਛੱਡ ਦਿੰਦਾ ਬੰਦਾ। ਸਮਝ ਨਾ ਜ਼ਰਾ। ਹੁਣ ਫਕੀਰ ਨੂੰ ਤਾਂ ਬਾਦਸ਼ਾਹ ਨੇ ਹੁਕਮ ਦਿੱਤਾ, ਸ਼ਾਮ ਨੂੰ ਸੂਰਜ ਡੁੱਬਣ ਲੱਗਿਆ ਨੂੰ ਖਤਮ ਕਰ ਦਿਓ, ਸੂਲੀ ਤੇ ਚੜਾ ਦਿਓ ਇਹਨੂੰ। ਜਦੋਂ ਫਕੀਰ ਨੇ ਸੁਣਿਆ, ਫਕੀਰ ਨੱਚਣ ਲੱਗ ਗਿਆ। ਫਕੀਰ ਕੀ ਕੀਤਾ, ਸਭਾ ਦੇ ਅੰਦਰ ਹੀ, ਬਾਦਸ਼ਾਹ ਦੇ ਦਰਬਾਰ ਅੰਦਰ ਹੀ ਨੱਚਣ ਲੱਗ ਗਿਆ। ਉਹ ਬਾਦਸ਼ਾਹ ਕਹਿੰਦੇ ਆ ਫਕੀਰ, ਮੈਂ ਤੈਨੂੰ ਕੋਈ ਇਨਾਮ ਦੀ ਘੋਸ਼ਣਾ ਨਹੀਂ ਕੀਤੀ, ਮੈਂ ਕੋਈ ਇਨਾਮ ਦਾ ਐਲਾਨ ਨਹੀਂ ਕੀਤਾ ਕਿ ਫਕੀਰ ਨੂੰ ਇਨਾਮ ਦਿਓ ਜਿਹੜਾ ਤੂੰ ਨੱਚਣ ਲੱਗਾ। ਮੈਂ ਤੇਰੀ ਮੌਤ ਦੀ ਘੋਸ਼ਣਾ ਕੀਤੀ ਹੈ ਕਿ ਸ਼ਾਮ ਨੂੰ ਸੂਰਜ ਡੁੱਬਣ ਲੱਗਿਆ ਮਾਰ ਦਿਓ ਇਸ ਫਕੀਰ ਨੂੰ, ਔਰ ਤੂੰ ਨੱਚ ਰਿਹਾ ਹੈ। ਫਕੀਰ ਕਹਿੰਦੇ ਬਾਦਸ਼ਾਹ ਗੱਲ ਹੀ ਨੱਚਣ ਵਾਲੀ ਹੈ। ਬਾਦਸ਼ਾਹ ਕਹਿੰਦਾ ਕੀ ਮਤਲਬ? ਉਹ ਕਹਿੰਦਾ ਮਤਲਬ ਇਹ ਕਿ ਹੁਣ ਸੂਰਜ ਡੁੱਬਣ ਨੂੰ ਕੁਛ ਘੜੀਆਂ ਬਾਕੀ ਹੈ, ਤਾਂ ਆਹ ਜਿਹੜੀਆਂ ਖੁਸ਼ ਘੜੀਆਂ ਹੈ ਇਹ ਮੈਂ ਖੁਸ਼ ਹੋ ਕੇ ਨੱਚ ਕੇ ਗੁਜ਼ਾਰਨਾ ਚਾਹੁੰਦਾ, ਕਿਉਂਕਿ ਇਹ 4 ਘੜੀਆਂ ਹੈ ਹੀ, ਤਾਂ ਮੈਂ ਨੱਚ ਕੇ ਗੁਜ਼ਾਰ ਲਵਾਂ, ਜ਼ਿਆਦਾ ਖੁਸ਼ੀ ਲੈ ਲਵਾਂ। ਕਿਉਂਕਿ ਜੇ ਟਾਈਮ ਥੋੜਾ ਹੋਵੇ ਤਾਂ ਆਨੰਦ ਜ਼ਿਆਦਾ ਲੈ ਲਓ, ਤਾਂ ਜੇ ਟਾਈਮ ਜ਼ਿਆਦਾ ਤਾਂ ਫਿਰ ਵੀ ਆਨੰਦ ਲਓ, ਪਰ ਜੇ ਲੋ ਲੱਗੇ ਕਿ ਟਾਈਮ ਥੋੜਾ ਹੈ ਤਾਂ ਭਾਈ ਹੁਣ ਆਨੰਦ ਹੋਰ ਜ਼ਿਆਦਾ ਲੈ ਲਓ। ਜਿੱਦਾਂ ਬੱਚੇ ਖੇਡਦੇ ਆ ਨਾ, ਬੱਚਾ ਹੁਣ 10 ਮਿੰਟ ਤੁਹਾਡੇ ਕੋਲ ਪਾ ਲਓ ਜਿੰਨਾ ਰੌਲਾ ਪਾਉਣਾ, ਤਾਂ ਬੱਚੇ ਜ਼ਿਆਦਾ ਰੌਲਾ ਪਾਉਂਦੇ ਆ ਕਿ ਲੈ ਵੀ ਹੁਣ 10 ਮਿੰਟ ਹੋਰ ਜ਼ਿਆਦਾ ਰੌਲਾ ਪਾ ਲਓ। ਇਹਨੂੰ ਕਹਿੰਦੇ ਜ਼ਿੰਦਗੀ, ਕਿ ਜੇ ਮੌਤ ਸਾਹਮਣੇ ਵੀ ਹੋਵੇ ਨਾ ਤਾਂ ਅਸੀਂ ਸੋਚੀਏ ਅੱਧਾ ਘੰਟਾ ਤਾਂ ਚਲੋ ਘੰਟੇ 'ਚ ਪੂਰੀ ਜ਼ਿੰਦਗੀ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰੀਏ। ਪੂਰੀ ਜ਼ਿੰਦਗੀ 'ਚ ਮੈਂ ਜਿੰਨਾ ਹੱਸ ਸਕਦਾ ਉਹਨਾਂ ਘੰਟੇ 'ਚ ਹੱਸਣ ਦੀ ਕੋਸ਼ਿਸ਼ ਕਰਾਂ। ਇਹਨੂੰ ਕਹਿੰਦੇ ਜ਼ਿੰਦਗੀ ਜੀਣਾ। ਪਰ ਇੱਥੇ ਕੀ ਹੈ, ਜ਼ਿੰਦਗੀ ਚੰਗੀ ਭਲੀ ਚੱਲ ਰਹੀ ਹੈ, ਮੌਤ ਦਾ ਕੋਈ ਨਾਮੋ ਨਿਸ਼ਾਨ ਨਹੀਂ। ਬੰਦਾ ਪਹਿਲੇ ਹਾਏ ਜੇ ਮਰ ਗਿਆ ਫਿਰ ਕੀ ਹੋਊ, ਬਿਮਾਰੀ ਆ ਗਈ ਫਿਰ ਕੀ ਹੋ, ਅੱਜ ਹੀ ਮਰੀ ਜਾ ਰਿਹਾ। ਤੁਸੀਂ ਵੀ ਜ਼ਿੰਦਗੀ ਦਾ ਆਨੰਦ ਲਓ, ਪਰੇਸ਼ਾਨੀਆਂ ਟੈਨਸ਼ਨਾਂ ਦੀ ਪਰਵਾਹ ਛੱਡੋ, ਔਰ ਯਕੀਨ ਰੱਖੋ ਆਪਣੇ ਮਾਲਿਕ ਤੇ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਜੋ ਹੋਏਗਾ ਇਸ ਲਈ ਇਹ ਨਹੀਂ ਸੋਚਣਾ ਹਾਏ ਜੇ ਇਦਾਂ ਹੋ ਗਿਆ, ਨਹੀਂ, ਜੋ ਹੋਏਗਾ ਦੇਖਿਆ ਜਾਏਗਾ। ਮੇਰਾ ਮਾਲਿਕ ਮੇਰੇ, ਮੈਂ ਚਿੰਤਾ ਕਿਉਂ ਕਰਨੀ। ਉਹ ਭਾਈ ਇਹ ਘਰ ਚੋਰੀ, ਉਹ ਜੋ ਹੋਏਗਾ ਦੇਖਿਆ ਜਾਏਗਾ, ਹਾਲੇ ਕਿਹਨੂੰ ਟੈਨਸ਼ਨ ਲੈਣੀ ਹੈ, ਮੇਰਾ ਮਾਲਿਕ ਮੇਰੇ, ਉਹ ਆਹ ਨੁਕਸਾਨ ਹੋ ਗਿਆ, ਉਹ ਜੋ ਹੋਏਗਾ ਬਾਅਦ ਚੋਂ ਦੇਖਿਆ ਜਾ, ਹਾਲੇ ਹੋਇਆ ਤਾਂ ਨਹੀਂ ਨਾ, ਹਾਲੇ ਆਨੰਦ ਲੈ। ਬਾਕੀ ਜਦੋਂ ਮਾਲਿਕ ਨਾਲ ਹੈ ਤਾਂ ਜੋ ਹੋਏਗਾ ਅੱਛਾ ਹੀ ਹੋਏਗਾ, ਹੁਣੇ ਕੀ ਡਰੀ ਜਾਣਾ, ਹੁਣੇ ਕੀ ਰੋਈ ਜਾਣਾ। ਸਮਝ ਆ ਗਈ ਕਿ ਨਹੀਂ? ਇਸ ਲਈ ਅੱਜ ਤੋਂ ਜੀਵਨ ਦੇ ਹਰ ਪਲ ਦਾ ਆਨੰਦ ਲੈਣਾ ਹੈ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖਣਾ ਹੈ। ਇਸ ਲਈ ਕਹਿ ਦਿਓ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ। ਔਰ ਨਾਲ ਹੋਰ ਕੀ ਕਹਿਣਾ ਹੈ ਕਿ ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੈਂ ਬਹੁਤ ਜ਼ਿਆਦਾ, ਮੈਂ ਬਹੁਤ ਜ਼ਿਆਦਾ, ਮੈਂ ਬਹੁਤ ਜ਼ਿਆਦਾ। ਹੁਣ ਕਹਿ ਦਿਓ ਆਨੰਦ ਆ ਗਿਆ, ਆ ਗਿਆ, ਆ ਗਿਆ ਆਨੰਦ, ਆ ਗਿਆ। ਫੀਲ ਕਰਦੇ ਕੋ ਨਹੀਂ? ਬਸ ਇੱਦਾਂ ਹੀ ਫੀਲ ਕਰਨਾ ਆਨੰਦ ਨੂੰ, ਔਰ ਮਾਲਕ ਇੱਦਾਂ ਹੀ ਤੁਹਾਨੂੰ ਖੁਸ਼ੀਆਂ ਨਾਲ, ਰਹਿਮਤਾਂ ਬਰਕਤਾਂ ਨਾਲ ਭਰਪੂਰ ਰੱਖਣ। ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਵੇ। ਇਹ ਜ਼ਿੰਦਗੀ ਦੇ ਜਿੰਨੇ ਵੀ ਪਲ ਹੈ ਤੁਸੀਂ ਇਹਨਾਂ ਪਲਾਂ ਦਾ ਪੂਰਾ ਆਨੰਦ ਲੈ ਸਕੋ, ਖੁਸ਼ੀਆਂ ਦੇ ਨਾਲ ਆਪਣੀ ਜ਼ਿੰਦਗੀ ਜੀ ਕੇ, ਗੁਜ਼ਾਰ ਕੇ, ਆਨੰਦ ਲੈ ਕੇ ਆਪਣੇ ਜੀਵਨ ਨੂੰ ਮਾਲਕ ਦੀਆਂ ਰਹਿਮਤਾਂ ਨਾਲ ਭਰਪੂਰ ਕਰ ਸਕੋ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਵੇ। ਆਉਣ ਵਾਲਾ ਸਾਲ ਤੁਹਾਡੇ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਵੇ। ਔਰ ਮਾਲਕ ਤੁਹਾਨੂੰ ਇੰਨਾ ਵਿਸ਼ਵਾਸ ਦੇ ਨਾਲ, ਇੰਨਾ ਹੌਸਲੇ ਦੇ ਨਾਲ, ਸਾਹਸ ਨਾਲ ਭਰਪੂਰ ਕਰ ਦੇਣ ਕਿ ਤੁਸੀਂ ਕਿਸੇ ਚੀਜ਼ ਤੋਂ ਡਰੋ ਨਾ। ਤੁਸੀਂ ਜੀਵਨ ਦੇ ਹਰ ਪਲ ਦਾ ਪੂਰਾ ਆਨੰਦ ਲੈਂਦਿਆਂ ਹੋਇਆਂ, ਜੀਵਨ ਨੂੰ ਮੁਸਕਰਾਉਂਦਿਆਂ ਹੋਇਆਂ ਜੀ ਸਕੋ। ਇੰਨੀ ਮਾਲਕ ਤੁਹਾਡੇ ਤੇ ਕਿਰਪਾ ਕਰਨ। ਔਰ ਅੱਜ ਜਿੰਨੇ ਵੀ ਜੀ ਉਸ ਮਾਲਕ ਦੇ ਘਰ 'ਚ ਪਹੁੰਚੇ ਹੈ, ਹਾਜ਼ਰੀ ਲਗਾ ਰਹੇ ਹੈ, ਮਾਲਕ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਕਬੂਲ ਕਰਨ। ਔਰ ਬਹੁਤ ਜੀਵ ਅੱਜ ਐਸੇ ਜਿਹੜੇ ਮਾਲਕ ਦੇ ਨਾਮ ਦੀਆਂ ਨਿਆਜ਼ਾਂ ਵੀ ਲੈ ਕੇ ਆਏ ਹੈ। ਜੇ ਕੋਈ ਆਪਣੀ ਤਕਲੀਫ, ਦੁੱਖ ਦੀ ਨਿਆਜ਼ ਲੈ ਕੇ ਆਇਆ ਹੈ, ਤਾਂ ਜਿਸ ਭਾਵਨਾ ਨਾਲ ਜੀਵ ਨਿਆਜ਼ ਲੈ ਕੇ ਆਇਆ ਹੈ, ਮਾਲਕ ਉਹਦੀ ਨਿਆਜ਼ ਨੂੰ ਕਬੂਲ ਕਰਨ, ਉਹਦੀ ਭਾਵਨਾ ਨੂੰ ਪੂਰਾ ਕਰਨ। ਔਰ ਜਿਹੜੇ ਜੀਵ ਅੱਜ ਖੁਸ਼ੀ ਦੀ ਨਿਆਜ਼ ਲੈ ਕੇ ਆਏ ਹੈ, ਮਾਲਕ ਉਹਨਾਂ ਦੀਆਂ ਖੁਸ਼ੀ ਦੀ ਨਿਆਜ਼ਾਂ ਕਬੂਲ ਕਰਨ। ਔਰ ਉਹਨਾਂ ਜੀਵਾਂ ਦੀ ਝੋਲੀ 'ਚ ਇੰਨੀਆਂ ਖੁਸ਼ੀਆਂ ਪਾ ਦੇਣ ਕਿ ਕਦੀ ਫਰਿਆਦ ਕਰਨ ਦੀ ਲੋੜ ਹੀ ਨਾ ਪਵੇ। ਔਰ ਜਿਹੜੇ ਜੀਵ ਸੇਵਾ 'ਚ ਯੋਗਦਾਨ ਦੇਣ ਵਾਲੇ ਹੈ, ਮਾਲਕ ਉਹਨਾਂ ਦੀਆਂ ਕਮਾਈਆਂ 'ਚ ਵੀ ਬਰਕਤਾਂ ਪਾਉਣ ਕਿ ਇਸੇ ਤਰ੍ਹਾਂ ਉਹ ਸੇਵਾ ਕਰਦਿਆਂ ਹੋਇਆਂ, ਮਾਲਕ ਦੀਆਂ ਰਹਿਮਤਾਂ ਨੂੰ ਹਾਸਲ ਕਰਦਿਆਂ ਹੋਇਆਂ ਆਪਣਾ ਜੀਵਨ ਬਸ ਖੁਸ਼ੀਆਂ ਦੇ ਨਾਲ ਹੀ ਗੁਜ਼ਾਰਨ। ਔਰ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਮਾਲਕ ਤੁਹਾਡੇ ਤੇ ਬਣਾਏ ਰੱਖਣ। ਕੱਲ੍ਹ ਦੀ ਕੋਸ਼ਿਸ਼ ਜ਼ਰੂਰ ਕਰਨੀ ਕਿ ਕੱਲ੍ਹ ਦਾ ਜਿਹੜਾ ਸਾਲ ਦਾ ਅੰਤਿਮ ਦਿਨ ਹੈ, ਮਾਲਕ ਦੇ ਚਰਨਾਂ 'ਚ ਆ ਕੇ ਫਿਰ ਨਵੇਂ ਸਾਲ ਦੀ ਸ਼ੁਰੂਆਤ ਮਾਲਕ ਦੇ ਘਰ 'ਚੋਂ ਕਰੀਏ, ਤਾਂ ਸਾਨੂੰ ਬਹੁਤ ਖੁਸ਼ੀ ਹੋਏਗੀ ਆਪਣੇ ਪਿਆਰਿਆਂ ਨੂੰ ਨਵੇਂ ਸਾਲ ਤੇ ਜਾਂ ਉਹ ਆਨੰਦ ਲੈਂਦਿਆਂ ਦੇਖ ਕੇ। ਜਿੱਦਾਂ ਅੱਜ ਆਨੰਦ ਲਿਆ, ਇਸੇ ਤਰ੍ਹਾਂ ਕੋਸ਼ਿਸ਼ ਕਰੋ ਕੱਲ੍ਹ ਸ਼ਾਮ ਨੂੰ ਵੀ ਜਿਹੜੇ ਪਹੁੰਚ ਸਕਦੇ ਜ਼ਰੂਰ ਪਹੁੰਚੋ। ਔਰ ਕੱਲ੍ਹ ਦਾ ਆਨੰਦ ਲੈ ਕੇ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਵੀ ਜ਼ਿਆਦਾ ਊਰਜਾ, ਐਨਰਜੀ, ਸਾਹਸ ਨਾਲ ਭਰਪੂਰ ਕਰਨਾ ਹੈ। ਔਰ ਮਾਲਕ ਹਮੇਸ਼ਾ
अपनी कृपा दया मेहर तुहाडे ते बनाई रखन। यही साडी उस मालिक दे चरनां 'च अरदास बेनती है। और हुण अंत विच तुहाडे सब दे अंदर वसदे उस मालिक नूं असीं प्रणाम करदे हां। साडा प्रणाम स्वीकार करो। जय मालकां दी। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।